ਇਹ ਨਿਸ਼ਾਨ ਵੀ ਉੱਥੋਂ ਹੀ ਲੱਗੇ? ਹਾਂਜੀ ਹਾਂਜੀ, ਆ ਜਿਹੜੇ ਹੁਣ ਵੀ ਨਿਸ਼ਾਨ ਇਹ ਸਾਰੇ ਉੱਥੇ ਹੀ ਲੱਗੇ ਆ, ਯਾਨੀ ਕਿ ਮਾਸ ਬਹੁਤ ਚਿਰ ਬਾਅਦ ਆਇਆ। ਕੀ ਕਰਦੇ ਸੀਗੇ ਉੱਥੇ? ਜੋ ਤੁਸੀਂ 5 ਘੰਟੇ ਅੰਦਰ ਸੀਗੇ, ਕੀ ਕੀਤਾ ਉਹਨਾਂ ਨੇ? ਇਹ ਪਹਿਲਾਂ ਹੀ ਜਿੱਦਾਂ ਨਾ ਲੱਕੜ ਦੇ ਟੈਪ ਦਾ ਇੱਕ ਫੱਟੀ ਜੀ ਬਣੀ ਆ, ਉਹਦੇ ਵਿੱਚ ਨਾ ਫਾਈਬਰ ਜਿੱਦਾਂ ਨਹੀਂ ਹੁੰਦੇ ਨੇ, ਫਾਈਬਰ ਟੈਪ ਜਿਹੀਆਂ ਚਾਦਰਾਂ ਜੀ ਟੈਪ ਉੱਧਰ ਦੀਆਂ ਵਾਸ਼ਲਾਈਆਂ ਆਈਆਂ, ਉਹ ਉੱਦਾਂ ਕੱਸ ਦਿੱਤੀਆਂ ਇੱਦਾਂ ਉਂਗਲਾਂ ਦੇ ਉੱਤੇ, ਤੇ ਉਹਨਾਂ ਨੇ ਫਿਰ ਇੱਧਰੋਂ ਸਟਾਰਟ ਕੀਤੇ ਪੱਟਣੇ, ਯਾਨੀ ਕਿ ਦੋ ਦੋ ਕਰਕੇ ਉਹਨਾਂ ਨੇ ਪੱਟਦੇ ਰਹੇ। ਪੈਸੇ ਕਿੰਨੇ ਦੇ ਕੇ ਗਏ ਸੀ ਉੱਥੋਂ ਯੂਕਰੇਨ ਜਾਣ ਲਈ? ਅਸੀਂ 11 ਲੱਖ ਦੇਤਾ ਸੀ ਟੋਟਲ। ਫੇਰ ਘਰਦਿਆਂ ਨੇ ਬੜਾ ਕੁਛ ਕੀਤਾ, ਪੈਸੇ ਪੂਹੇ ਬੜੇ ਏਜੰਟਾਂ ਨੂੰ ਦਿੱਤੇ, ਇੱਥੇ ਸਾਡਾ ਮੁੰਡਾ ਲੱਭ ਗਿਆ ਬੜਾ, ਉਹਨਾਂ ਨੇ ਯਾਨੀ ਕਿ ਜੋ ਲਿਆ ਯਾਨੀ ਕਿ 25 ਲੱਖ ਰੁਪਇਆ ਟੋਟਲ ਲੱਗ ਗਿਆ ਵਾਪਸ ਹੋਣ ਤੱਕ। 25 ਲੱਖ ਰੁਪਇਆ ਮਿੱਟੀ ਹੋ ਗਿਆ 25 ਲੱਖ ਜੀ। ਉਹ ਵੀ ਜ਼ਮੀਨ ਵੀ ਗਹਿਣੇ ਪਈ ਆ, ਸਭ ਕੁਛ ਯਾਨੀ ਘਰ ਵੀ ਆ ਵੀ ਸਭ, ਜਿਹੜੀ ਜ਼ਮੀਨ ਸਭ ਗਹਿਣੇ ਪਈ ਆ। ਕਿਉਂਕਿ ਤੁਸੀਂ ਸੋਚਿਆ ਸੀਗਾ ਕਿ ਪਿੰਡ ਤੋਂ ਹੀ ਏਜੰਟ ਹੈਗਾ ਤੇ ਉਹਦੇ ਨਾਲ ਹੀ ਉਹ ਹੀ ਭੇਜ ਦੇਗਾ ਮੈਨੂੰ ਕਿ ਬਾਹਰ ਨਹੀਂ ਜਾਣਾ, ਤਾਂ ਉਹਨੇ ਹੀ ਬਾਅਦ ਚੋਂ ਧੋਖਾ ਦੇ ਦਿੱਤਾ। ਪਿੱਛੇ ਪੁਲਿਸ ਆ ਗਈ ਉਸੇ ਟਾਈਮ, ਉਹਨਾਂ ਨੇ ਮੈਨੂੰ ਫੜ ਲਿਆ ਤੇ ਮੈਨੂੰ ਕਹਿੰਦੇ ਕਿ ਡਾਕੂਮੈਂਟ ਹੈਗੇ ਤੇਰੇ ਕੋਲ? ਮੈਂ ਇੰਗਲਿਸ਼ 'ਚ ਪੁੱਛਿਆ ਉਹਨਾਂ ਨੇ, ਮੈਂ ਕਿਹਾ ਚੁੱਪ ਕਰ ਗਿਆ, ਮੈਨੂੰ ਕੋਈ ਜਵਾਬ ਨਾ। ਮੈਂ ਕਿਹਾ ਜੀ ਮੈਂ ਇਹਨਾਂ ਨੂੰ ਕਹਿਤਾ ਕਿ ਨਹੀਂ ਹੈਗੇ ਤੇ ਫਿਰ ਮੈਂ ਕਹਿੰਦਾ ਫੜ ਲੈਣਾ, ਜੇ ਮੈਂ ਕਿਹਾ ਹੈਗੇ ਤਾਂ ਮੈਨੂੰ ਦਿਖਾਉਣੇ ਪੈਣੇ ਆ, ਤੇ ਆਹ ਗੱਲ ਬਾਤ ਆ। ਮੈਂ ਫਿਰ ਚੁੱਪ ਕਰ ਗਿਆ, ਉਹਨਾਂ ਨੇ ਫਿਰ ਗੁੱਟੋ ਫੜ ਕੇ ਬਿਠਾ ਲਿਆ ਮੈਨੂੰ ਵਿੱਚ ਗੱਡੀ ਦੇ। ਕੋਰਟ ਦੇ ਵਿੱਚ ਲੈ ਗਏ ਤੇ ਕੋਰਟ ਦੇ ਵਿੱਚ ਅਫਗਾਨਿਸਤਾਨ ਵਾਲਿਆਂ ਨੂੰ ਦੱਸਿਆ, ਕਹਿੰਦਾ ਵੀ ਤੂੰ ਕੀ ਕਰਨ ਲੱਗਾ? ਮੈਂ ਗਵਾਹੀ ਦੇਣੀ ਆ ਮੈਂ ਆਰਮੀ ਦੇ ਖਿਲਾਫ। ਕਹਿੰਦਾ ਤੈਨੂੰ ਪਤਾ ਕੀ ਕਰਨ ਜਾ ਰਿਹਾ ਤੂੰ? ਕਹਿੰਦਾ ਯਾਰ ਇਹ ਥੋੜ੍ਹੀ ਇਹ ਮਾਫੀਆ ਹੀ ਆ, ਕਹਿੰਦਾ ਮੇਨ ਇਹੀ ਸਾਰੇ ਕੰਮ ਕਰਦੀ। ਕਹਿੰਦਾ ਇਹਨਾਂ ਨੇ ਚੱਲ ਤੈਨੂੰ ਇੱਦਾਂ ਕੁਛ ਕੀਤਾ ਨਾ ਤੇਰੇ ਨਾਲ, ਜਾਣੀ ਕਿ ਉਹਨਾਂ ਨੇ ਤਾਂ ਸਿਰਫ ਗੋਲੀ ਮਾਰ ਦੇਣੀ ਤੈਨੂੰ ਉਸੇ ਟਾਈਮ ਹੀ। ਕਹਿੰਦੇ ਕਿ ਤੂੰ ਫਿਰ ਬਿਆਨ ਆ ਕਾਹਤੋਂ ਦਿੱਤੇ? ਮੈਂ ਮੇਰਾ ਹਾਲਾਤ ਹੀ ਬੜੇ ਮੰਦੇ ਕੀਤੇ ਨੇ, ਮੈਂ ਕਹਿਣਾ ਹੀ ਮੈਨੂੰ ਤਾਂ ਮਾਰ ਦੇਣਾ ਸੀ ਇਹਨਾਂ ਨੇ। ਚਲੋ ਕੁਛ ਨਹੀਂ ਹੋਇਆ, ਤੇ ਉਹਨੇ ਸਭ ਕੁਝ ਕਰ ਕੇ ਬਾਬਾ ਚਿਰ ਲੱਗੀ ਰਹੀ, ਜਿਹੜੀ ਉਹਨੇ ਜਾਣੀ ਕਿ ਚੱਲ ਗਈ ਕਾਰਵਾਈ ਕੀਤੀ ਉਹਨੇ। ਫਿਰ ਉਹਨੇ ਕਿਹਾ ਕਿ ਤੈਨੂੰ 7 ਸਾਲ ਦੀ ਸਜ਼ਾ ਹੋ ਗਈ। ਮੈਨੂੰ ਉਹਨੇ ਕਿਹਾ ਘਰਦਿਆਂ ਨੇ ਕੋਸ਼ਿਸ਼ ਵੀ ਕੀਤੀ, ਹੋਰ ਵੀ ਬੰਦੇ ਸੀਗੇ ਜਾਣੀ ਕਿ ਉਹਨਾਂ ਨੇ ਬੜਾ ਜ਼ੋਰ ਲਾਇਆ। ਉਹਨਾਂ ਨੇ ਕਿਹਾ ਕਿ ਉਸ ਨਾਂ ਦਾ ਮੁੰਡਾ ਨਹੀਂ ਲੱਭ ਰਿਹਾ ਇੰਡੀਅਨ, ਠੀਕ ਹੈ। ਭਲਾ ਮੇਰਾ ਨਾਮ ਉਹਨਾਂ ਨੇ ਜਿੰਮੀ ਸ਼ੋਨਾ, ਇਹ ਪਰ ਇੰਨਾ ਨਹੀਂ ਪਤਾ ਕਿਹੜੀ ਕੰਟਰੀ ਦਾ ਸ਼ੋਅ ਕੀਤਾ, ਇਹ ਨਹੀਂ ਮੈਂ ਕਹਿ ਸਕਦਾ। ਮੈਨੂੰ ਇੰਨਾ ਪਤਾ ਹੀ ਉਹਨਾਂ ਨੇ ਦੱਸਿਆ ਕਿ ਜਿੰਮੀ ਸ਼ੋਨਾ ਦੇ ਉੱਤੇ ਤੈਨੂੰ ਭਰਤੀ ਕੀਤਾ ਇੱਥੇ। ਤੇ ਇਹਦੇ ਵਿੱਚ ਨਾ ਇੱਕ ਨੰਬਰ ਨੋਟ ਕੀਤਾ, ਕਹਿੰਦਾ ਐਮਬੈਸੀ ਵਾਲਾ ਬੰਦਾ ਇਹ, ਠੀਕ ਹੈ ਨਾ, ਇਹਲਾ ਗੱਲ ਕਰਨ ਤੇ ਜਾਣੀ ਕਿ ਐਮਰਜੈਂਸੀ ਨੰਬਰ ਆ। ਤੇ ਮੈਂ ਨਾ ਉਹ ਐਮਬੈਸੀ ਵਾਲੇ ਪਤਾ ਨਹੀਂ ਉਹਨੇ ਪ੍ਰਾਈਵੇਟ ਨੰਬਰ ਤੋਂ ਮੇਰੀ ਗੱਲ ਕਰਾਈ, ਮੈਂ ਐਮਬੈਸੀ ਵਾਲੇ ਨਾਲ ਗੱਲ ਕੀਤੀ ਆ। ਹਾਂ, ਤੇ ਉਹ ਕਹਿੰਦਾ ਕਿ ਠੀਕ ਹੈ। ਮੈਂ ਦਾਦਾ ਭਾਈ ਮੈਂ ਬੋਰਡਰ ਤੋਂ ਫੜਿਆ ਗਿਆ, ਮੈਨੂੰ ਜਾਣੀ ਕਿ ਅਨਲੀਗਲ ਆ, ਮੈਨੂੰ ਪਤਾ ਨਹੀਂ, ਮੈਨੂੰ ਉਹਨਾਂ ਨੇ ਫੜਿਆ ਤੇ ਮੈਨੂੰ ਆਊਟ ਪਾਸ ਚਾਹੀਦਾ ਆ, ਠੀਕ ਹੈ ਨਾ, ਕਿਉਂਕਿ ਸਹੀ ਗੱਲ ਨਹੀਂ ਨਾ ਦੱਸਣੀ ਜਿੱਦਾਂ ਉਹਨਾਂ ਨੇ ਕਿਹਾ ਸੀਗਾ। ਜਿੱਦਾਂ ਉਹਨਾਂ ਨੇ ਕਿਹਾ ਸੀਗਾ। ਤੇ ਉਹਨਾਂ ਨੇ ਕਹਿੰਦਾ ਕਿ ਜੋ ਬਾਕੀਆਂ ਨਾਲ ਹੋਈ ਉੱਦਾਂ ਹੀ ਹੀਲਾ ਕਰ ਦੋ, ਹੁਣ ਕੀ ਆ। ਉਹਨਾਂ ਨੇ ਕੰਧ ਦੇ ਨਾਲ ਲਾ ਲਿਆ ਤੇ ਬਾਹਾਂ ਖੜੀਆਂ ਕਰਾ ਲਈਆਂ ਮੇਰੀਆਂ। ਉਹ ਗੋਲੀ ਮਾਰਨ ਲੱਗੇਗੇ, ਉਹ ਰਿਕਾਰਡ ਚੜ੍ਹ ਗਿਆ ਨੈਟ ਦੇ ਉੱਤੇ, ਠੀਕ ਹੈ ਜੀ। ਜੇ ਤੇ ਰਿਕਾਰਡ ਨਾ ਚੜ੍ਹਦਾ ਫਿਰ ਤਾਂ ਉਹਨਾਂ ਨੂੰ ਗੋਲੀ ਮਾਰ ਲੈਣੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸਨੂਰ ਤਵਨ। ਪੰਜਾਬੀ ਨੌਜਵਾਨ ਪੰਜਾਬ ਵਿੱਚ ਬੈਠੇ ਇਹ ਸੋਚਦੇ ਕਿ ਜੇ ਬਾਹਰ ਚਲੇ ਜਾਵਾਂਗੇ ਤਾਂ ਜ਼ਿੰਦਗੀ ਠੀਕ ਹੋ ਜਾਵੇਗੀ, ਜ਼ਿੰਦਗੀ ਵਧੀਆ ਹੋ ਜਾਏਗੀ, ਹੋਰ ਸੁਖਾਵੀਂ ਹੋ ਜਾਏਗੀ, ਓਪਰਚੁਨਿਟੀਜ਼ ਵੱਧ ਜਾਣਗੀਆਂ, ਰੋਜ਼ਗਾਰ ਮਿਲ ਜਾਏਗਾ। ਕਿਉਂਕਿ ਪੰਜਾਬ ਦੇ ਵਿੱਚ ਅਕਸਰ ਕਿਹਾ ਜਾਂਦਾ ਕਿ ਰੋਜ਼ਗਾਰ ਦੀ ਬਹੁਤ ਕਮੀ ਹੈ, ਅੱਧੇ ਜਿਹੜੇ ਨੌਜਵਾਨ ਨੇ ਉਹ ਬੇਰੁਜ਼ਗਾਰ ਘੁੰਮ ਰਹੇ ਨੇ। ਬੈਠੇ ਬੈਠੇ ਤਾਂ ਇਹ ਸੋਚ ਲੈਂਦੇ, ਪਰ ਜਦੋਂ ਪਹੁੰਚਦੇ ਹੈ ਕਈ ਤਰੀਕੇ ਅਪਣਾ ਕੇ ਪਹੁੰਚਦੇ ਹੈ। ਕਈ ਵਾਰ ਕੋਈ ਲੀਗਲ ਤਰੀਕੇ ਨਾਲ ਸੌਖਾ ਚਲੇ ਜਾਂਦਾ ਹੈ, ਜਿਹਨੂੰ ਲੀਗਲ ਤਰੀਕੇ ਨਾਲ ਜਾਣਾ ਨਹੀਂ ਪਸੰਦ ਆਉਂਦਾ ਜਾਂ ਨਹੀਂ ਜਾ ਪਾਉਂਦਾ ਕਿਸੇ ਕਾਰਨ ਤਾਂ ਡੌਂਕੀ ਲਗਾ ਕੇ ਜਾਂਦਾ ਹੈ। ਪਰ ਉੱਥੇ ਵੀ ਪਹੁੰਚ ਕੇ ਬੜੀਆਂ ਘਟਨਾਵਾਂ ਵਾਪਰਦੀਆਂ ਨੇ, ਸੌਖਾ ਨਹੀਂ ਹੁੰਦਾ ਬਾਹਰ ਰਹਿਣਾ। ਜਿਹੜੇ ਨੌਜਵਾਨ ਨੇ ਜੋ ਉੱਥੇ ਰਹਿ ਕੇ ਵਾਪਸ ਪਰਤਦੇ ਨੇ, ਆਪਣੀਆਂ ਹੱਡ ਬੀਤੀਆਂ ਸੁਣਾਉਂਦੇ ਨੇ, ਤਾਂ ਅਜਿਹੀ ਹੱਡ ਬੀਤੀ ਅੱਜ ਤੁਹਾਡੇ ਕੋਲ ਲੈ ਕੇ ਪਹੁੰਚੇ ਕਿ ਕਿਸ ਤਰ੍ਹਾਂ ਦਾ ਵਰਤਾਰਾ ਜੋ ਬਾਹਰ ਜਾਂਦੇ ਨੇ ਨੌਜਵਾਨ, ਉਹਨਾਂ ਨਾਲ ਕਿੱਦਾਂ ਦਾ ਕੀਤਾ ਜਾਂਦਾ ਹੈ। ਜੇ ਸਾਡੇ ਮੁਲਕ 'ਚ ਕੋਈ ਆ ਜਾਏ ਤਾਂ ਅਸੀਂ ਕਿਸ ਤਰ੍ਹਾਂ ਦਾ ਵਰਤਾਰਾ ਕਰਦੇ ਹਾਂ, ਤੇ ਸਾਡੇ ਮੁਲਕ ਤੋਂ ਕੋਈ ਬਾਹਰ ਚਲੇ ਜਾਏ ਤਾਂ ਉਹਦੇ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਕੀਤਾ ਜਾਂਦਾ ਹੈ। ਵੈਲਕਮਿੰਗ ਨਹੀਂ ਹੁੰਦਾ ਬਾਹਰ ਜਾਣਾ, ਦੇਖਣ ਵਿੱਚ ਸੌਖਾ ਲੱਗਦਾ ਹੈ, ਵਧੀਆ ਲੱਗਦਾ ਹੈ, ਪਰ ਜਦੋਂ ਉੱਥੇ ਪਹੁੰਚ ਜਾਂਦਾ ਬੰਦਾ, ਜੋ ਬੀਤਦੀ ਹੈ ਉਹ ਇੱਕ ਨੌਜਵਾਨ ਜੋ ਉੱਥੇ ਰਹਿ ਕੇ ਆਏ ਉਹ ਹੀ ਤੁਹਾਨੂੰ ਸੁਣਾ ਸਕਦਾ ਹੈ। ਤੇ ਇਹਨਾਂ ਦੀ ਹੱਡ ਬੀਤੀ ਤੁਹਾਨੂੰ ਸੁਣਾਵਾਂਗੇ। ਮਨਪ੍ਰੀਤ ਸਾਡੇ ਨਾਲ ਇਸ ਵਕਤ ਮੌਜੂਦ ਹੈ। ਯੂਕਰੇਨ ਪਹੁੰਚਿਆ ਸੀ ਇਹ ਨੌਜਵਾਨ, ਤਾਂ ਉਸ ਤੋਂ ਬਾਅਦ ਕਿਹੜੀ ਘਟਨਾ ਵਾਪਰਦੀ ਹੈ, ਕਦੋਂ ਯੂਕਰੇਨ ਪਹੁੰਚਦੇ, ਕਦੋਂ ਵਾਪਸ ਆਉਂਦੇ, ਸਾਰੀ ਹੱਡ ਬੀਤੀ ਅੱਜ ਮਨਪ੍ਰੀਤ ਦੇ ਮੂੰਹੋਂ ਸੁਣਾਂਗੇ। ਮਨਪ੍ਰੀਤ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ। ਬਹੁਤ ਧੰਨਵਾਦ ਜੀ। ਜੀ, ਕਦੋਂ ਜਾਂਦੇ ਹੋ ਤੁਸੀਂ ਬਾਹਰ? ਕਦੋਂ ਜੀ ਕਰਦਾ ਕਿ ਹੁਣ ਬਾਹਰ ਜਾਣਾ ਹੈ? ਮੈਂ ਮੈਡਮ 2018 ਦੇ ਵਿੱਚ ਨਾ ਮੈਂ ਨਾ ਸੋਚਿਆ ਸੀ ਬਾਹਰ ਜਾਣਾ, ਠੀਕ ਹੈ ਜੀ।
ਤੇ ਉਦੋਂ ਉਹਨਾਂ ਨੇ ਆਪਣੇ ਪਿੰਡ ਦਾ ਏਜੰਟ ਸੀਗਾ, ਉਹਨਾਂ ਨਾਲ ਗੱਲ ਕੀਤੀ ਜੀ। ਉਹ ਕਹਿੰਦੇ ਅਸੀਂ ਵੀ ਚੱਲਾਂਗੇ। ਫਿਰ ਅਸੀਂ ਕਿਹਾ ਚਲੋ ਬਾਹਰਲੇ ਏਜੰਟ ਨਾਲ ਕਿਸੇ ਨਾਲ ਕੀ ਗੱਲ ਕਰਨੀ, ਚਲੋ ਪਿੰਡ ਦੇ ਹਨਾ, ਤੇ ਕੋਈ ਗੱਲ ਨਹੀਂ ਆਪਾਂ ਨਾ ਇਹਨਾਂ ਥਰੂ ਲਾ ਲੈਂਦੇ ਆ। ਚਲੋ ਪਿੰਡ ਦਾ ਹੈਗੇ ਸਾਰੇ, ਚਲੋ ਕੋਈ ਗੱਲ ਨਹੀਂ, ਕੋਈ ਇੱਦਾਂ ਦੀ ਗੱਲਬਾਤ ਨਾ ਹੋਊਗੀ। ਤੇ ਉਦੋਂ ਇਹਨਾਂ ਨਾਲ ਗੱਲ ਹੋਈ ਸੀ, ਇਹਨਾਂ ਨੇ ਆਸਟਰੀਆ ਪਹੁੰਚਣ ਦੀ ਗੱਲ ਕੀਤੀ। ਕਹਿੰਦੇ ਅਸੀਂ ਤੁਹਾਨੂੰ ਆਸਟਰੀਆ ਪਹੁੰਚਾਉਣਾ ਮੁੰਡੇ ਤੁਹਾਡੇ ਨੂੰ, ਠੀਕ ਹੈ ਨਾ। ਅਸੀਂ ਕਿਹਾ ਠੀਕ ਹੈ। ਕਹਿੰਦਾ ਘਲਾਉਣਾ ਬਾਏ ਫਲੈਟ ਆ ਵੀ ਨਹੀਂ, ਜਿੱਦਾਂ ਕਹਿੰਦੇ ਨਾ ਕਿ ਡੋਂਕੀ ਵਾਲਾ ਕੰਮ ਨਹੀਂ ਗਾ। ਅਸੀਂ ਕਿਹਾ ਠੀਕ ਆ। ਇਹਨਾਂ ਨੇ ਨਾ ਫਿਰ ਮੈਨੂੰ ਯੂਕਰੇਨ ਜਾਣੀ ਕਿ ਇਹਨਾਂ ਨੇ ਭੇਜਤਾ, ਯੂਕਰੇਨ ਭੇਜਤਾ। ਤੇ ਉਹ ਉਦੋਂ ਹੁਣ ਫਿਰ ਕਹਿੰਦੇ ਨਹੀਂ, ਨਵੇਂ ਗਏ ਸੀ, ਪਹਿਲੀ ਵਾਰੀ ਕੋਈ ਬਾਹਰਲੀ ਕੰਟਰੀ ਦੇਖੀ, ਨਹੀਂ ਕੋਈ ਪਤਾ ਸੀਗਾ, ਠੀਕ ਹੈ ਜੀ। ਉਹ ਓਨਰੇਬਲ ਵੀਜ਼ਾ ਜਿਹੜਾ ਸੀਗਾ ਇਹ ਸੀਗਾ 15 ਕੁ ਦਿਨ ਦਾ, ਤੇ ਨਾ 15 ਦਿਨ ਦਾ ਸੀਗਾ। ਤੇ ਜਾਣੀ ਕਿ ਚੱਲ ਗਏ ਸੀ ਉੱਥੇ। ਇਹਨਾਂ ਨੇ ਕਿਹਾ 15 ਦਿਨਾਂ ਦੇ ਵਿੱਚ ਨਾ ਵੀਜ਼ਾ ਲਵਾ ਦੇਣਾ ਇਹਦਾ। 15 ਦਿਨ ਲੰਘ ਗਏ, ਟੱਪ ਗਏ, ਨਹੀਂ ਗੱਲ ਬਣੀ ਹੈਗੀ। ਤੇ ਉਹ ਫਿਰ ਨਹੀਂ ਫਿਰ ਪਤਾ ਸੀਗਾ। ਫਿਰ ਜਾਣੀ ਕਿ ਫਿਰ ਮੁੰਡੇ ਬਾਹਰ ਆਪਾਂ ਮੁੰਡਿਆਂ ਨੂੰ ਮਿਲਦੇ ਰਹੇ, ਜਾਣੀ ਕਿ ਜਿੱਦਾਂ ਬਹੁਤ ਜਾਣੀ ਕਿ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਬਥੇਰੇ ਮਿਲਦੇ ਆ। ਉਹਨਾਂ ਫਿਰ ਗੱਲਾਂ ਗੁੱਲਾਂ ਇੱਦਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ। ਫਿਰ ਸਾਨੂੰ ਪਤਾ ਲੱਗਾ ਵੀ ਅਨਲੀਗਲ ਤੁਸੀਂ ਹੋ ਗਏ ਇੱਥੇ, ਤੇ ਆਹ ਕੰਮ ਖਰਾਬ ਹੋਣਾ ਇੱਥੇ, ਕੀ ਪੁਲਿਸ ਵੀ ਫੜ ਲੈਂਦੀ ਇੱਥੇ, ਜਾਣੀ ਕਿ ਸਾਰਾ ਕੁਝ। ਜਾਣੀ ਕਿ ਫਿਰ ਪਤਾ ਲੱਗ ਗਿਆ। ਫਿਰ ਅਸੀਂ ਇਹਨਾਂ ਨੂੰ ਕਿਹਾ, ਮੈਂ ਕਿਹਾ ਵੀ ਇਹ ਮੈਂ ਅਨਲੀਗਲ ਹੋ ਗਿਆ ਤੇ ਤੁਹਾਡਾ ਵੀਜ਼ਾ ਨਹੀਂ ਲੱਗਾ ਹੈਗਾ। ਤੇ ਇਹ ਪਤਾ ਕੀ ਕਹਿੰਦੇ ਨਹੀਂ ਅਸੀਂ ਨਾ ਤੇਰਾ ਜਿਹੜਾ ਪਾਸਪੋਰਟ ਜਿਹੜਾ ਨਾ ਉਹ ਜਿਹੜਾ ਬਣਾ ਕੇ ਨਾ ਤੈਨੂੰ ਭੇਜਣਾ ਆਪਾਂ। ਮੈਂ ਕਿਹਾ ਠੀਕ ਆ ਜੀ, ਆਹ ਗੱਲ ਬਾਤ ਹੈ। ਇਹਨਾਂ ਨੇ ਪਾਸਪੋਰਟ ਜਾਣੀ ਕਿ ਜਿਹੜਾ ਇਹਨੇ ਮੇਰਾ ਯੂਕਰੇਨ ਦਾ ਬਣਾ ਕੇ ਕਹਿੰਦੇ ਭੇਜਣਾ। ਪਹਿਲਾਂ ਇਹਨਾਂ ਨੇ ਇੱਦਾਂ ਕੀਤਾ, ਸਾਨੂੰ ਲੈ ਕੇ ਸਲਵਾਗ, ਉੱਥੇ ਉਜਗਰੋ ਸ਼ਹਿਰ ਪੈਂਦਾ ਇੱਕ, ਸਲਵਾਗ ਦੇ ਬਾਰਡਰ ਲਾਗੇ, ਉੱਥੇ ਲੈ ਗਏ ਸਾਨੂੰ। ਤੇ ਬਾਰਡਰ 'ਤੇ ਲੈ ਗਏ ਜੀ। ਉਹ ਤਕਰੀਬਨ ਉਹ ਹੈ ਹੀ ਬਾਰਡਰ ਸਲਵਾਗ ਦੇ ਵਿੱਚ ਹੀ ਨਾਲ, ਜਾਣੀ ਕਿ ਸਾਹਮਣੇ ਰੁੱਖ ਦੀ ਉਹਨਾਂ ਨੇ ਸਭ ਕੁਝ, ਜਾਣੀ ਕਿ ਵਧੀਆ, ਉਹ ਬਿਲਕੁਲ ਕੋਨੇ 'ਤੇ ਆ ਸਲਵਾਗ ਦੇ ਬਾਰਡਰ, ਜਿਹੜਾ ਸ਼ੰਜਨ ਕੰਟਰੀ ਆ। ਉਹ ਉਜਗਰੋ ਲੈ ਕੇ ਉੱਥੇ ਆ ਕੇ ਇਹਨਾਂ ਨੇ ਫੜਾ ਦਿੱਤਾ ਸਾਨੂੰ। ਤੇ ਸਾਨੂੰ ਉਦੋਂ ਵੀ ਘਰਦਿਆਂ ਨੇ ਪੈਸੇ ਪੂਸੇ ਦਿੱਤੇ ਹੋਏ, ਤੇ ਇੱਥੇ ਕਿਸੇ ਨੂੰ ਉੱਥੇ ਉਹਨਾਂ ਨੇ ਜਿਨ੍ਹਾਂ ਨੇ ਫੜਿਆ ਸੀ ਮਾਫੀਆ ਵਾਲਿਆਂ ਨੇ, ਤੇ ਉਹਨਾਂ ਨੇ ਫਿਰ ਨਾ ਇੱਕ ਪਾਕਿਸਤਾਨੀ ਪਾਇਆ ਸੀ ਟਰਾਂਸਲੇਟਰ ਵਿੱਚ, ਠੀਕ ਹੈ ਨਾ। ਉਹਦੇ ਜ਼ਰੀਏ ਨਾ ਉਹਨਾਂ ਨੇ ਪੈਸੇ ਲਏ ਸੀਗੇ, ਇੱਥੇ ਹਰਿਆਣੇ ਡੈਡੀ ਹੁਣੀ ਦੇ ਕੇ ਆਏ ਸੀਗੇ। ਹਾਂਜੀ। ਤੇ ਉਹ ਦੇ ਕੇ ਆਈ ਪੈਸੇ, ਤੇ ਫਿਰ ਇਹਨਾਂ ਨੇ ਛੱਡਿਆ ਸੀਗਾ ਮੈਨੂੰ। ਤੇ ਉਹ ਫਿਰ ਨਹੀਂ ਕੁਛ ਪਤਾ ਸੀਗਾ, ਉਹ ਵੀ ਕਿਰਾਇਆ ਇੰਨੇ ਸੀਗਾ, ਵੀ ਬਾਅਦ 'ਚ ਪਤਾ ਲੱਗਾ ਸਾਰਾ। ਫਿਰ ਜੀ ਆ ਗਏ ਅਸੀਂ, ਆ ਗਏ ਤੇ ਕੋਈ ਗੱਲ ਨਹੀਂ। ਮੈਂ ਕਿਹਾ ਵੀ ਆਹ ਗੱਲ ਬਾਰੇ ਇੱਦਾਂ ਕਰਕੇ, ਨਹੀਂ ਜੀ ਮੈਂ ਕਿਹਾ ਨਹੀਂ, ਮੈਂ ਨਾ ਨਹੀਂ ਜਾਣਾ ਹੈਗਾ ਤੁਹਾਡੇ ਨਾਲ, ਮੈਂ ਇੰਡੀਆ ਚੱਲ ਜਾਣਾ ਵਾਪਸ। ਇਹਨਾਂ ਨੇ ਮੇਰਾ ਫਿਰ ਇੰਡੀਆ ਦਾ ਪਾਸਪੋਰਟ ਪਾੜ ਦਿੱਤਾ, ਸੀਗਾ। ਤੇ ਉਹ ਪਾਸਪੋਰਟ ਦਾ ਏਜੰਟ ਨੇ ਪਾੜਿਆ ਸੀਗਾ, ਉਹ ਬਾਅਦ 'ਚ ਪਤਾ ਲੱਗਾ। ਪਹਿਲਾਂ ਯਕੀਨ ਨਹੀਂ ਹੁੰਦਾ, ਇੰਨੇ ਮੁੰਡੇ ਰਹਿੰਦੇ, ਚਲੋ ਪਤਾ ਨਹੀਂ ਕਿੰਨੇ ਪਾੜ ਦਿੱਤਾ, ਕੀ ਗੱਲਬਾਤ ਆ। ਉਹ ਪਾੜਿਆ ਏਜੰਟ ਜਿਹਦੇ ਕਿਉਂਕਿ ਤੁਸੀਂ ਸੋਚਿਆ ਸੀਗਾ ਕਿ ਪਿੰਡ ਤੋਂ ਹੀ ਏਜੰਟ ਹੈਗਾ ਤੇ ਉਹਦੇ ਨਾਲ ਹੀ ਉਹ ਹੀ ਭੇਜ ਦੇਗਾ ਮੈਨੂੰ ਕਿ ਬਾਹਰ ਨਹੀਂ ਜਾਣਾ, ਤਾਂ ਉਹਨੇ ਹੀ ਬਾਅਦ 'ਚੋਂ ਧੋਖਾ ਦੇ ਦਿੱਤਾ। ਬਿਲਕੁਲ ਜੀ। ਪਤਾ ਕੀ ਗੱਲ ਆ, ਇਹ ਹੁਣ ਜਿਹੜਾ ਅੱਗੇ ਬੰਦਾ ਸੀ ਨਾ, ਉਹ ਵੀ ਇਹਨਾਂ ਦਾ ਹੀ ਬੰਦਾ ਸੀਗਾ। ਇਹਨਾਂ ਨੇ ਕਹਿੰਦੇ ਸਾਂਭਦਾ ਸੀ, ਸਭ ਕੁਛ ਇਹਨਾਂ ਦਾ ਕਰਦਾ ਸੀਗਾ, ਜੋ ਇਹ ਕਹਿੰਦੇ ਸੀ ਉਹ ਕਰਦਾ ਸੀਗਾ। ਉਹਦਾ ਸਾਨੂੰ ਪਤਾ ਸੀਗਾ, ਕਿਉਂਕਿ ਸਾਨੂੰ ਫੋਨ ਆਉਂਦਾ ਹੁੰਦਾ ਸੀਗਾ। ਆਹ ਗੱਲਬਾਤ ਆ, ਆਹ ਚੱਕਰ ਪਿਆ। ਤੇ ਇਹ ਉਹਨਾਂ ਨੇ ਮੈਨੇ ਜਾਣੀ ਕਿ ਪਾਸਪੋਰਟ ਪਾੜਤਾ, ਪਤਾ ਨਹੀਂ ਲੱਗਾ ਮੈਨੂੰ ਪਾਸਪੋਰਟ ਜਾਣੀ ਕਿੱਥੇ ਕਿੰਨੇ ਪਾੜਿਆ। ਫਿਰ ਉਹ ਏਜੰਟ ਦਾ ਰਿਸ਼ਤੇਦਾਰ ਸੀਗਾ, ਤੇ ਉਹਨੇ ਜਾਣੀ ਕਿ ਦੇਖਿਆ, ਉਹਨੇ ਜਾਣੀ ਕਿ ਲੜਿਆ ਸੀਗਾ ਉਹਦੇ ਨਾਲ, ਰਿਸ਼ਤੇਦਾਰ ਸੀਗਾ, ਜਾਣੀ ਕਿ ਖਾਸ ਕਹਿੰਦੇ ਆ ਨਾ ਇੱਦਾਂ ਰਿਸ਼ਤੇਦਾਰੀ ਹੁੰਦੀ। ਫਿਰ ਵੀ ਉਹਨੇ ਮੈਨੂੰ ਦੱਸਿਆ, ਫਿਰ ਉਹਨੇ ਸ਼ਰਾਬ ਪੀਤੀ ਰਾਤੀ, ਤੇ ਉਹ ਮੇਰੇ ਕੋਲ ਆਇਆ, ਉਹਦੇ ਪਾਰਕ 'ਚ ਬੈਠਾ, ਮੈਂ ਉਹ ਉਦਾਸ ਜਿਹਾ ਬੈਠਾ। ਉਹਨੇ ਦੱਸਿਆ ਸੀਗਾ, ਕਹਿੰਦਾ ਵੀ ਤੂੰ ਲੜੀ ਜਾਂਦਾ ਕਦੀ ਕਿਸੇ ਨਾਲ, ਤੇਰਾ ਪਾਸਪੋਰਟ ਤੇ ਮੇਰੇ ਬੰਦੇ ਰਿਸ਼ਤੇਦਾਰ ਨੇ ਪਾੜਿਆ, ਏਜੰਟ ਨੇ ਪਾੜਿਆ, ਕਹਿੰਦਾ ਪਾਸਪੋਰਟ ਤੇਰਾ। ਤੇ ਆਹ ਗੱਲ ਬਾਤ ਆ। ਕਿਉਂਕਿ ਤੁਸੀਂ ਉਦੋਂ ਏਜੰਟ ਨੂੰ ਪੁੱਛਿਆ ਨਹੀਂ ਕਿ ਇਦਾਂ ਕਿਉਂ ਕੀਤਾ? ਮੈਂ ਪੁੱਛਿਆ ਸੀਗਾ, ਭਲਾ ਕੌਣ ਮੰਨਦਾ ਜੀ। ਹੁਣ ਉਹਨੇ ਮੈਨੂੰ ਉਹਨੇ ਜਿੱਦਾਂ ਕਹਿੰਦੇ ਨੇ ਇੱਦਾਂ, ਹੁਣ ਬੰਦਾ ਫਸ ਜਾਂਦਾ ਕਸੂਤਾ, ਜਿੱਦਾਂ ਮਤਲਬ ਉਹਨੇ ਮੈਨੂੰ ਦੱਸ ਦਿੱਤੀ ਗੱਲ। ਉਹ ਫਿਰ ਉਹਨੇ ਬੰਦਾ, ਫਿਰ ਜੇ ਮੈਂ ਉਹਨੂੰ ਕਹਿ ਦਿੰਦਾ, ਫਿਰ ਉਹੋ ਜਿਹੇ ਹੈ ਨਹੀਂ ਸੀਗੇ। ਜੇ ਮੈਂ ਉਹਨੂੰ ਏਜੰਟ ਨੂੰ ਸਿੱਧਾ ਕਹਿ ਦਿੰਦਾ ਕਿ ਤੂੰ ਮੇਰਾ ਪਾਸਪੋਰਟ ਪਾੜਿਆ, ਤੇ ਰਿਸ਼ਤੇਦਾਰੀ ਨੂੰ ਦੱਸਿਆ, ਫਿਰ ਮੈਡਮ ਜੀ ਤਾਂ ਫਿਰ ਉਹ ਕਹਿੰਦੇ ਨੇ, ਕਹਿੰਦਾ ਵੀ ਮੇਰੇ ਤੋਂ ਹੁਣ ਜੇ ਤੈਨੂੰ ਦੱਸਦੀ ਸੀ ਤੂੰ ਗਾਂਹ ਕਰ ਦਿੱਤੀ, ਕਿ ਤੂੰ ਤਕਲੀਫ ਦੇ ਵਿੱਚ ਤੈਨੂੰ ਤਾਂ ਦੱਸਿਆ, ਤੈਨੂੰ ਪਤਾ ਨਹੀਂ ਲੱਗਦਾ ਸੀਗਾ। ਚਲੋ ਫਿਰ ਬਾਅਦ ਚੁੱਪ ਕਰ। ਮੈਂ ਹੈ ਨਾ ਫਿਰ ਅਗਲੇ ਦਿਨ ਕਿਹਾ, ਮੈਂ ਕਿਹਾ ਮੈਂ ਇੰਡੀਆ ਵਾਪਸ ਚੱਲ ਜਾਣਾ, ਆਊਟ ਪਾਸ ਲੈ ਕੇ। ਇਹ ਕਹਿੰਦੇ ਨਹੀਂ ਵੀ ਤੇਰਾ ਨਾ ਅਸੀਂ ਨਾ ਉਹ ਪਾਸਪੋਰਟ ਜਾਣੀ ਕਿ ਬਣਾ ਦਿੱਤਾ, ਪਾਸਪੋਰਟ ਬਣਾ ਦਿੱਤਾ ਤੇਰਾ, ਤੇ ਮੈਨੂੰ ਵਟਸਐਪ 'ਤੇ ਫੋਟੋ ਸੈਂਡ ਕਰ ਦਿੱਤੀ। ਕਹਿੰਦਾ ਇਹ ਆਹ ਗੱਲ ਬਾਰੇ ਪਾਸਪੋਰਟ ਬਣਾ ਤੈਨੂੰ ਇੱਥੇ ਭੇਜਣਾ। ਉਹ ਅਗਲੇ ਦਿਨ ਜਦੋਂ ਫੋਟੋ ਆਈ, ਮੈਂ ਪਾਸਪੋਰਟ ਦੇਖਿਆ, ਉਹਦੇ ਵਿੱਚ ਨਾ ਕੋਈ ਮੇਰਾ ਨਾਮ ਸਹੀ ਸੀਗਾ, ਤੇ ਉਮਰ ਵੀ ਬਹੁਤ ਜ਼ਿਆਦਾ ਸੀਗੀ। ਮੈਂ ਕਿਹਾ ਯਾਰ ਆਹ ਭਾਈ ਸਿੱਧਾ ਫਰੋਡ ਹੀ ਆ ਪੂਰਾ ਯਾਰ, ਇੱਦਾਂ ਮੈਂ ਨਹੀਂ ਕਰਨਾ ਹੈਗਾ। ਕਹਿੰਦਾ ਨਹੀਂ ਇੱਦਾਂ ਹੀ ਹੁੰਦਾ ਕੰਮ, ਕਹਿੰਦਾ ਮੈਂ ਕਰਨਾ ਆ, ਜਾਣੀ ਕਿ ਅਸੀਂ ਕਰਦੇ ਰਹੇ ਹਾਂ। ਤੇ ਮੈਂ ਫਿਰ ਚੁੱਪ ਕਰਕੇ ਮੈਂ ਕਿਹਾ ਨਹੀਂ ਵੀ ਇੱਦਾਂ ਨਹੀਂ। ਤੇ ਮੈਂ ਕਿਹਾ ਮੈਂ ਨਹੀਂ ਕਰਨਾ ਹੈਗਾ। ਮੈਂ ਰਾਤ ਨੂੰ ਜਵਾਬ ਦੇ ਦਿੱਤਾ। ਸਵੇਰੇ ਕਹਿੰਦੇ ਘਰ ਚੇਂਜ ਕਰਨਗੇ, ਦੋ ਬੰਦੇ ਕਰਕੇ ਭੇਜਦੇ, ਕਿਉਂਕਿ ਮੇਰੇ ਕੋਲ ਡਾਕੂਮੈਂਟ ਹੋਰ ਵੀ ਮੁੰਡੇ ਸੀ ਜਿਹਨਾਂ ਕੋਲ ਡਾਕੂਮੈਂਟ ਹੈ ਨਹੀਂ ਸੀਗੇ। ਫਿਰ ਕਾਫੀ ਬਚਾ ਕੇ ਜਾਣਾ ਪੈਂਦਾ। ਹਾਂਜੀ। ਤੇ ਫਿਰ ਇੱਦਾਂ ਹੁੰਦੀ ਨਾ, ਉਹ ਦੋ ਕਰਕੇ ਚੱਲ ਗਏ। ਉਹ ਜਿਹੜਾ ਇੱਕ ਨਾਲ ਦਾ ਮੁੰਡਾ ਸੀਗਾ, ਉਹ
ਉਹ ਜਾਣੀ ਕਿ ਥੋੜਾ ਜਾਣੀ ਕਿ ਪੁਰਾਣਾ ਹੈ, ਥੋੜਾ ਮੇਰੇ ਤੋਂ ਜ਼ਿਆਦਾ ਟਾਈਮ ਹੋ ਗਿਆ ਸੀ ਆਏ ਨੂੰ। ਤੁਸੀਂ ਉਹ ਵੀ ਜਾਣੀ ਕਿ ਏਜੰਟ ਦਾ ਬੰਦਾ ਸੀ, ਜਾਣੀ ਕਿ ਏਜੰਟ ਜਾਣੀ ਕਿ ਇਦਾਂ ਉਹਦੀ ਰੋਟੀ ਪਾਣੀ ਦਾ ਵੀ ਖਰਚਾ ਜਾਣੀ ਕਿ ਉਹ ਚੱਕਦਾ ਸੀਗਾ ਏਜੰਟ। ਉਹ ਇਦਾਂ ਕਹਿੰਦੇ ਖਾਸ ਹੁੰਦਾ ਉਹਦਾ ਬੰਦਾ। ਉਹਲਾ ਮੈਨੂੰ ਭੇਜਿਆ ਤੇ ਨਾ ਉਹ ਜਿੱਦਾਂ ਮੈਟਰੋ ਆਈ ਆ, ਉਹ ਕਹਿੰਦਾ ਭਾਈ ਇਦਾਂ ਕਰਦੇ ਇੱਥੋਂ ਇਕੱਲੇ ਇਕੱਲੇ ਕਰਕੇ ਲੰਘਦੇ ਆਪਾਂ, ਜੇ ਆਪਾਂ ਦੋ ਸ਼ਹਿਰ ਕੋਈ ਹੁੰਦੇ ਨਹੀਂ ਜਾਰੀ ਜਾਣੇ ਦੇਖ ਕੇ ਅਗਲੇ ਕਹੇ ਕੋਈ ਪੁੱਛ ਹੀ ਲੈਂਦੇ ਹਾਂ ਵੀ ਡਾਕੂਮੈਂਟ। ਮੈਂ ਕਿਹਾ ਚੱਲ ਠੀਕ ਆ। ਉਹ ਜਿੱਦਾਂ ਹੀ ਲੰਘਿਆ ਕਹਿੰਦਾ ਅਗਲੀ ਮੈਟਰੋ ਤੂੰ ਚੜੀ। ਮੈਂ ਕਿਹਾ ਠੀਕ ਆ। ਉਹ ਪਹਿਲੀ ਮੈਟਰੋ ਚੜ੍ਹ ਗਿਆ, ਦੂਜੀ ਜਾਣੀ ਕਿ ਚੜ੍ਹਨ ਨੂੰ ਗਿਆ ਹੀ ਆ। ਜਿੱਦਾਂ ਹੀ ਉਹਨੇ ਰੋਡ ਜਿਹਾ ਕਰੋਸ ਕੀਤਾ ਬੱਤੀਆਂ ਵਾਲਾ, ਤੇ ਪਿੱਛੇ ਪੁਲਿਸ ਆ ਗਈ ਉਸੇ ਟਾਈਮ। ਉਹਨਾਂ ਨੇ ਮੈਨੂੰ ਫੜ ਲਿਆ ਤੇ ਮੈਨੂੰ ਕਹਿੰਦੇ ਕਿ ਡਾਕੂਮੈਂਟ ਹੈਗੇ ਤੇਰੇ ਕੋਲ। ਮੈਂ ਇੰਗਲਿਸ਼ 'ਚ ਪੁੱਛਿਆ ਉਹਨਾਂ ਨੇ। ਮੈਂ ਕਿਹਾ ਚੁੱਪ ਕਰ ਗਿਆ, ਮੈਨੂੰ ਕੋਈ ਜਵਾਬ ਨਾ ਆਵੇ। ਮੈਂ ਕਿਹਾ ਜੇ ਮੈਂ ਇਹਨਾਂ ਨੂੰ ਕਹਿ ਤਾ ਕਿ ਨਹੀਂ ਹੈਗੇ ਤੇ ਫਿਰ ਮੈਂ ਕਹਿੰਦਾ ਫੜ ਲੈਣਾ, ਤੇ ਜੇ ਮੈਂ ਕਿਹਾ ਹੈਗੇ ਤਾਂ ਮੈਨੂੰ ਦਿਖਾਉਣੇ ਪੈਣੇ ਆ। ਤੇ ਆਹ ਗੱਲਬਾਤ ਆ। ਮੈਂ ਫਿਰ ਚੁੱਪ ਕਰ ਗਿਆ। ਉਹਨਾਂ ਨੇ ਫਿਰ ਗੁੱਟੋ ਫੜ ਕੇ ਬਿਠਾ ਲਿਆ ਮੈਨੂੰ ਵਿੱਚ ਗੱਡੀ 'ਚ ਬਿਠਾ ਲਿਆ। ਤਕਰੀਬਨ ਜਾਣੀ ਕਿ ਅੰਦਰ ਹੀ ਚੌਂਕੀ ਸੀ ਛੋਟੀ ਜਿਹੀ, ਜਾਣੀ ਕਿ ਠਾਣਾ ਜਿਹਨੂੰ ਕਹਿੰਦੇ ਨੇ, ਇਸ ਤਰੀਕੇ ਦਾ ਦਫ਼ਤਰ ਟਾਈਪ ਦਾ ਸੀਗਾ। ਉੱਥੇ ਲੈ ਗਏ ਤੇ ਉੱਥੇ ਜਾਂਦਿਆਂ ਨੂੰ ਇੱਕ ਟਰਾਂਸਲੇਟਰ ਬੈਠਾ ਸੀ ਅਫਗਾਨਿਸਤਾਨ ਦਾ। ਤੇ ਉਹ ਕਹਿੰਦਾ ਉਹਨੇ ਦੱਸਿਆ ਕਿ ਮੈਂ ਤੇਰਾ ਟਰਾਂਸਲੇਟਰ ਆ, ਤੈਨੂੰ ਜਾਣੀ ਕਿ ਹਿੰਦੀ ਆਉਂਦੀ ਆ। ਮੈਂ ਕਿਹਾ ਹਾਂ ਆਉਂਦੀ ਆ ਹਿੰਦੀ, ਕਿਉਂਕਿ ਉਹਨਾਂ ਨੇ ਉਸ ਹਿਸਾਬ ਦਾ ਟਰਾਂਸਲੇਟਰ ਉਹਨਾਂ ਦਾ ਕੰਮ ਹੀ ਇਹੋ ਆ। ਉਹ ਫਿਰ ਮੈਨੂੰ ਸਭ ਕੁਛ ਅਫਗਾਨਿਸਤਾਨ ਵਾਲਿਆਂ ਨੇ ਦੱਸਿਆ ਟਰਾਂਸਲੇਟਰ ਨੇ। ਕਹਿੰਦਾ ਇੱਥੇ ਕਈ ਹੁੰਦੇ ਤੁਹਾਡੇ ਵਰਗੇ ਇੱਦਾਂ ਹੀ ਏਜੰਟ ਕਰਦੇ ਆ, ਆਪ ਹੀ ਫੜਾ ਦਿੰਦੇ। ਕਹਿੰਦਾ ਮੇਰਾ ਕੰਮ ਹੀ ਕਹਿੰਦਾ ਇਹ ਆ। ਕਹਿੰਦਾ ਮੈਂ ਅੱਜ ਇੱਥੇ ਆ, ਕੱਲ੍ਹ ਨੂੰ ਪਤਾ ਨਹੀਂ ਹੋਰ ਦਫ਼ਤਰ ਜਾਣਾ, ਪਰਸੋਂ ਹੋਰ ਦਫ਼ਤਰ ਜਾਣਾ। ਕਹਿੰਦਾ ਮੇਰਾ ਕੰਮ ਹੀ ਹੈ, ਮੈਂ ਪੈਸੇ ਲੈਣਾ ਇਸ ਕੰਮ ਦੇ। ਅਤੇ ਉਹ ਬੈਠਾ ਸੀਗਾ ਜਾਂਦਿਆਂ ਨੂੰ। ਅਤੇ ਉਹਨੇ ਮੈਨੂੰ ਕਿਹਾ ਕਹਿੰਦਾ ਭਾਈ ਤੇਰੇ ਡਾਕੂਮੈਂਟ ਹੈ ਨਹੀਂ ਗੇ। ਮੈਂ ਕਿਹਾ ਹੈਗੇ ਮੇਰੇ ਕੋਲ ਡਾਕੂਮੈਂਟ। ਮੈਂ ਕਿਹਾ ਮੇਰਾ ਪਾਸਪੋਰਟ ਫਟ ਗਿਆ, ਮੈਂ ਆਊਟ ਤੇ ਚੱਲ ਜਾਣਾ। ਮੈਂ ਕਿਹਾ ਮੇਰੇ ਕੋਲ ਪਾਸਪੋਰਟ ਤਾਂ ਹੈਗੇ ਆ, ਮੈਂ ਪਾਸਪੋਰਟ ਚੈੱਕ ਕਰ ਲਓ, ਮੈਂ ਲੀਗਲ ਤਰੀਕੇ ਨਾਲ ਐਂਟਰੀ ਕੀਤੀ। ਮੈਂ ਤਾਂ ਦੱਸਤਾ, ਮੈਂ ਕਿਹਾ ਰਿਪੋਰਟ ਕਰ ਦੇਣਗੇ। ਅਤੇ ਉਹਨੇ ਕਹਿੰਦਾ ਨਹੀਂ ਬਈ ਉਹ ਨਹੀਂ ਚੱਕਰ ਹੈਗਾ। ਕਹਿੰਦਾ ਬਈ ਤੂੰ ਡੁਪਲੀਕੇਟ ਪਾਸਪੋਰਟ ਬਣਾਇਆ। ਫਿਰ ਮੈਂ ਸੋਚਾਂ ਹੀ 'ਚ ਪੈ ਗਿਆ। ਮੈਂ ਕਿਹਾ ਯਾਰ ਜਿੱਦਾਂ ਮਤਲਬ ਨਾ ਕਿ ਮੈਨੂੰ ਪਤਾ ਜਾਂ ਮੇਰੇ ਏਜੰਟ ਨੂੰ ਹੀ ਪਤਾ ਆ ਕਿ ਇਹ ਪਾਸਪੋਰਟ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਪੁਲਿਸ ਵਾਲਿਆਂ ਨੂੰ। ਇੱਕ ਵਾਰੀ ਝਟਕਾ ਲੱਗਦਾ ਹੀ ਆ ਦਿਮਾਗ ਨੂੰ। ਅਤੇ ਮੈਂ ਚੁੱਪ ਕਰ ਗਿਆ। ਮੈਂ ਕਿਹਾ ਨਹੀਂ, ਮੈਂ ਚੁੱਪ ਕਰਕੇ ਫਿਰ ਮੈਂ ਮੰਨਣਾ ਹੀ ਨਾ। ਮੈਂ ਕਿਹਾ ਨਹੀਂ ਜੀ ਇੱਦਾਂ ਨਹੀਂ, ਇਹ ਜਿਹੜਾ ਪਾਸਪੋਰਟ ਮੇਰਾ ਹੈ ਹੀ ਨਹੀਂ ਗਾ। ਉਹਨਾਂ ਫਿਰ ਰੀਜਨਲ ਚੱਕ ਕੇ ਮੇਰੇ ਅੱਗੇ ਰੱਖਤਾ। ਓਰੀਜਨਲ ਅੱਗੇ ਰੱਖਤਾ ਫਿਰ ਹੋਰ ਜ਼ਿਆਦਾ ਹੋ ਗਿਆ। ਮੈਂ ਕਿਹਾ ਮੇਰੇ ਕੋਲ ਫੋਟੋ ਕਾਪੀ ਆਈ ਸੀ, ਉਹ ਓਰੀਜਨਲ ਪੂਰਾ ਹੀ ਦਿੱਤਾ ਸੀ ਉਹਨਾਂ ਨੇ। ਮੈਂ ਫਿਰ ਚੁੱਪ ਕਰ ਗਿਆ। ਉਹ ਕਹਿੰਦਾ ਕੋਈ ਗੱਲ ਨਹੀਂ। ਫਿਰ ਕਿਤੇ ਨਾ ਕਿਤੇ ਏਜੰਟ ਹੀ ਨਾਲ ਉਹਨਾਂ ਦੇ ਰਲਿਆ ਹੋਇਆ ਸੀ। ਫਿਰ ਉਹਨੇ ਅਫਗਾਨਿਸਤਾਨ ਵਾਲੇ ਟਰਾਂਸਲੇਟਰ ਨੇ ਫਿਰ ਹੀ ਦੱਸਿਆ ਸੀਗਾ। ਉਹ ਕਹਿੰਦਾ ਸੀਗਾ ਕਿ ਇਹ ਏਜੰਟਾਂ ਦਾ ਕੰਮ ਆ। ਕਹਿੰਦਾ ਇਹ ਤਾਂ ਇੱਦਾਂ ਹੀ ਕਰਦੇ। ਕਹਿੰਦਾ ਇਹ ਨਹੀਂ ਇੰਡੀਆ ਦੇ ਜਾਂ ਜ਼ਿਆਦਾ ਬੁਰੇ। ਕਹਿੰਦਾ ਪਾਕਿਸਤਾਨੀ ਵੀ ਕਹਿੰਦਾ ਇਹੀ ਕੰਮ ਕਰਦੇ ਏਜੰਟ। ਆਪ ਹੀ ਬੰਦਾ ਫੜਾ ਬੰਦ ਕਰਕੇ ਜਿਹਨੇ ਉਹਨਾਂ ਤੇ ਵਿਸ਼ਵਾਸ ਕਰਦੇ ਆ ਉਹ ਗਲਤ ਹੈ। ਗਲਤ ਆ। ਕਹਿੰਦਾ ਆਪ ਹੀ ਬੰਦੇ ਉਹਨਾਂ ਨੇ ਫੜਾ ਦੇਣੇ ਆਪਣੇ ਜਿਹੜਾ ਅਨਲੀਗਲ ਆ। ਹੁਣ ਉਹਨਾਂ ਨੇ ਜਿੱਦਾਂ ਮੰਨ ਲਓ ਹੁਣ ਉਹਨਾਂ ਨੇ ਮੈਨੂੰ ਅਫਗਾਨਿਸਤਾਨ ਨੇ ਕਿਹਾ ਕਹਿੰਦਾ ਕੋਈ ਗੱਲ ਡਰਨ ਦੀ ਲੋੜ ਨਹੀਂ, ਜਾਣੀ ਕਿ 2000 ਮੰਗਦੇ ਤੇ ਮੈਂ 1500 ਦੇ ਵਿੱਚ ਨਿਬੇੜ ਦਿੰਦਾ। ਜਾਣੀ ਗੱਲ $1500 ਦੀ। ਮੈਂ ਕਿਹਾ ਚੱਲ ਠੀਕ ਆ ਦੇ ਦੂੰਗਾ ਮੈਂ। ਅਤੇ ਇੰਨੀ ਗੱਲ ਹੋਈ ਆ। ਅਤੇ ਉਹ ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਟੈਨਸ਼ਨ ਨਾ। ਕਹਿੰਦਾ ਇਹ ਨਿੱਤ ਕੋਈ ਵੱਡੀ ਗੱਲ ਨਹੀਂ ਹੈਗੀ, ਤੂੰ ਕੋਈ ਸੁੱਤਾ ਨਹੀਂ ਫਸਿਆ ਇੰਨਾ। ਮੈਂ ਚੁੱਪ ਕਰ ਗਿਆ। ਮੈਂ ਕਿਹਾ ਠੀਕ ਆ। ਅਤੇ ਇਹਨਾਂ ਨੂੰ ਹੁਣ ਉਹ ਕੋਈ ਵੱਡਾ ਅਫਸਰ ਆਇਆ ਅਚਾਨਕ ਹੀ ਆਇਆ। ਅਤੇ ਐਵੇਂ ਜਾਣੀ ਕਿ ਆਇਆ ਅਤੇ ਖੜ੍ਹੇ ਹੋ ਗਏ ਜਿਹੜੇ ਛੋਟੇ ਅਫਸਰ ਖੜ੍ਹੇ ਹੋਏ, ਸਲੂਟ ਜਿਹੇ ਮਾਰੇ ਇਹਨਾਂ ਨੇ। ਅਤੇ ਉਹ ਫਿਰ ਦੇਖ ਕੇ ਪਤਾ ਨਹੀਂ ਕੀ ਉਹਨਾਂ ਨਾਲ ਗੱਲ ਕੀਤੀ ਗੱਲ। ਉਹ ਖਰੇ ਮੇਰੇ ਬਾਰੇ ਪੁੱਛਦਾ ਸੀਗਾ। ਉਹ ਫਿਰ ਚਲਾ ਗਿਆ ਗਾਂਹ ਨੂੰ ਚਲਾ ਗਿਆ। ਫਿਰ 15-20 ਮਿੰਟਾਂ ਤੱਕ ਉਹ ਫਿਰ ਵਾਪਸ ਆ ਗਿਆ। ਅਤੇ ਮੈਂ ਇੱਦਾਂ ਬੈਠਾ ਸੀਗਾ ਅਤੇ ਇੱਦਾਂ ਸਾਹਮਣੇ ਟੇਬਲ 'ਤੇ ਟੇਬਲ ਦੇ ਉੱਤੇ ਉਹ ਪਾਸਪੋਰਟ ਪਿਆ ਸੀਗਾ ਜਿਹੜਾ ਮੇਰਾ ਉਹਨਾਂ ਨੇ ਬਣਾਇਆ ਸੀ ਏਜੰਟ ਨੇ। ਅਤੇ ਉਹ ਜਾਂ ਲੰਘਦਾ ਉਹਨੇ ਫੜਿਆ ਪਾਸਪੋਰਟ 'ਤੇ, ਉਹਨੇ ਚੈੱਕ ਕੀਤਾ ਜਿੱਦਾਂ ਨਾਮ ਜਾਣੀ ਕਿ ਪੜ੍ਹਿਆ ਪਾਸਪੋਰਟ 'ਤੇ। ਅਤੇ ਪਾਸਪੋਰਟ 'ਤੇ ਨਾਮ ਜਿਹਾ ਪੜ੍ਹ ਕੇ ਬੜੇ ਧਿਆਨ ਨਾਲ ਦੇਖ ਕੇ ਨਾ ਉਹ ਕੰਪਿਊਟਰ 'ਤੇ ਆ ਕੇ ਬਹਿ ਗਿਆ। ਉਹਨੇ ਮਾਰਿਆ ਜਦੋਂ ਉਹਨੂੰ ਖਰੇ ਕੰਪਿਊਟਰ ਦਾ ਰਿਕਾਰਡ ਉਹਨੇ ਖੋਲ੍ਹ ਲਿਆ। ਰਿਕਾਰਡ ਖੋਲ੍ਹਿਆ ਅਤੇ ਉਹਨੇ ਜਦੋਂ ਮੇਰੇ ਵੱਲ ਬੜੇ ਜਾਣੀ ਗੁੱਸੇ ਨਾਲ ਦੇਖਿਆ ਉਹਨੇ ਮੇਰੇ ਵੱਲ ਕਿ ਨਾ ਬਾਅਦ ਵਿੱਚ ਮੈਨੂੰ ਕਹੀ ਜਾਵੇ ਰੁਸਕੀ ਪਾਣੀ ਮਾਸੀ, ਜਾਣੀ ਕਿ ਇੱਦਾਂ ਹੀ ਰੁਸਕੀ ਮਤਲਬ ਕਿ ਮੇਰਾ ਪੁੱਛੀ ਜਾਵੇ ਵਾਰ ਕਿ ਹਾਂ ਤੈਨੂੰ ਭਾਸ਼ਾ ਆਉਂਦੀ ਆ ਅਤੇ ਇੱਦਾਂ ਬੋਲੀ ਜਾਵੇ। ਮੈਂ ਚੁੱਪ ਕਰ ਗਿਆ। ਫਿਰ ਨਾ ਉਹਨੇ ਉਸੇ ਵੇਲੇ ਸਾਰੇ ਉੱਤੇ ਤੱਕ ਫੋਨ ਲਾ ਦਿੱਤਾ। ਜਿੰਨੇ ਵੀ ਬੋਲੇ ਗਾਂਹ ਬੰਦੇ ਸੀ ਨਾ, ਸਾਰੇ ਵੱਡੇ ਅਫਸਰ ਸਾਰਿਆਂ ਨੂੰ ਫੋਨ ਲਾ ਦਿੱਤਾ। ਸਾਰੇ ਆ ਗਏ ਸੀਗੇ। ਪਰ ਇੰਨੀ ਗੱਲ ਸੀ ਉਹਨੂੰ ਵੀ ਸ਼ੋਰ ਸੀਗਾ, ਵੱਡੇ ਅਫਸਰ ਨੂੰ ਵੀ ਸ਼ੋਰ ਨਹੀਂ ਸੀਗਾ ਕਿ ਇਹ ਜਿਹੜਾ ਕਿ ਉਹ ਨਹੀਂ ਗਾ, ਜਾਣੀ ਕਿ ਇਹਦਾ ਧੋਖਾ ਹੋਇਆ। ਉਹ ਵੱਡਾ ਅਫਸਰ ਵੀ ਛੋਟੇ ਅਫਸਰਾਂ ਕੋਲ ਦੱਸਿਆ ਨਹੀਂ। ਉਹਨਾਂ ਨੇ ਤਾਂ ਇਹ ਬਿਆਨ ਲਿਖਾਏ ਗਏ ਆਪਣੇ, ਉਹਨਾਂ ਨੇ ਇਹ ਬਿਆਨ ਦਿੱਤੇ ਕਿ ਇਹ ਜਿਹੜਾ ਪਾਸਪੋਰਟ ਆ ਇਹ ਸਾਡੇ ਕੋਲ ਨਹੀਂ ਪਹਿਲਾਂ ਆਇਆ, ਇਹ ਮੁੰਡੇ ਦੇ ਕੋਲ ਹੀ ਫੜਿਆ ਸੀ। ਅੱਛਾ, ਉਹਨਾਂ ਨੇ ਦੱਸਿਆ ਨਹੀਂ, ਉਹ ਤੁਹਾਡੇ ਤੇ ਹੀ ਸੁੱਟਤਾ। ਹਾਂਜੀ, ਤੁਹਾਡੇ ਤੋਂ ਇਹ ਪਾਸਪੋਰਟ ਉਹਨਾਂ ਨੂੰ ਮਿਲਿਆ। ਮੈਡਮ ਇਹੀ ਮੇਨ ਜਾਣੀ ਕਿ ਬਾਹਰ ਜਿਹੜੇ ਜਾਂਦੇ ਆ ਧੋਖਾ ਬਹੁਤ ਜ਼ਿਆਦਾ ਹੁੰਦਾ ਹੈ ਨਾ। ਬਹੁਤ ਜ਼ਿਆਦਾ ਜੀ। ਪਤਾ ਗੱਲ ਜੋ
ਜੋ ਕਹਿੰਦੇ ਨੇ ਰੁਪਈਏ ਤੇ ਪੈਸੇ ਡਾਲਰਾਂ ਦੇ ਹਿਸਾਬ ਨਾਲ ਜਦੋਂ ਪੈਸੇ ਕਿੰਨੇ ਦੇ ਕੇ ਗਏ ਸੀ ਉੱਥੋਂ ਯੂਕਰੇਨ ਜਾਣ ਦੇ? ਅਸੀਂ 11 ਲੱਖ ਦੇਤਾ ਸੀ ਟੋਟਲ। 11 ਲੱਖ ਦਿੱਤਾ ਸੀਗਾ, ਉਸ ਤੋਂ ਬਾਅਦ ਫਿਰ ਵਾਪਸ ਵੀ ਆਣਾ ਪਿਆ, ਮਿੱਟੀ ਹੋ ਗਏ ਪੈਸੇ? ਮਿੱਟੀ ਉੱਥੋਂ ਵਾਪਸ ਆਇਆ ਤਾਂ ਫਿਰ ਆਉਂਦੇ ਫਿਰ ਘਰਦਿਆਂ ਨੇ ਬੜਾ ਕੁਛ ਕੀਤਾ, ਪੈਸੇ ਪੂਹੇ ਬੜੇ ਏਜੰਟਾਂ ਨੂੰ ਦਿੱਤੇ, ਇੱਥੇ ਸਾਡਾ ਮੁੰਡਾ ਲੱਭ ਜਾਏ, ਬੜਾ ਉਹਨਾਂ ਨੇ ਯਾਨੀ ਕਿ ਜੋ ਲਾਇਆ ਯਾਨੀ ਕਿ 25 ਲੱਖ ਰੁਪਇਆ ਟੋਟਲ ਲੱਗ ਗਿਆ ਵਾਪਸ ਆਉਣ ਤੱਕ। 25 ਲੱਖ ਰੁਪਏ ਮਿੱਟੀ ਹੋ ਗਈ? ਮਿੱਟੀ ਹੋ ਗਿਆ 25 ਲੱਖ ਜੀ। ਉਹ ਵੀ ਜ਼ਮੀਨ ਵੀ ਗਹਿਣੇ ਪਈ ਆ, ਸਭ ਕੁਛ ਯਾਨੀ ਘਰ ਵੀ ਆ ਵੀ ਸਭ ਜਿਹੜੀ ਜ਼ਮੀਨ ਸਭ ਗਹਿਣੇ ਪਈ ਆ। ਕੁਛ ਆੜਤੀਆਂ ਦੇ ਕੋਲੋਂ ਪੈਸੇ ਲਏ ਆ, ਫੜੇ ਆ। ਇਹ ਸਿਰਫ ਏਜੰਟ ਕਰਕੇ? ਬਸ ਹਾਂਜੀ, ਉਹੀ ਹੁਣ ਕੀ ਕਰ ਸਕਦੇ ਹਾਂ। ਅੱਛਾ, ਫਿਰ ਜੇਲ੍ਹ ਵਿੱਚ ਜਦੋਂ ਪਾਸਪੋਰਟ ਤੁਹਾਡਾ ਫੜਿਆ ਜਾਂਦਾ, ਉਹ ਕਹਿੰਦੇ ਬਿਆਨ ਇਹ ਦਰਜ ਕਰ ਦਿੰਦੇ ਕਿ ਤੁਸੀਂ ਤੁਹਾਡੇ ਕੋਲ ਹੀ ਉਹਨਾਂ ਨੇ ਪਾਸਪੋਰਟ ਫੜਿਆ, ਫਿਰ ਉਹ ਕੀ ਕਹਿੰਦੇ ਅੱਗੇ? ਫਿਰ ਉਹ ਜਦੋਂ ਨਾ ਉਹਨੇ ਉਹ ਤਾਂ ਬਿਆਨ ਪਹਿਲਾਂ ਲਿਖ ਦਿੱਤੇ ਸੀਗੇ, ਇਹ ਤਾਂ ਕੋਰਟ ਦੇ ਵਿੱਚ ਹੀ ਪਤਾ ਲੱਗਾ ਮੈਨੂੰ, ਠੀਕ ਹੈ ਨਾ। ਤੇ ਪਹਿਲਾਂ ਉਹ ਜਦੋਂ ਉਹਨਾਂ ਨੇ ਉਹ ਵੱਡੇ ਅਫਸਰ ਨੂੰ ਜੋ ਗੱਲ ਕਹੀ ਨਾ, ਛੋਟੇ ਅਫਸਰਾਂ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਪਾਸਪੋਰਟ ਮੁੰਡੇ ਤੋਂ ਹੀ ਫੜਿਆ। ਜੇ ਉਹ ਦੱਸ ਦਿੰਦੇ ਨਾ ਆਹ ਗੱਲਬਾਤ, ਫਿਰ ਵੀ ਵੱਡਾ ਅਫਸਰ ਜਿਹੜਾ ਹੁੰਦਾ ਨਾ ਉਹ ਕਹਿੰਦਾ ਵਾ ਨਹੀਂ ਐਡੀ ਛੇਤੀ ਸਟੈਪ ਨਹੀਂ ਚੱਕਦਾ। ਕਿ ਮੈਂ ਨਹੀਂ ਕਹਿੰਦਾ ਕਿ ਉਹ ਬੇ ਸਮਝੇ, ਬੜੇ ਸਮਝਦਾਰ ਆ ਉਹ, ਇਹੋ ਜਿਹੀ ਗੱਲ ਕੋਈ ਨਹੀਂ। ਉਹਨਾਂ ਨੇ ਗੱਲ ਲਾ ਦਿੱਤੀ ਪੂਰੀ, ਤਾਂ ਤੱਕ ਪਹੁੰਚਾਤੀ, ਉਦੋਂ ਤੁਹਾਨੂੰ ਗੱਡੀਆਂ ਹੋ ਗਈਆਂ, ਬਹੁਤ ਜਾਣੀ ਕਿ ਪੁਲਿਸ ਆਈ, ਸਾਰਾ ਵੀ ਕੋਈ ਵਾਂਟਡ ਸੀਗਾ ਉਹਦੇ ਨਾਮ ਤੇ ਤੁਹਾਡਾ ਪਾਸਪੋਰਟ? ਹਾਂਜੀ ਉਹਦੇ ਨਾਮ ਤੇ ਸੀਗਾ। ਤੇ ਉਹ ਗੱਲਬਾਤ ਉਹ ਗੱਡੀਆਂ ਆ ਗਈਆਂ ਬਹੁਤ ਸਾਰੀਆਂ, ਯਾਨੀ ਕਿ ਆ ਗਏ, ਮੈਨੂੰ ਸਮਝ ਨਹੀਂ ਲੱਗੇ, ਕੋਈ ਇੱਧਰੋਂ ਲੈਪਟਾਪ ਚੱਕੀ ਜਾਵੇ, ਕੋਈ ਇੱਧਰੋਂ ਕੰਨ ਨੂੰ ਫੋਨ ਲਾਇਆ, ਯਾਨੀ ਕਿ ਇਹ ਕੋਈ ਸਾਈਨ ਕਰਾਈ ਜਾਵੇ ਪੇਪਰਾਂ ਦੇ। ਮੈਂ ਕਰੀ ਗਿਆ। ਉਸ ਵਕਤ ਘਬਰਾਏ ਤਾਂ ਬਹੁਤ ਹੋਵੋਗੇ? ਕਿਉਂਕਿ ਘਬਰਾਇਆ ਤਾਂ ਬਹੁਤ ਹੋਇਆ, ਤੇ ਅਫਗਾਨਿਸਤਾਨ ਵਾਲੇ ਦੇ ਮੈਂ ਮੂੰਹ ਦੇਖਾਂ ਆਲਾ ਦੁਆਲਾ, ਤੇ ਉਹਨੂੰ ਤਾਂ ਉਹਨਾਂ ਨੇ ਬਾਹਰ ਕੱਢ ਦਿੱਤਾ ਸੀਗਾ। ਤੇ ਉਹ ਮੈਂ ਫਿਰ ਡਰ ਗਿਆ ਪੂਰਾ। ਤੇ ਫਿਰ ਅਫਗਾਨਿਸਤਾਨ ਵਾਲਿਆਂ ਨੂੰ ਸੱਦਿਆ, ਬਿਠਾਇਆ ਕੋਲ। ਨਜਾਇਜ਼ ਧੱਕਾ ਵੀ ਹੋਇਆ ਹੈ? ਹਾਂਜੀ ਜੇ ਉਹ ਨਾ ਅਫਗਾਨਿਸਤਾਨ ਵਾਲਿਆਂ ਨੂੰ ਬਿਠਾਇਆ, ਕਹਿੰਦੇ ਉਹਨਾਂ ਨੇ ਫਿਰ ਗੱਲ ਕਰਨੀ ਸ਼ੁਰੂ ਕੀਤੀ ਮੇਰੇ ਨਾਲ। ਉਹ ਕਹਿੰਦੇ ਤੂੰ ਉਹ ਬੰਦਾ ਜਿਹੜਾ ਪਾਸਪੋਰਟ ਤੇਰਾ ਆ? ਮੈਂ ਕਿਹਾ ਮੇਰਾ ਪਾਸਪੋਰਟ ਹੀ ਨਹੀਂ ਹੈਗਾ, ਇਹ ਤਾਂ ਡੁਪਲੀਕੇਟ ਪਾਸਪੋਰਟ ਮੇਰੇ ਏਜੰਟ ਨੇ ਬਣਾਇਆ। ਉਹ ਫਿਰ ਥੋੜਾ ਹੋਇਆ ਭਲਾ, ਉਹ ਹੁਣ ਵੱਡਾ ਅਫਸਰ ਵੀ ਜਿੱਦਾਂ ਕਹਿੰਦੇ ਨਾ ਹੁਣ ਤੀਰ ਕਮਾਨ ਦੇ ਵਿੱਚ ਕੱਢ ਦਿੱਤਾ, ਹੁਣ ਫਿਰ ਬੇਇੱਜ਼ਤੀ ਵਾਲੀ ਗੱਲ ਹੋ ਜਾਂਦੀ। ਆਹ ਗੱਲ ਬਾਤ ਆ। ਤੇ ਉਹ ਨਹੀਂ ਕਹਿੰਦਾ, ਉਹ ਫਿਰ ਵੀ ਇੱਕ ਉਹ ਵੀ ਗੱਲ ਹੋ ਜਾਂਦੀ। ਦੂਜਾ ਉਹ ਆਪਣੀ ਜਗ੍ਹਾ 'ਤੇ ਸਹੀ ਸੀਗਾ ਕਿ ਵਾਂਟਡ ਦਾ ਇੱਕ ਯਾਨੀ ਕਿ ਪਾਸਪੋਰਟ ਕਿਸੇ ਗਲਤ ਬੰਦੇ ਨਾਲ ਮੇਰੇ ਕੋਲ ਆਇਆ, ਮੇਰੇ ਹੱਥ, ਯਾਨੀ ਕਿ ਉਹਨੂੰ ਤਾਂ ਇਹੀ ਦੱਸਿਆ ਗਿਆ ਕਿ ਇਹਦੇ ਕੋਲ ਪਾਸਪੋਰਟ ਆਇਆ ਕਿੱਦਾਂ। ਇੱਕ ਵਾਰ ਯਾਨੀ ਕਿ ਪੱਕਾ ਤਾਂ ਹੋ ਗਿਆ, ਉਹਨਾਂ ਨੂੰ ਇੱਕ ਪੁਆਇੰਟ ਹੀ ਬਹੁਤ ਹੁੰਦਾ ਆ ਬੰਦੇ ਨੂੰ ਯਾਨੀ ਕਿ ਕਸੂਰਵਾਰ ਸਾਬਤ ਕਰਨ। ਉਹ ਤੇ ਆਹ ਗੱਲ ਮੇਨ ਤਾਂ ਵੱਡੀ ਗੱਲ ਹਾਂ ਸੀਗੀ। ਉਹਨੇ ਉਹ ਫਿਰ ਆਹ ਗੱਲਬਾਤ ਹੋ ਗਈ, ਉਹਨਾਂ ਨੇ ਖਿੱਚਿਆ ਫਿਰ ਪੂਰਾ ਮੈਨੂੰ, ਯਾਨੀ ਕਿ ਕਹਿੰਦਾ ਪਹਿਲਾਂ ਮੈਨੂੰ ਕਹਿਣ ਲੱਗ ਪਿਆ ਉਹਦਾ ਬੰਦਾ। ਫਿਰ ਬਾਬਾ ਚਿਰ ਮੱਥਾ ਮਾਰਿਆ ਉਹਨਾਂ ਨੇ, ਤੇ ਫਿਰ ਉਹਨਾਂ ਨੇ ਟਰਾਂਸਲੇਟਰ ਸੱਦਿਆ ਤੇ ਉਹਨੂੰ ਪੁੱਛਿਆ। ਉਹ ਫਿਰ ਉਹ ਵੀ ਗੱਲ ਝੂਠੀ ਨਿਕਲੀ। ਮੈਂ ਕਿਹਾ ਮੇਰੀ ਗੱਲ ਸੁਣੋ, ਜੇ ਹੈ ਨਾ ਮੈਂ ਉਹ ਬੰਦਾ ਤੇ ਇਹਨੂੰ ਕੋਈ ਵੀ ਮੈਨੂੰ ਭਾਸ਼ਾ ਨਹੀਂ ਹੁੰਦੀ ਕੋਈ ਤੁਹਾਡੀ, ਮੈਨੂੰ ਤਾਂ ਇੰਗਲਿਸ਼ ਵੀ ਨਹੀਂ ਆਉਂਦੀ, ਠੀਕ ਹੈ। ਤੇ ਦੂਜਾ ਮੇਰੀ ਤਾਂ ਪੂਰੀ ਚਮੜੀ 'ਚ ਫਰਕ ਨਹੀਂ, ਗੋਰਾ ਮੈਂ ਕਿਹਾ, ਤੇ ਮੈਂ ਇੱਦਾਂ ਯਾਨੀ ਕਿ ਆਪਣੇ ਪੰਜਾਬ ਦਾ ਯਾਨੀ ਕਿ ਹਿਸਾਬ ਦਾ ਪੱਕੇ ਰੰਗ ਵਾਲਾ। ਮੈਂ ਕਿਹਾ ਸਾਡੀ ਚਮੜੀ ਤਾਂ ਮੈਚ ਨਹੀਂ ਕਰਨੀ ਹੈਗੀ। ਤੇ ਮੈਂ ਕਿਹਾ ਕੁਛ ਵੀ ਨਹੀਂ ਭਾਈ ਮਿਲਦਾ, ਜੇ ਕੋਈ ਵੀ ਚੀਜ਼ ਮਿਲਦੀ ਮੈਂ ਕਿਹਾ ਮੈਂ ਮੰਨਣ ਨੂੰ ਤਿਆਰ ਹਾਂ। ਮੈਂ ਕਿਹਾ ਜੋ ਕੋਈ ਅਫਗਾਨਿਸਤਾਨ ਨੂੰ ਦੱਸੀਆਂ। ਫਿਰ ਕਹਿੰਦੇ ਨਹੀਂ ਜੀ, ਕਹਿੰਦਾ ਉਹ ਕਹਿੰਦੇ ਆ ਕਿ ਜ਼ਰੂਰ ਨਹੀਂ ਯਾਰ, ਤੇਰੇ ਤੋਂ ਪਾਸਪੋਰਟ ਮਿਲਿਆ, ਸ਼ਾਇਦ ਤੂੰ ਉਹਦਾ ਬੰਦਾ ਵੀ ਹੋ ਸਕਦਾ, ਠੀਕ ਹੈ ਨਾ। ਕਹਿੰਦਾ ਆਹ ਗੱਲਬਾਤ ਕਾਕਾ, ਆਹ ਮੇਨ ਪੁਆਇੰਟ ਜਿਹੜਾ ਬਣ ਗਿਆ, ਉਹ ਪੁਆਇੰਟ ਉਹਨਾਂ ਨੇ ਫੜ ਲਿਆ ਮੈਡਮ। ਤੇ ਬਾਅਦ ਵਿੱਚ ਉਹਨਾਂ ਨੇ ਉਹ ਵੀ ਗੱਲ ਫਿਰ ਝੂਠੀ ਪੈ ਗਈ। ਬੰਦਾ ਹੋਵਾਂ ਫਿਰ ਵੀ ਕੁਛ ਨਾ ਕੁਛ ਤਾਂ ਸਬੂਤ ਹੋਣਾ ਚਾਹੀਦਾ ਕਿਸੇ ਤੇ ਕਹਿ ਕੂ ਕੇ, ਯਾਨੀ ਕਿ ਉਹਨਾਂ ਨੇ ਨਾ ਮੈਨੂੰ ਫਿਰ ਐਂਡ 'ਤੇ ਗੱਲ ਮੁੱਕਰੀ। ਕਹਿੰਦਾ ਉਹਨਾਂ ਨੇ ਕਹਿੰਦੇ ਕਿ ਆਹ ਪਾਸਪੋਰਟ ਤੇਰਾ ਆਰਮੀ ਨੇ ਬਣਾਇਆ, ਇਹ 100% ਸ਼ੋਰ ਆ ਕਹਿੰਦਾ ਸਾਨੂੰ, ਕਿਉਂਕਿ ਕਹਿੰਦਾ ਉਹੀ ਇੱਕ ਇਹ ਕੰਮ ਕਰਦੀ ਆ ਬਾਰਡਰਾਂ ਤੋਂ। ਤੇ ਆਹ ਗੱਲਬਾਤ ਯਾਦ ਕਹਿੰਦਾ ਤੂੰ ਬਸ ਇੰਨਾ ਹੀ ਕਹਿਣਾ ਕਿ ਇਹ ਮੇਰਾ ਪਾਸਪੋਰਟ ਆਰਮੀ ਨੇ ਬਣਾਇਆ, ਕੋਰਟ ਦੇ ਵਿੱਚ ਗਵਾਹੀ ਦੇਣੀ, ਸਿਰਫ ਇਹੀ ਗੱਲ ਕਹਿਣੀ ਤੇ ਇਹ ਪਾਸਪੋਰਟ ਮੇਰਾ ਆਰਮੀ ਨੇ ਬਣਾਇਆ ਗਾਂ ਕੱਢਣ ਵਾਸਤੇ। ਤਸ਼ੱਦਦ ਵੀ ਢਾਇਆ ਉਹਨਾਂ ਨੇ? ਨਹੀਂ, ਉਹਨਾਂ ਨੇ ਜਾਣੀ ਕਿ ਹੁਣ ਪਹਿਲਾਂ ਤਾਂ ਇੱਦਾਂ ਮੈਨੂੰ ਕਹਿੰਦੇ ਪਏ ਸੀ ਉਹਨਾਂ ਦੇ ਖਿਲਾਫ ਗਵਾਹੀ ਦੇ, ਫਿਰ ਮੈਂ ਗਵਾਹੀ ਨਹੀਂ ਦਿੱਤੀ। ਮੈਂ ਕਿਹਾ ਮੈਂ ਕਿਉਂ ਦੇਵਾਂ ਗਵਾਹੀ? ਫਿਰ ਵੀ ਮੈਡਮ ਕੋਰਟ ਜਿਹੜਾ ਹੁੰਦਾ ਨਹੀਂ, ਕਈ ਗਏ ਭਲਾ ਸਾਨੂੰ ਪਤਾ ਇੰਨਾ ਤਾਂ ਹੈਗਾ ਵੀ ਕੋਰਟ ਦੇ ਵਿੱਚ ਇਹ ਗਵਾਹੀ ਦੇਣੀ ਕਿਸੇ ਦੇ ਖਿਲਾਫ, ਜੇ ਮੈਂ ਜਾਣਦਾ ਹੀ ਨਹੀਂ ਗਾ। ਮੈਂ ਏਜੰਟ ਬਣ ਨੂੰ ਤੁਰਿਆ ਸੀ, ਮੈਂ ਕਿਹਾ ਚੱਲ ਮੈਂ ਉਹਨੇ ਕੀਤਾ ਤੇ ਆਪੇ ਜਵਾਬ ਦੇਊਗਾ ਉਹ, ਮੈਂ ਤਾਂ ਇਹ ਸੋਚ ਕੇ ਬੈਠਾ ਸੀ। ਮੈਂ ਆਹ ਗੱਲਬਾਤ ਹੋਈ ਤੇ ਮੈਂ ਕਿਹਾ ਨਹੀਂ, ਮੈਂ ਕਿਹਾ ਮੇਰੇ ਏਜੰਟ ਨੇ ਬਣਾ ਕੇ ਦਿੱਤਾ। ਉਹ ਫਿਰ ਇੰਨੀ ਗੱਲ ਕਹਿ ਅਫਗਾਨਿਸਤਾਨ ਵਾਲੀ ਮਾੜੀ ਜਿਹੀ ਟਰਾਂਸਲੇਟਰ ਕੀਤੀ, ਕਹਿੰਦਾ ਯਾਰ ਉਹ ਤਾਂ ਕਹਿੰਦੇ ਸਾਡੇ ਕੋਲ ਕੁੱਤੇ ਵੀ ਬੋਲਦੇ ਆ। ਫਿਰ ਅਗਲੇ ਦਿਨ ਰਿਮਾਂਡ 'ਤੇ ਲੈ ਲਿਆ ਉਹਨਾਂ ਨੇ। ਤੇ ਜਿੱਦਾਂ ਜਾਣੀ ਕਹਿੰਦੇ ਬਹੁਤ ਬੁਰੇ ਆ ਉਹ, ਜਾਣੀ ਕਿੱਦਾਂ ਕਹਿੰਦੇ ਨਾ ਕਿ ਤਰਸਨਾ ਦੇ ਉਹਨਾਂ ਨੂੰ ਚੀਜ਼ ਉਹਨਾਂ ਨੇ ਛੱਡੀ ਨਹੀਂ ਕੋਈ, ਜਾਣੀ ਕਿ ਉਹਨਾਂ ਨੇ ਨੂੰਹ ਵੀ ਪੜ੍ਹ ਦਿੱਤੇ ਆ ਸਾਰੇ, ਅੰਗੂਠਿਆਂ ਨੂੰ ਛੱਡ ਗਿਆ, ਚਾਰੇ ਹੱਥਾਂ ਨੇ 11 ਵਜੇ ਤੱਕ ਟੋਰਚਰ ਕੀਤਾ ਉਹਨਾਂ ਨੇ। ਕਿੰਨੀ ਦੇਰ ਟੋਰਚਰ ਕਰਦੇ ਰਹੇ ਉਹਨਾਂ ਨੇ? 11 ਕੁ ਵਜੇ ਲੱਗੇ ਸੀਗੇ ਤੇ ਤਕਰੀਬਨ ਇਹ 4 ਕੁ ਵਜੇ ਹਟ ਗਏ ਸੀਗੇ ਉਹ। ਅਤੇ ਬਾਅਦ ਅਫਗਾਨਿਸਤਾਨ ਦਾ ਟਰਾਂਸਲੇਟਰ ਆਇਆ, ਉਹਨੇ ਆ ਕੇ ਫਿਰ ਟਰਾਂਸਲੇਟ ਹੀ ਕੀਤੀ। ਤੇ ਮੈਂ ਕਿਹਾ ਵੀ ਇਹ ਨਿਸ਼ਾਨ ਵੀ ਉੱਥੋਂ ਹੀ ਲੱਗੇ? ਹਾਂਜੀ, ਆਹ ਜਿਹੜੇ ਹੁਣ ਵੀ ਨਿਸ਼ਾਨ ਇਹ ਸਾਰੇ ਉੱਥੋਂ ਹੀ ਲੱਗੇ ਆ, ਯਾਨੀ ਕਿ ਮਾਸ ਬਹੁਤ ਚਿਰ ਬਾਅਦ ਆਇਆ। ਤੇ ਨਾ ਉਹ ਕੀ ਕਰਦੇ ਸੀਗੇ ਉੱਥੇ? ਜੋ ਤੁਸੀਂ 5 ਘੰਟੇ ਅੰਦਰ ਸੀਗੇ, ਕੀ ਕੀਤਾ ਉਹਨਾਂ ਨੇ? ਇਹਦੇ ਪਹਿਲਾਂ ਹੀ ਜਿੱਦਾਂ ਨਾ ਲੱਕੜ ਦੇ ਟਾਈਪ ਦਾ ਇੱਕ ਫੱਟੀ ਜਿਹੀ ਬਣੀ ਆ,
ਉਹਦੇ ਵਿੱਚ ਨਾ ਫਾਈਬਰ ਜਿੱਦਾਂ ਨਹੀਂ ਹੁੰਦੇ ਨੇ ਫਾਈਬਰ ਟੈਪ ਜਿਹੀਆਂ ਚਾਦਰਾਂ ਹੀ ਟੈਪ ਉੱਧਰ ਦੀਆਂ ਵਾਛਲਾਈਆਂ ਹੋਈਆਂ, ਉਹ ਉੱਦਾਂ ਕੱਸ ਦਿੱਤੀਆਂ ਇੱਦਾਂ ਉਂਗਲਾਂ ਦੇ ਉੱਤੇ। ਤੇ ਉਹਨਾਂ ਨੇ ਫਿਰ ਇੱਧਰੋਂ ਸਟਾਰਟ ਕੀਤੇ ਪੱਟਣੇ, ਯਾਨੀ ਕਿ ਦੋ ਦੋ ਕਰਕੇ ਉਹਨਾਂ ਨੇ ਪੱਟਦੇ ਰਹੇ ਉਹਨੂੰ। ਅੱਛਾ ਫਿਰ ਉਹ ਵੀ ਤੇ ਫਿਰ ਜਾਨੀ ਕਿ ਇੱਕ ਟੇਪ ਹੁੰਦੀ ਕੱਟ ਵਾਲੀ, ਉਹ ਅੱਖਾਂ ਤੇ ਲਾਉਂਦੇ ਸੀਗੇ, ਉਹ ਅੱਖਾਂ ਝਮੱਕੀਆਂ ਨਹੀਂ ਆਉਂਦੀਆਂ। ਫਿਰ ਲਾਈਟ ਸੀਗੀ ਗੋਲ ਜੀ, ਉਹ ਕੋਲ ਲਿਆਉਂਦੇ ਸੀਗੇ। 5 ਘੰਟੇ ਅੱਖਾਂ ਤੇ ਟੇਪਾਂ ਨਹੀਂ ਲੱਗੇ ਨੇ? ਨਹੀਂ 5 ਘੰਟੇ ਨਹੀਂ ਲੱਗੀਆਂ, ਜਾਨੀ ਕਿ ਛੱਡ ਕੇ ਪਹਿਲਾਂ ਨੂੰ ਪੱਟੇ, ਜਿੱਦਾਂ ਦੋ ਕੁ ਨੂੰ ਪੱਟ ਲਏ, ਫਿਰ ਕਦੀ ਉਹ ਗੋਲ ਜਿਹਾ ਚੱਕ ਲਿਆਉਂਦੇ ਸੀਗੇ, ਜਾਂ ਫਿਰ ਉਹ ਜਿਹੜੀ ਕੁਰਸੀ 'ਤੇ ਬਿਠਾਇਆ ਸੀ ਉਹਦੇ ਬੇਲਟਾਂ ਲੱਗੀਆਂ ਸੀ ਡੋਲਿਆਂ ਦੇ ਨਾਲ, ਇੱਦਾਂ ਵੱਜੇ ਸੀਗੇ। ਤੇ ਉਹ ਥੱਲੋਂ ਜਾਨੀ ਕਿ ਜਿਹਦਾ ਝਟਕਾਇਆ ਟੈਪ ਨਹੀਂ ਪੈਂਦਾ, ਉਹ ਮੋਰਾਂ ਜਿਹੀਆਂ ਜਾਨੀ ਕਿ ਪੂਰੀਆਂ ਕਰੰਟ ਜਾਨੀ ਕਿ ਝਟਕਾਇਆ ਲੱਗਦਾ, ਹੋਰ ਟਾਈਮ ਮੋਰਾਂ ਜਿਹੀਆਂ ਖਿੱਚੀਆਂ ਜਾਂਦੀਆਂ, ਝਟਕਾ ਹੀ ਹੋਇਆ ਇਸ ਹਿਸਾਬ ਦਾ ਸੀਗਾ। ਤੇ ਉਹ ਸਿਰਫ ਉਗਲਵਾਨ ਲਈ? ਹਾਂਜੀ ਹਾਂਜੀ। ਪਰ ਮੈਂ ਤਾਂ ਕਿਹਾ ਮੰਨ ਨਹੀਂ ਗਿਆ ਸੀ, ਮੈਂ ਕਿਹਾ ਜਿੱਦਾਂ ਤੁਸੀਂ ਕਹੋ, ਜੇ ਮੈਂ ਕਹੂੰਗਾ ਟੈਰਰਿਸਟ, ਮੈਂ ਜੋ ਕਹੂੰਗਾ ਮੈਂ ਕਿਹਾ ਉੱਦਾਂ ਹੀ ਮੈਂ ਕਹੂੰਗਾ, ਠੀਕ ਹੈ ਨਾ। ਘਬਰਾ ਗਏ ਸੀਗੇ ਉਸ ਟਾਈਮ? ਨਹੀਂ, ਦਰਦ ਨਹੀਂ ਬਰਦਾਸ਼ਤ ਹੁੰਦੀ ਮੈਡਮ, ਗੱਲਾਂ ਹੀ ਇਹ ਤਾਂ ਕਹਿਣਾ ਹੀ ਸੌਖਾ ਕਿ ਅਸੀਂ ਇੱਦਾਂ ਅੜ ਜਾਵਾਂਗੇ, ਜਦੋਂ ਪਈ ਹੁੰਦੀ ਫੇਰ ਪਤਾ ਲੱਗਦਾ। ਪਹਿਲਾਂ ਤਾਂ ਅਸੀਂ ਵੀ ਕਦੀ ਕਦੀ ਸੋਚਦੇ ਹੁੰਦੇ ਕਿ ਲੈ ਵੀ ਮਾੜਾ ਮੋਟਾ ਇੱਦਾਂ ਨੂੰ ਪੱਟ ਹੋਇਆ ਵਾ, ਕੋਈ ਗੱਲ ਨਹੀਂ ਇੱਦਾਂ ਨਹੀਂ। ਮੈਂ ਤੁਹਾਨੂੰ ਦੱਸਦਾ, ਦੋ ਨੋ ਪੱਟੇ ਸੀ ਨਾ ਉਹਨਾਂ ਨੇ ਮੇਰੇ ਪਹਿਲੇ, ਮੈਂ ਉਦੋਂ ਹੀ ਮੰਨ ਗਿਆ ਸੀਗਾ, ਪਰ ਉਹ ਟਰਾਂਸਲੇਟਰ ਕੋਲ ਨਹੀਂ ਸੀਗਾ, ਉਹ ਰਹਿਮ ਹੀ ਹੈ ਨਹੀਂ ਸੀ ਉਹਨਾਂ ਦੇ ਦਿਲ ਦੇ ਵਿੱਚ। ਤੇ ਉਹ ਬਾਅਦ ਵਿੱਚ ਉਹ ਫਿਰ ਆਇਆ ਅਫਗਾਨਿਸਤਾਨ ਵਾਲਾ, ਤੇ ਮੈਂ ਕਿਹਾ ਜਿੱਦਾਂ ਤੂੰ ਇਹ ਕਹਿਣਗੇ ਮੈਂ ਉੱਦਾਂ ਹੀ ਕਰੂੰਗਾ। ਤੇ ਉਹਨਾਂ ਨੇ ਫਿਰ ਉਹ ਕਹਿਤਾ, ਤੇ ਫਿਰ ਉਹ ਕੋਰਟ ਦੇ ਵਿੱਚ ਲੈ ਗਏ, ਤੇ ਕੋਰਟ ਦੇ ਵਿੱਚ ਅਫਗਾਨਿਸਤਾਨ ਵਾਲਿਆਂ ਨੂੰ ਦੱਸਿਆ, ਕਹਿੰਦਾ ਬਈ ਤੂੰ ਕੀ ਕਰਨ ਲੱਗਾ? ਮੈਂ ਗਵਾਹੀ ਦੇਣੀ ਆ ਮੈਂ ਆਰਮੀ ਦੇ ਖਿਲਾਫ। ਤੈਨੂੰ ਪਤਾ ਕੀ ਕਰਨ ਜਾ ਰਿਹਾ ਤੂੰ? ਕਹਿੰਦਾ ਯਾਰ ਇਹ ਥੋੜ੍ਹੀ ਇਹ ਮਾਫੀਆ ਹੀ ਆ, ਕਹਿੰਦਾ ਮੇਨ ਇਹੀ ਸਾਰੇ ਕੰਮ ਕਰਦੀ। ਕਹਿੰਦਾ ਇਹਨਾਂ ਨੇ ਚੱਲ ਤੈਨੂੰ ਇੱਦਾਂ ਕੁਛ ਕੀਤਾ ਨਾ ਤੇਰੇ ਨਾਲ, ਜਾਣੀ ਕਿ ਉਹਨਾਂ ਨੇ ਤਾਂ ਸਿਰਫ ਗੋਲੀ ਮਾਰ ਦੇਣੀ ਤੈਨੂੰ ਉਸੇ ਟਾਈਮ ਹੀ। ਫੇਰ ਜਾਣੀ ਕਿ ਕਹਿੰਦਾ ਆਪਾਂ ਫੇਰ ਪਤਾ ਲੱਗਾ ਲੈ ਵੀ ਆਹ ਖੂਨ ਗੱਲ ਖਰਾਬ ਆ, ਜਾਣੀ ਕਿ ਫੇਰ ਪੂਰਾ ਜਾਣੀ ਕਿ ਮੈਂ ਕੰਬ ਗਿਆ ਸੀਗਾ ਉਹਨਾਂ ਵੱਲ ਦੇਖ ਕੇ। ਤੇ ਫੇਰ ਜੇ ਮੈਂ ਗਵਾਹੀ ਦਿੰਦਾ ਸੀਗਾ ਮੈਂ ਤਾਂ ਵੀ ਮਰਦਾ ਸੀਗਾ, ਤੇ ਜੇ ਮੈਂ ਤਾਂ ਵੀ ਮਰਦਾ ਸੀਗਾ। ਮੈਂ ਦੋਵੇਂ ਪਾਸੇ ਜਾਣੀ ਕਿ ਫਸ ਗਿਆ ਸੀਗਾ ਬਹੁਤ ਜ਼ਿਆਦਾ ਕੁਛ ਤਾਂ, ਤੇ ਜਾਣੀ ਕਿ ਕੋਈ ਰਾਹ ਨਹੀਂ ਲੱਭੇ। ਫਿਰ ਦਰਦ ਵੀ ਬਹੁਤ ਜ਼ਿਆਦਾ ਹੋ ਰਹੀ, ਵੀਲ ਚੇਅਰ 'ਤੇ ਪਾ ਕੇ ਲੈਂਦਾ, ਪੈਰ ਸੁੱਜ ਗਏ ਸੀਗੇ, ਜਾਣੀ ਕਿ ਗੋਡੇ ਵੀ ਦੁਖ ਰਹੇ ਸੀਗੇ, ਉਂਗਲਾਂ ਵੀ ਦੁਖ ਰਹੀਆਂ ਸੀਗੀਆਂ, ਸਾਰਾ ਸਰੀਰ ਹੀ ਜਾਣੀ ਕਿ ਦੁਖ ਰਿਹਾ, ਝਟਕੇ ਲੱਗ ਕੇ। ਕੋਈ ਵੀ ਇਹੋ ਜਿਹਾ ਅੰਗ ਨਹੀਂ ਹੈ ਜਿੱਥੋਂ ਦਰਦ ਨਾ ਨਿਕਲਦੀ ਹੋਵੇ, ਜਾਣੀ ਕਿ ਹੈ ਤਕਲੀਫ ਹੀ ਬਹੁਤ ਜ਼ਿਆਦਾ ਹੁੰਦੀ। ਤੇ ਉਹ ਬਾਅਦ ਵਿੱਚ ਮੈਂ ਕਿਹਾ ਮੈਂ ਉੱਦਾਂ ਵੀ ਮਰ ਜਾਣਾ, ਠੀਕ ਹੈ ਨਾ। ਹੁਣ ਇਹਦਾ ਚੰਗਾ ਆਪਾਂ ਸੱਚਾਈ ਬੋਲੀਏ। ਫਿਰ ਮੈਂ ਜਦੋਂ ਜੱਜ ਨੇ ਕੀਤਾ, ਉਹਨੇ ਕੋਰਟ ਸ਼ੁਰੂ ਕੀਤੀ, ਤੇ ਮੈਂ ਮੁੱਕਰ ਗਿਆ। ਮੈਂ ਕਿਹਾ ਵੀ ਮੇਰਾ ਜਿਹੜਾ ਪਾਸਪੋਰਟ ਜਿਹੜਾ ਬਣਾਇਆ ਨਾ, ਇਹ ਮੇਰੇ ਹੈ ਨਾ ਏਜੰਟ ਨੇ ਬਣਾਇਆ, ਜਾਣੀ ਕਿ ਮੈਂ ਆਰਮੀ ਵਾਲਿਆਂ ਨੂੰ ਮੈਂ ਨਹੀਂ ਜਾਣਦਾ ਹੈਗਾ, ਇਹ ਤਾਂ ਮੇਰਾ ਏਜੰਟ ਹੀ ਜਾਣਦਾ ਹੋਵੇ। ਇੰਨੀ ਗੱਲ ਕਹੀ, ਤੇ ਆਰਮੀ ਵਾਲੇ ਖੜ੍ਹੇ ਹੋ ਗਏ ਯਕਦਮ ਆਪਣੀਆਂ ਕੁਰਸੀਆਂ ਤੋਂ, ਤੇ ਕੁਰਸੀਆਂ ਤੋਂ ਖੜ੍ਹੇ ਹੋ ਗਿਆ। ਤੇ ਚਲੋ ਫਿਰ ਵੀ ਸੱਚੇ ਸੀਗੇ, ਫਿਰ ਅਗਲੇ ਜੋ ਸੱਚੇ ਸੀਗੇ, ਜੇ ਮੈਂ ਦੇ ਨਾ ਫਿਰ ਸ਼ਾਇਦ ਮੈਨੂੰ ਮਾਰ ਦਿੰਦੇ। ਉਹ ਖੜ੍ਹੇ ਹੋ ਗਏ, ਤੇ ਕੁਝ ਨਹੀਂ, ਜੱਜ ਨੇ ਵੀ ਕਿਹਾ, ਜੱਜ ਕਹਿੰਦੀ ਤੂੰ ਬਿਆਨ ਦਿੱਤੇ। ਮੈਂ ਕਿਹਾ ਫਿਰ ਹੱਥ ਪੈਰ ਦਿਖਾਏ, ਮੈਂ ਕਿਹਾ ਦੇਖੋ ਮੈਂ ਤੁਹਾਡੇ ਸਾਹਮਣੇ ਕਿੱਦਾਂ ਆਇਆ ਖੜ੍ਹਾ, ਦੇਖੋ ਤੁਹਾਡੇ ਸਾਹਮਣੇ ਮੈਂ ਕਿੱਦਾਂ ਆ। ਮੇਰੇ ਨਾਲ ਇਹਨਾਂ ਨੇ ਜਾਣੀ ਕਿ ਇੰਨਾ ਕੁੱਟਮਾਰ ਕੀਤੀ, ਮੇਰੇ ਕੋਲ ਬਰਦਾਸ਼ਤ ਨਹੀਂ ਹੋਈ। ਮੈਂ ਜਿੱਦਾਂ ਇੱਦਾਂ ਟਰਾਂਸਲੇਟਰ ਸੀਗਾ, ਉਹ ਟਰਾਂਸਲੇਟਰ ਵੀ ਉੱਦਾਂ ਕਰੀ ਜਾਵੇ। ਆਹ ਗੱਲ ਬਾਤ ਆ। ਉਹਨੇ ਚਲੋ ਉੱਦਾਂ ਵੀ ਜਾਣੀ ਕਹਿੰਦੇ ਨੇ ਬੰਦਾ ਜਾਣੀ ਕਿ ਕੁਛ ਇਹ ਬਹੁਤ ਸਾਰੀਆਂ ਗੱਲਾਂ ਕਰਦਾ ਰਿਹਾ ਟਰਾਂਸਲੇਟਰ, ਜਿੱਦਾਂ ਉਹ ਕਹਿੰਦੇ ਨਾ ਉੱਤੇ ਵਿਸ਼ਵਾਸ ਇੱਦਾਂ ਸੀਗਾ। ਉਹਨੇ ਜਾਣੀ ਕਿ ਪਹਿਲਾਂ ਕਹਿੰਦਾ ਯਾਰ ਮੈਂ ਟਰਾਂਸਲੇਟਰ ਹੀ ਮੈਂ ਜ਼ਰੂਰ ਕਰਦਾ ਹਾਂ, ਠੀਕ ਹੈ ਨਾ, ਪਰ ਮੈਂ ਕਿਸੇ ਗਲਤ ਟਰਾਂਸਲੇਟਰ ਹੀ ਨਹੀਂ ਕਰਦਾ, ਮੈਂ ਪੈਸੇ ਜ਼ਰੂਰ ਲੈਣਾ ਆਪਣੀ ਮਿਹਨਤ ਦੇ। ਤੇ ਆਹ ਗੱਲ ਆ, ਜਾਣੀ ਕਿ ਕਹਿੰਦਾ ਅੱਲਾ ਨੂੰ ਟਰਾਂਸਲੇਟਰ ਕਿਤੇ ਗਲਤ ਬੋਲ ਦਿੰਦਾ ਕੁਛ ਤਾਂ ਤੁਹਾਨੂੰ ਥੋੜੀ ਪਤਾ ਲੱਗਣਾ। ਹਾਂਜੀ। ਕਿਉਂਕਿ ਜਦੋਂ ਮੈਂ ਮੰਨ ਲਓ ਉਲਟ ਵੀ ਨਹੀਂ ਨਾ ਬੋਲਿਆ ਜਾਂਦਾ ਮੈਡਮ, ਜਿੱਦਾਂ ਉੱਥੇ ਜਦੋਂ ਹੁਣ ਮੈਂ ਬੋਲਦਾ ਪਿਆ ਸੀ ਨਾ, ਜਿੱਦਾਂ ਹੁਣ ਟਰਾਂਸਲੇਟਰ ਜਾਣੀ ਕਿ ਕਰਦਾ ਪਿਆ, ਉਹ ਵੀ ਚੀਜ਼ ਰਿਕਾਰਡ ਹੁੰਦੀ ਆ। ਇਹ ਫਿਰ ਉਹਨਾਂ ਨੂੰ ਟਰਾਂਸਲੇਟਰ ਵਾਲਿਆਂ ਨੂੰ ਵੀ ਔਖਾ ਹੋ ਜਾਂਦਾ। ਉਹ ਜਾਣੀ ਕਿ ਉੱਦਾਂ ਕਿ ਦਫ਼ਤਰ ਦੇ ਵਿੱਚ ਛੋਟੇ ਮੋਟੇ ਦਫ਼ਤਰ ਦੇ ਵਿੱਚ ਝੂਠੀ ਟਰਾਂਸਲੇਟਰ ਕਰ ਦੇਣ ਕਿ ਹਾਂ ਵੀ ਉਹਨਾਂ ਨੂੰ ਕੁਛ ਹੋਰ ਦੱਸੀ ਜਾਵੇ ਪੈਸੇ ਲੈ ਕੇ। ਤੇ ਆਹ ਗੱਲ ਬਾਤ ਆ। ਤੇ ਜੇ ਵੱਡੀ ਕੋਰਟ ਹੋ ਜਾਂਦੀ ਨਾ ਕੁਛ ਇੱਦਾਂ ਦੀ, ਉੱਥੇ ਫਿਰ ਸਾਰਾ ਜਾਣੀ ਕਿ ਰਿਕਾਰਡ ਹੁੰਦਾ। ਹਾਂਜੀ। ਤੇ ਉਹ ਆਹ ਗੱਲ ਬਾਤ ਹੋਈ, ਤੇ ਉਹ ਜੱਜ ਨੇ ਮੈਨੂੰ ਕਿਹਾ, ਕਹਿੰਦੇ ਕਿ ਤੂੰ ਫਿਰ ਬਿਆਨ ਆ ਕਾਹਤੋਂ ਦਿੱਤੇ? ਮੈਂ ਕਿਹਾ ਮੇਰਾ ਹਾਲਾਤ ਹੀ ਬੜੇ ਮੰਦੇ ਕੀਤੇ ਨੇ, ਮੈਂ ਤਾਂ ਕਹਿਣਾ ਹੀ ਮੈਨੂੰ ਤਾਂ ਮਾਰ ਦੇਣਾ ਸੀ ਇਹਨਾਂ ਨੇ। ਚਲੋ ਕੁਛ ਨਹੀਂ ਹੋਇਆ, ਤੇ ਉਹਨੇ ਸਭ ਕੁਝ ਕਰ ਕੇ ਬਾਬਾ ਚਿਰ ਲੱਗੀ ਰਹੀ, ਜਿਹੜੀ ਉਹਨੇ ਜਾਣੀ ਕਿ ਚੱਲ ਗਈ ਕਾਰਵਾਈ ਕੀਤੀ ਉਹਨੇ। ਫਿਰ ਉਹਨੇ ਕਿਹਾ ਕਿ ਤੈਨੂੰ 7 ਸਾਲ ਦੀ ਸਜ਼ਾ ਹੋ ਗਈ। ਮੈਨੂੰ ਉਹਨੇ ਕਿਹਾ, ਕਿਉਂਕਿ ਡਾਕੂਮੈਂਟ ਵੀ ਉਹਨਾਂ ਨੇ ਸਾਰੇ ਲਾਏ ਸੀਗੇ ਮੇਰੇ ਖਿਲਾਫ, ਜਾਣੀ ਕਿ ਜਿੱਦਾਂ ਕਹਿੰਦੇ ਨਾ, ਜਿੱਦਾਂ ਕਹਿੰਦੇ ਆਪਾਂ ਹੁਣ ਪਾਸਪੋਰਟ ਦਾ ਜਿਹੜਾ ਮੇਨ ਚੀਜ਼ ਸੀ ਮੇਰੇ ਕੋਲ, ਠੀਕ ਹੈ ਨਾ, ਉਹਨਾਂ ਨੇ ਸਾਬਤ ਕਰਤਾ। ਉਹਨਾਂ 'ਚ ਪਤਾ ਨਹੀਂ ਕੀ ਸਾਬਤ ਕੀਤਾ, ਰੱਬ ਹੀ ਜਾਣਦਾ ਇਹ। ਤੇ ਹੈ ਨਾ ਬਾਅਦ ਵਿੱਚ ਉਹਨਾਂ ਨੇ ਕਹਿੰਦਾ 7 ਸਾਲ ਦੀ ਸਜ਼ਾ ਕਰਤੀ ਆ। ਤੇ ਆਰਮੀ ਮੈਂ ਕਿਹਾ ਫੇਰ ਹੁਣ ਕਹਿੰਦਾ ਆਰਮੀ ਵਾਲੇ ਨੇ ਲੈਟਰ ਜੀ ਲਿਖ ਕੇ ਦਿੱਤੀ ਆ, ਤੇ ਉਹ ਕਹਿੰਦਾ ਆਪਣੀ ਆਰਮੀ ਵਾਲਿਆਂ ਨੇ ਆਪਣੀ ਜੇਲ੍ਹ ਦੇ ਵਿੱਚ ਪ੍ਰਾਈਵੇਟ ਜੇਲ੍ਹ ਵਿੱਚ ਟਰਾਂਸਫਰ ਕਰ ਲਿਆ ਤੈਨੂੰ। ਉਹ ਕਹਿੰਦੇ 7 ਸਾਲ ਦੀ ਜਗ੍ਹਾ ਕੱਟਣੀ ਤੂੰ ਉੱਥੇ ਕੱਟਣੀ ਆ। ਇੰਨੀ ਗੱਲ ਕਹਿ ਕੇ ਉਹ ਫਿਰ ਅਫਗਾਨਿਸਤਾਨ ਦੇ ਟਰਾਂਸਲੇਟਰ ਸਭ ਚਲਾ ਗਿਆ ਸੀਗਾ, ਪਰਾਂ ਕਰਤਾ ਸੀ ਉਹਨਾਂ ਨੇ ਫਿਰ ਗੱਡੀ 'ਚ ਪਾ ਲਿਆ, ਜਾਣੀ ਕਿ 11 ਕੁ ਵੇਲਾ ਕੋਰਟ ਹੋਈ, 12 ਕੁ ਦੁਪਹਿਰਾਂ ਕੁ ਤੁਰੇ ਆਪਾਂ।
ਦੁਪਹਿਰਾ ਗਈਆਂ ਨੂੰ ਤੁਰੇ ਤੇ ਮੈਂ ਜੀ ਰਾਤ ਕੀ ਜਾਣੀ ਕਿ ਸ਼ਕਾਲਾਂ ਗਈਆਂ ਨਹੀਂ ਜਦੋਂ ਉਹ ਕਹਿੰਦੇ ਨਾ ਗਰਮੀਆਂ ਦੇ ਦਿਨ ਸੀਗੇ ਉੱਥੇ ਨਾ ਉਹ ਦਿਨ ਵੀ ਜਲਦੀ ਢਲਦਾ ਨਹੀਂਗਾ ਜਾਣੀ ਕਿ ਲੰਮਾ ਤੱਕ ਜ਼ਿਆਦਾ ਜਾਣੀ ਕਿ ਉਦੋਂ 8 ਵਜੇ ਦਾ ਟਾਈਮ ਹੋਣਾ ਦਿਨ ਹੁੰਦਾ ਉਦੋਂ ਜਾਣੀ ਕਿ ਯੂਕਰੇਨ ਦੇ ਵਿੱਚ ਮੈਂ ਦੇਖਿਆ ਸੀ ਨਾ ਜਦੋਂ ਮੈਂ ਰਿਹਾ ਸੀ ਬਾਹਰ ਤੇ ਪੌਣੇ 9 ਵਜੇ ਤੱਕ ਜਾਣੀ ਕਿ ਦਿਨ ਰਹਿੰਦਾ ਉੱਥੇ ਤੇ ਉਹ ਜਦੋਂ ਮੈਂ ਉੱਥੋਂ ਕੱਢਿਆ ਬਾਹਰ ਦਰਿਆ ਟਾਈਪ ਹੀ ਸੀਗਾ ਮੰਨ ਲਓ ਜਿੱਦਾਂ ਮਤਲਬ ਮੈਨੂੰ ਲੱਗਦਾ ਨਹੀਂ ਸੀਗਾ ਕਿ ਇਹ ਵੀ ਇੱਥੇ ਕੋਈ ਹੈ ਨਾ ਜੇਲ੍ਹ ਹੋਊਗੀ ਇੱਦਾਂ ਪਹਿਲਾਂ ਫਿਰ ਮਨ ਵਿੱਚ ਹੋਰ ਵੀ ਵਿਚਾਰ ਆਉਂਦੇ ਮੈਂ ਕਿਹਾ ਲੈ ਵੀ ਜਾਵਾਂ ਬਾਂ ਫਿਰ ਤੇ ਡੋਬ ਕੇ ਨਾ ਮਾਰ ਦੇਣ ਕਿਉਂਕਿ ਉਹਨਾਂ ਨੇ ਬਾਅਦ ਵਿੱਚ ਉਹ ਜਿਹੜਾ ਸਾਹਮਣੇ ਫੁੱਟਬਾਲ ਟਾਈਪ ਦਾ ਜਾਣੀ ਕਿ ਜਿੱਦਾਂ ਕਹਿੰਦੇ ਨੇ ਇੱਕ ਨੋਰਮਲ ਜਿਹਾ ਕੋਠਾ ਹੁੰਦਾ ਗੋਲ ਜਿਹਾ ਫੁੱਟਬਾਲ ਟਾਈਪ ਦਾ ਥੋੜ੍ਹਾ ਯਾਰ ਉਹਦੇ ਵਿੱਚ ਜਿਹਦਾ ਸ਼ਟਰ ਟਾਈਪ ਜਿਹੜਾ ਬੂਹਾ ਸੀ ਨਾ ਉਹ ਖੁੱਲਿਆ ਸੀਗਾ ਤੇ ਉੱਥੋਂ ਬਾਅਦ ਵਿੱਚ ਗੱਡੀ ਆਈ ਆ ਤੇ ਉਹਨਾਂ ਨੇ ਫਿਰ ਮੈਨੂੰ ਉੱਤੋਂ ਉਹ ਟਰੱਕ ਜਿਹੇ ਚਲਾ ਕੇ ਨਾ ਜਿਹੜਾ ਬੰਦ ਸੀਗਾ ਉਹ ਗੱਡੀ ਵਿੱਚ ਪਾਇਆ ਤੇ ਗੱਡੀ ਫਿਰ ਕਾਫੀ ਜਾਣੀ ਕਿ ਥੱਲੇ ਲੈ ਕੇ ਗਈ ਮੈਨੂੰ ਉੱਥੇ ਜੇਲ੍ਹ ਤੇ ਫਿਰ ਮੈਂ ਦੇਖਿਆ ਪਹਿਲਾਂ ਮੈਂ ਦੇਖਿਆ ਜਾਣੀ ਕਿ ਬਾਹਰ ਜਿੱਦਾਂ ਸਿਸਟਮ ਸੀ ਨਾ ਪਹਿਲਾਂ ਤਾਂ ਮੈਨੂੰ ਲੱਗਾ ਮੈਂ ਕਿਹਾ ਲੈ ਵੀ ਕੋਈ ਵਧੀਆ ਕਮਰੇ ਹੋਣਗੇ ਜਿੱਦਾਂ ਹੁਣ ਜਿੱਦਾਂ ਇੱਦਾਂ ਐਂਟਰੀ ਹੁੰਦੀ ਸੀਗੀ ਸਕਰੀਨਾਂ ਲੱਗੀਆਂ ਹੋਈਆਂ ਲਿਫਟਾਂ ਬੜੀਆਂ ਜਾਣੀ ਕਿ ਸਭ ਵਧੀਆ ਹੈਗੀਆਂ ਹੁਣ ਜਾਣੀ ਕਿ ਜਿਹੜਾ ਬੰਦਾ ਜਾਂਦਾ ਸੀਗਾ ਉਹਦੀ ਆਈਡੀ ਜਿਹੜੀ ਨਾਲ ਲੱਗਦੀ ਲਾ ਕੇ ਜਾਂਦੇ ਸੀਗੇ ਜਾਣੀ ਕਿ ਸਭ ਕੁਛ ਵਧੀਆ ਸੀਗਾ ਉੱਥੇ ਤੇ ਜਦੋਂ ਅੰਦਰ ਗਿਆ ਤੇ ਅੰਦਰ ਤਾਂ ਬਿਲਕੁਲ ਨਰਕ ਮੈਡਮ ਅੰਦਰ ਦੇਖਿਆ ਨਾ ਹਾਲਾਤ ਇੰਨੇ ਗੰਦੇ ਹਾਲਾਤ ਕੰਮ ਬਿਲਕੁਲ ਜੇਲ੍ਹ ਫਿਰ ਤੇ ਮੈਂ ਜਿੱਦਾਂ ਹੀ ਮੈਂ ਐਂਟਰ ਕੀਤਾ ਤੇ ਉਦੋਂ ਸਮਝ ਗਿਆ ਸੀਗਾ ਮੈਂ ਕਿਹਾ ਲੈ ਵੀ ਹੁਣ ਇਹ ਕੰਮ ਔਖਾ ਫਿਰ ਰੌਲਾ ਆ ਜਿੱਦਾਂ ਸੁਣ ਲੱਗ ਪਿਆ ਨਾ ਕੈਦੀਆਂ ਦਾ ਜਦੋਂ ਅੰਦਰ ਵੜਿਆ ਬੁਰੇ ਹਾਲ ਉੱਥੇ ਕੋਈ ਨੀਲੇ ਪੀਲੇ ਸਭ ਤੁਰੇ ਫਿਰਨ ਉੱਥੇ ਜਾਣੀ ਕਿ ਅਜੀਬ ਜਿਹਾ ਲੱਗਾ ਦੇਖਣ ਨੂੰ ਹਿੱਲ ਗਿਆ ਜਾਣੀ ਕਿ ਮੈਨੂੰ ਸਮਝ ਨਹੀਂ ਲੱਗੀ ਮੈਂ ਕਿੱਥੇ ਆ ਗਿਆ ਕੀ ਕਵਾਂ ਮੈਂ ਕਿੱਦਾਂ ਜਾਣੀ ਜਿੱਦਾਂ ਕਹਿੰਦੇ ਨਹੀਂ ਕਿ ਜਿੱਦਾਂ ਅੰਨਾ ਬੋਲਾ ਹੋ ਜਾਂਦਾ ਬੰਦਾ ਜਾਣੀ ਕਿ ਕੋਈ ਸਮਝ ਨਹੀਂ ਆਉਂਦੀ ਤੇ ਉਹ ਕਰਦੇ ਰਹੇ ਬੈਠੇ ਰਹੇ ਫਿਰ ਉਹਨਾਂ ਨੇ ਨਾ ਇੱਕ ਸ਼੍ਰੀਲੰਕਾ ਦਾ ਲੈ ਕੇ ਆਏ ਟਰਾਂਸਲੇਟਰ ਸ਼੍ਰੀਲੰਕਾ ਦਾ ਟਰਾਂਸਲੇਟਰ ਲੈ ਕੇ ਆਏ ਆ ਤੇ ਉਹ ਅਮਰੀਕਾ ਦਾ ਸਿਟੀਜ਼ਨ ਹੈ ਕੈਦੀ ਸੀਗਾ ਅਮਰੀਕਾ ਦਾ ਸਿਟੀਜ਼ਨ ਸੀ ਪਰ ਉਹ ਹਿੰਦੀ ਮਾੜੀ ਬੋਲਦਾ ਸੀਗਾ ਜਾਣੀ ਕਿ ਜਿੱਦਾਂ ਕਹਿੰਦੇ ਬਾਬਾ ਕਿ ਵਧੀਆ ਹਿੰਦੀ ਬੋਲਦਾ ਕਿ ਮੈਨੂੰ ਵੀ ਜਾਣੀ ਕਿ ਉਹਦੀ ਸਮਝ ਲੱਗ ਜਾਂਦੀ ਸੀਗੀ ਤੇ ਉਹਨੂੰ ਮੇਰੀ ਲੱਗ ਜਾਂਦੀ ਸੀਗੀ ਉਹਨੂੰ ਲਿਆਂਦਾ ਤੇ ਉਹ ਗੱਲ ਕਰਨੀ ਸ਼ੁਰੂ ਕੀਤੀ ਉਹਨੇ ਮੇਲਾ ਕਹਿੰਦਾ ਕਿ ਉਹ ਨਾਲ ਵਿਕਟਰ ਦੇ ਨਾਂ ਦਾ ਬੰਦਾ ਸੀ ਉਹਨੂੰ ਕਹਿੰਦੇ ਆ ਅਫਸਰ ਵੱਡਾ ਉਹ ਨਾਲ ਸੀਗਾ ਮੇਰੇ ਤੇ ਉਹ ਨਾਲ ਸੀਗਾ ਮੇਰੇ ਤੇ ਉਹ ਉਹਨੇ ਕਿਹਾ ਕਿ ਜੇਲ੍ਹ ਆ ਇੱਥੇ ਇਹ ਸਭ ਕੁਛ ਦੇਖਣਾ ਤੂੰ ਇੱਥੇ ਨਰਕ ਸਵਰਗ ਤੇਰਾ ਇੱਥੇ ਹੀ ਆ ਉਹ ਸਾਰੀ ਟਰਾਂਸਲੇਟ ਕੀਤੀ ਮੈਂ ਕਿਹਾ ਕੋਈ ਗੱਲ ਨਹੀਂ ਜੇ ਨਰਕ ਸਵਰਗ ਇੱਥੇ ਰਹੇ ਕੋਈ ਗੱਲ ਨਹੀਂ ਮੈਂ ਕਿਹੜਾ ਇੱਥੇ ਸਾਰੀ ਉਮਰ ਰਹਿਣਾ ਮੈਂ ਚਲੀ ਜਾਣਾ 7 ਸਾਲ ਦੀ ਮੈਨੂੰ ਕੈਦ ਹੋਈ ਹੈ ਫਿਰ ਤਾਂ ਚਲੀ ਜਾਣਾ ਤੇ ਉਹ ਵਿਕਟਰ ਜਿਹੜਾ ਸੀਗਾ ਤੇ ਉਹ ਕਹਿੰਦਾ ਕਿ ਇਹਨੂੰ ਪੁੱਛ ਲਾ ਕਿ ਇਹ ਜਾਣੀ ਕਿ ਕਿੰਨੇ ਸਾਲ ਰਿਹਾ ਜਾਂ ਸ਼੍ਰੀਲੰਕਾ ਮੈਂ ਕਿਹਾ ਤੈਨੂੰ ਕਿੰਨੇ ਚਿਰ ਦੀ ਸਜ਼ਾ ਵੀ ਕਹਿੰਦਾ ਉਹਨੇ ਕਿਹਾ ਕਹਿੰਦਾ ਬਾਈ ਉਹ ਕਹਿੰਦਾ ਮੇਰੇ ਕੋਲ ਤਾਂ ਕਹਿੰਦਾ 3 ਸਾਲ ਕਾ ਹੁਆ ਥਾ ਇੱਦਾਂ ਕਰਕੇ ਹਿੰਦੀ ਬੋਲਦਾ ਸੀਗਾ ਤੇ ਮੈਂ ਜਾਣ ਨਹੀਂ ਦਿੱਤਾ ਉਹਨੂੰ ਬਾਅਦ ਨਾ ਹਾਂਜੀ ਮੈਂ ਕਿਹਾ ਹੁਣ ਕਿੰਨੇ ਆ 15-20 ਸਾਲ ਹੋ ਗਏ ਮੈਂ ਫਿਰ ਚੁੱਪ ਕਰ ਗਿਆ ਫਿਰ ਮੈਂ ਜਾਣੀ ਕਿ ਤਾਂ ਕਹਿੰਦੇ ਨਾ ਜਿੱਦਾਂ ਇੱਕ ਟਾਈਮ ਤਾਂ ਬੰਦੇ ਨੂੰ ਯਕੀਨ ਨਹੀਂ ਹੁੰਦਾ ਕੀ ਕਹਿ ਰਿਹਾ ਜਿੱਦਾਂ ਕਹਿ ਰਿਹਾ ਮੈਨੂੰ ਜੋ ਕੁਝ ਦੱਸ ਦੇ ਪਹਿਲਾ ਵਾਰੀ ਜਦੋਂ ਕੋਈ ਕਹਿੰਦਾ ਸੀ ਨਾ ਫਿਰ ਯਕੀਨ ਨਹੀਂ ਹੁੰਦਾ ਸੀ ਨਹੀਂ ਯਾਰ ਇੰਨੇ ਕੁ ਸੁੱਤੇ ਨਹੀਂ ਫਸ ਸਕਦੇ ਯਾਰ ਸਾਡਾ ਕੋਈ ਨੋਰਮਲ ਕੋਈ ਖਾਸ ਗੱਲ ਨਹੀਂ ਗੀ ਏਡੀ ਨਾਲੇ ਉਸ ਵਕਤ ਘਰ ਵੀ ਨਹੀਂ ਗੱਲ ਹੋਣੀ ਘਰ ਦੇ ਵੀ ਉਡੀਕਦੇ ਹੋਣਗੇ ਘਰਦਿਆਂ ਨੂੰ ਨਹੀਂ ਪਤਾ ਹੋਏਗਾ ਕਿ ਸਾਡਾ ਮੁੰਡਾ ਕਿੱਥੇ ਹੈ ਕਿਸ ਹਾਲਤ ਵਿੱਚ ਹੈ ਕੀ ਹੋ ਗਿਆ ਕਿਉਂਕਿ ਘਰਦਿਆਂ ਨਾਲ ਬਿਲਕੁਲ ਸੰਪਰਕ ਨਹੀਂ ਹੋਏਗਾ ਬਿਲਕੁਲ ਉਹਦੀ ਉਹ ਸਭ ਕੁਝ ਜਾਣੀ ਕਿ ਜਿੱਦਾਂ ਮਤਲਬ ਹਨਾ ਕਿ ਦਿਮਾਗ ਜਾਣੀ ਕਿ ਚੱਲ ਰਿਹਾ ਸੀ ਨਾ ਜਿਸ ਤਰੀਕੇ ਨਾਲ ਕਿ ਇਹ ਹਨਾ ਕਿ ਜਿੱਦਾਂ ਉਹਨੇ ਕਿਹਾ ਕਿ ਮੈਨੂੰ ਇੰਨੇ ਚਿਰ ਹੋ ਗਿਆ ਮੈਨੂੰ ਇੰਨੇ ਚਿਰ ਦੀ ਸਜ਼ਾ ਮੈਨੂੰ ਇੰਨਾ ਚਿਰ ਹੋ ਗਿਆ ਜਾਂ ਕਿਸੇ ਨੂੰ ਪੁੱਛਿਆ ਦੂਜੇ ਨੂੰ ਪੁੱਛਿਆ ਤੈਨੂੰ ਕਿੰਨਾ ਹੋ ਗਿਆ ਹਾਂਜੀ ਮੇਰੀ ਕਹਿੰਦਾ 35 ਸਾਲ ਦੀ ਉਮਰ 'ਚ ਆਇਆ ਟਾਈਮ 70 ਸਾਲ ਉਮਰ ਹੋ ਗਈ ਆ ਉਹ ਜਿੱਦਾਂ ਪਹਿਲਾਂ ਜਦੋਂ ਕਹਿੰਦਾ ਯਕੀਨ ਜਾਣਾ ਉਹ ਤੇ ਦੁੱਖ ਬੜਾ ਲੱਗੇ ਜਾਣੀ ਕਿ ਪੂਰਾ ਸਰੀਰ ਦਿਮਾਗ ਨੇ ਕੰਮ ਕਰਨਾ ਬੰਦ ਉਦੋਂ ਪਹਿਲੀ ਵਾਰੀ ਜਾਣੀ ਕਿ ਅਜੀਬ ਜਿਹਾ ਦਿਮਾਗ ਹੋਇਆ ਜਾਣੀ ਕਿ ਕੁਛ ਸਮਝ ਨਹੀਂ ਲੱਗਦੀ ਪਈ ਸੀਗੀ ਤੇ ਦਿਲ ਜਿਹੜਾ ਐਂ ਡਰਿਆ ਜਾਣੀ ਕਿ ਰੂਹ ਜਾਣੀ ਹੱਥ ਪੈਰ ਵੀ ਕੰਬਦੇ ਸੀਗੇ ਜਿਹੜਾ ਸੁੰਨ ਹੋ ਗਿਆ ਸੀਗਾ ਪੂਰਾ ਮੈਂ ਤੇ ਜਿੱਦਾਂ ਕਹਿੰਦੇ ਨੇ ਯਕਦਮ ਕੋਈ ਖਤਰਨਾਕ ਚੀਜ਼ ਦੇਖ ਲੈ ਜਿੱਦਾਂ ਮਤਲਬ ਤੇ ਜਾਣੀ ਕਿ ਉੱਦਾਂ ਮੈਂ ਨਾ ਡਰਿਆ ਫਿਰਦਾ ਸੀਗਾ ਤੇ ਉਹ ਫਿਰ ਆਰਮੀ ਵਾਲਿਆਂ ਨੇ ਕਿਹਾ ਕਹਿੰਦਾ ਆਹ ਗੱਲ ਬਾਰੇ ਚੱਲ ਤੂੰ ਕਹਿੰਦਾ ਮੈਨੂੰ ਇੰਨੀ ਗੱਲ ਦਾ ਪਤਾ ਨਾਲ ਸਭ ਕੁਛ ਸਹੀ ਦੇ ਜਾਂਦਾ ਕਹਿੰਦਾ ਇੰਨੀ ਗੱਲ ਦਾ ਪਤਾ ਤਾਂ ਕਸੂਰ ਹੈ ਨੀਗਾ ਕਹਿੰਦਾ ਬਾਕੀ ਤੇਰੀ ਤੇ ਜੋ ਚੱਲ ਤੂੰ ਹੋਇਆ ਜਿੱਦਾਂ ਤੂੰ ਕੀਤਾ ਕੰਮ ਆਪਣਾ ਜਿੱਦਾਂ ਤੈਨੂੰ ਕਿਹਾ ਗਿਆ ਨਹੀਂ ਕੀਤਾ ਤੂੰ ਤੇ ਬਾਕੀ ਕੋਈ ਗੱਲ ਨਹੀਂ ਤੇਰੀ ਖੁਆਇਸ਼ ਪੂਰੀ ਕਰਨੀ ਆ ਕਹਿੰਦਾ ਜੇਲ੍ਹ ਘੁੰਮ ਲਾ ਇੱਕ ਖੁਆਇਸ਼ ਪੂਰੀ ਕਰਨੀ ਆ ਜਿਹੜਾ ਕਹਿੰਦਾ ਵੱਖ ਤਰ੍ਹਾਂ ਦੇ ਪੋਸ਼ਨ ਬਣੇ ਇੱਥੇ ਜਿਹੜੀ ਸੁਵਿਧਾ ਤੈਨੂੰ ਚਾਹੀਦੀ ਨਾ ਇੱਕ ਤੈਨੂੰ ਮਿਲ ਜੂਗੀ ਅੱਬਲ ਕਹਿੰਦਾ ਮੈਂ ਦਿੰਦਾ ਕਿਸੇ ਨੂੰ ਨਹੀਂ ਇਹਨਾਂ ਵਿੱਚ ਕਿਸੇ ਨੂੰ ਨਹੀਂ ਕਹਿੰਦਾ ਸਾਰੇ ਜਾਣੀ ਕਿ ਜਿਸ ਤਰੀਕੇ ਨਾਲ ਕਹਿੰਦਾ ਇਹ ਸਾਰੇ ਆਏ ਆ ਜਾਣੀ ਕਿ ਕਾਫੀ ਜਾਣੀ ਕਿ ਉਹਨਾਂ ਨਾਲ ਗੱਲਾਂ ਹੁੰਦੀਆਂ ਰਹੀਆਂ ਕਹਿੰਦਾ ਜਿਸ ਤਰੀਕੇ ਨਾਲ ਇਹ ਆਏ ਆ ਤੇ ਨਾ ਉਸ ਤਰੀਕੇ ਨਾਲ ਤੂੰ ਨਹੀਂ ਆਇਆ ਜਾਣੀ ਕਿ ਤੇਰਾ ਕੋਈ ਜੁਰਮ ਨਹੀਂ ਗਾ ਚਲੋ ਜੀ ਉਹ ਮੈਂ ਮੈਨੂੰ ਮਾੜਾ ਜਿਹਾ ਗਿਆ ਦੇਖਿਆ ਧਿਆਨ ਮਾਰਿਆ ਕਿਹੜਾ ਪੋਸ਼ਨ ਲੈਣਾ ਮੈਨੂੰ ਪੋਸ਼ਨ ਮੈਂ ਤਾਂ ਯਾਰ ਘਰ ਜਾਣਾ ਮੈਂ ਸਿੱਧਾ ਹੀ ਕਹਾਂ ਮੈਂ ਤਾਂ ਘਰ ਜਾਣਾ ਵੀ ਮੈਨੂੰ ਨਹੀਂ ਪਤਾ ਹੈਗਾ ਤੇ ਆਹ ਗੱਲਬਾਤ ਆ ਮੈਂ ਕਿਹਾ ਇੱਕ ਘਰ ਜਾਣਾ ਤੇ ਇੱਕ ਮੈਂ ਘਰਦਿਆਂ ਨਾਲ ਗੱਲ ਕਰਨੀ ਜ਼ਰੂਰੀ ਤੇ ਮੈਂ ਕਿਹਾ ਹਾਈ ਦੋ ਚੀਜ਼ਾਂ ਆ ਮੈਨੂੰ ਮੈਂ ਨਹੀਂ ਹੋਰ ਕੁਝ ਵੀ ਕਰਨਾ ਹੈਗਾ
ਤੇ ਉਹ ਫਿਰ ਸੋਚਣ ਜਾਣੀ ਕਿ ਚਲ ਗਿਆ। ਫਿਰ ਤੋਂ ਆਇਆ ਥੋੜ੍ਹੇ ਚਿਰ ਬਾਅਦ, ਫਿਰ ਕਹਿੰਦਾ ਠੀਕ ਹੈ, ਕਹਿੰਦਾ ਤੈਨੂੰ ਮੈਂ ਘਰ ਕੱਢੂੰਗਾ, ਪਰ ਮੈਂ ਕੱਢੂੰਗਾ ਟਾਈਮ ਆਏ ਤੇ, ਜੇ ਕਹਿ ਦੇਵਾਂ ਕਿ ਤੈਨੂੰ ਮੈਂ ਹੁਣੇ ਕੱਢ ਦੇਵਾਂ, ਨਹੀਂ ਤੈਨੂੰ ਕੱਢੂੰਗਾ, ਕਹਿੰਦਾ ਜ਼ਰੂਰ ਮੈਂ ਇੰਨੀ ਗੱਲ ਕਹੀ। ਤੇ ਬਾਕੀ ਉਹ ਬੰਦਾ ਸੀਗਾ ਜਿਹੜਾ ਨਾਲ, ਕਹਿੰਦਾ ਇਹਦੀ ਡਿਊਟੀ ਹੋਊਗੀ ਤੇ ਇਹ ਜਾਣੀ ਕਿ ਤੇਰੀ ਘਰ ਗੱਲ ਕਰਾਇਆ ਕਰੂਗਾ, ਠੀਕ ਹੈ ਨਾ। ਸਭ ਕੁਝ ਜਾਣੀ ਕਿ ਉਹਨੇ ਦੱਸਤਾ ਉਹਨੂੰ। ਫਿਰ ਘਰ ਕਿਸ ਤਰ੍ਹਾਂ ਆਣਾ ਹੋਇਆ? ਘਰ ਫਿਰ ਮੈਡਮ ਉਹੀ ਪੌਣੇ 4 ਸਾਲ ਲੱਗ ਗਏ ਜੇਲ੍ਹ ਦੇ ਵਿੱਚ ਹੀ। ਫਿਰ ਮੈਨੂੰ ਪੌਣੇ 4 ਸਾਲ ਬਾਅਦ ਆਇਆ, ਕਿਉਂਕਿ ਬਾਹਰ ਵਿੱਚ ਕਦੀ ਮਿਲਿਆ ਹੀ ਨਹੀਂ ਮੈਨੂੰ ਉਹ ਬੰਦਾ। ਉਹ ਕੋਈ ਵੱਡਾ ਅਫਸਰ ਸੀ, ਉਹ ਜੇਲ੍ਹ ਦੇ ਵਿੱਚ ਘੱਟ ਵੱਧ ਹੀ ਹੁੰਦਾ ਸੀ। ਤੇ ਉਹ ਬਾਹਰ ਪੌਣੇ ਕੁ 4 ਸਾਲ ਬਾਅਦ ਆਇਆ, ਤੇ ਜਾਣੀ ਕਿ ਆਇਆ ਤਾਂ ਪੌਣੇ 4 ਸਾਲ ਦੇ ਵਿੱਚ ਜਾਣੀ ਕਿ ਦਿਮਾਗ ਵੀ ਉਹੋ ਜਿਹਾ ਨਹੀਂ ਰਿਹਾ ਸੀਗਾ। ਬਸ ਹਾਲਤ ਹੀ ਬਹੁਤ ਖਰਾਬ ਹੋ ਗਈ ਹੋਏਗੀ ਉੱਥੇ ਜੇਲ੍ਹ ਵਿੱਚ ਰਹਿ ਕੇ, ਜੋ ਹਾਲਾਤ ਸੀਗੇ ਜੇਲ੍ਹ ਦੇ। ਉੱਦਾਂ ਵੀ ਆਰਮੀ ਵਾਲਿਆਂ ਨਾਲ ਸਹੀ ਨਹੀਂ ਬੋਲੀਦਾ ਸੀਗਾ, ਜਾਣੀ ਕਿ ਪੁੱਠਾ ਹੀ ਬੋਲੀਦਾ ਹੁੰਦਾ ਸੀ। ਕਿਉਂਕਿ ਦਿਮਾਗ ਹੀ ਇਹੋ ਜਿਹਾ ਹੋ ਗਿਆ ਸੀਗਾ, ਬਸ ਇਹਨਾਂ ਨਾਲ ਕੋਈ ਨਾ ਕੋਈ ਜਾਣੀ ਕਿ ਕੋਈ ਨਾ ਕੋਈ ਗਲਤੀ ਦਿਸ ਪਵੇ ਸਾਡੇ 'ਚ, ਸਾਨੂੰ ਗੋਲੀ ਮਾਰ ਦੇਣ। ਆਹੋ ਹਾਲਾਤ ਸੀਗੇ ਉੱਥੇ, ਕੋਈ ਵੀ ਸਹੀ ਨਹੀਂ ਬੋਲਦਾ ਹੈਗਾ, ਕਿਉਂਕਿ ਹਰ ਕੋਈ ਇਹੀ ਸੋਚਦਾ ਹੀ ਮਰਨਾ ਆ, ਠੀਕ ਹੈ ਨਾ, ਸਾਰੇ ਕੋਲ। ਇਸ ਕਰਕੇ ਆਰਮੀ ਵਾਲਾ ਜੇ ਕੋਈ ਉਹਨਾਂ ਨੂੰ ਸਹੀ ਨਹੀਂ ਜਾਣੀ ਕਿ ਪੁੱਠੇ ਜਾਣੀ ਕਿ ਕੋਈ ਗੱਲ ਪੁੱਛਣੀ ਪੁੱਠਾ ਹੀ ਜਵਾਬ ਦੇਣਾ। ਉਹ ਆਇਆ ਤੇ ਆ ਕੇ ਮੈਨੂੰ ਕਹਿੰਦਾ ਕਿ ਤੂੰ ਠੀਕ ਹੈ। ਮੈਂ ਕਿਹਾ ਹਾਂਜੀ ਮੈਂ ਠੀਕ ਹਾਂ। ਕਹਿੰਦਾ ਮੈਨੂੰ ਪਛਾਣਦਾ? ਮੈਂ ਕਿਹਾ ਮੈਂ ਨਹੀਂ ਪਛਾਣਦਾ, ਜਾਣੀ ਕਿ ਪਛਾਣਿਆ ਨਹੀਂ, ਪੌਣੇ 4 ਸਾਲ ਬੋਲ ਹੁੰਦੇ ਆ। ਮੈਂ ਕਿਹਾ ਨਹੀਂ ਜੀ ਮੈਂ ਨਹੀਂ ਪਛਾਣਿਆ ਤੈਨੂੰ। ਕਹਿੰਦਾ ਤੈਨੂੰ ਜਿਹੜਾ ਜੇਲ੍ਹ 'ਚੋਂ ਲੈ ਕੇ ਆਇਆ ਸੀ, ਉਹਨੇ ਫਿਰ ਸਾਰਾ ਦੱਸਿਆ ਵਿਕਟਰ। ਕਹਿੰਦਾ ਮੈਂ ਉਹ ਮੈਂ ਫਿਰ ਕਹਿੰਦਾ, ਮੈਂ ਕਿਹਾ ਠੀਕ ਹੈ। ਕਹਿੰਦਾ ਫਿਰ ਤੇਰਾ ਵਾਅਦਾ ਕੀਤਾ ਸੀ ਇੱਕ ਮੈਨੂੰ, ਫਿਰ ਜਾਣੀ ਕਿ ਨਹੀਂ ਦਿਮਾਗ ਦੇ ਵਿੱਚ ਸੀ ਨਾ ਕਿ ਕਿਹੜਾ ਵਾਅਦਾ ਦੀ ਗੱਲ ਕਰਦਾ। ਫਿਰ ਉਹਨੇ ਦੱਸਿਆ ਕਿ ਇੱਦਾਂ ਕਰਕੇ, ਕਿਉਂਕਿ ਉਹਨਾਂ ਚਿਰ ਨੂੰ ਨਾ ਫਿਰ ਟਰਾਂਸਲੇਟਰ ਦੀ ਲੋੜ ਨਹੀਂ ਪਈ। ਪੌਣੇ 4 ਸਾਲ ਹੋ ਗਏ, ਜਾਣੀ ਕਿ ਥੋੜ੍ਹੀ ਬਹੁਤੀ ਜਿੱਦਾਂ ਕਹਿੰਦੇ ਨੇ ਭਾਸ਼ਾ ਉਹਨਾਂ ਦੀ ਮੈਂ ਸਮਝਣ ਦਾ ਕਾਫੀ ਲੱਗ ਪੈਣਾ, ਜਾਣੀ ਕਿ ਜਿਹੜੀ ਬੋਲਣੀ ਜਾਂ ਫਿਰ ਕੁਛ ਵਰਡ ਜਾਣੀ ਕਿ ਔਖੇ ਹੁੰਦੇ ਸੀਗੇ, ਪਰ ਇੰਨੀ ਗੱਲ ਮੈਂ ਸਮਝਣ ਲੱਗ ਪਿਆ ਸੀ ਵੀ ਬੋਲਣ ਵੀ ਲੱਗ ਪਈ ਮਾੜੀ ਜਾਣੀ ਕਿ ਆਪਣੇ ਕੁ ਜੋਗੀ। ਮੈਂ ਫਿਰ ਕਿਹਾ, ਮੈਂ ਕਿਹਾ ਵੀ ਮੇਰੀ ਗੱਲ ਸੁਣਾ, ਤੂੰ ਤਾਂ ਉਦੋਂ ਵਾਅਦਾ ਕੀਤਾ ਸੀ, ਤੂੰ ਹੈ ਹੀ ਝੂਠਾ ਬੰਦਾ ਜਾਂ ਜਿੱਦਾਂ ਮਰਜ਼ੀ ਆ, ਕਿਉਂਕਿ ਹੁਣ ਵਿਸ਼ਵਾਸ ਹੀ ਨਹੀਂ ਆਈ ਕਿਸੇ 'ਤੇ। ਮੈਂ ਕਿਹਾ ਜੇ ਕੱਢਣਾ ਹੁੰਦਾ ਤੂੰ ਉਦੋਂ ਹੀ ਕੱਢ ਦਿੰਦਾ। ਕਹਿੰਦਾ ਤੈਨੂੰ ਕੱਢਣਾ ਆਸਾਨ ਨਹੀਂ ਹੈਗਾ, ਕਹਿੰਦਾ ਕਾਨੂੰਨ ਜਾਣੀ ਗੌਰਮੈਂਟ ਨੇ ਤੈਨੂੰ ਕਹਿੰਦਾ ਇੱਕ ਵਾਰ ਸਾਬਤ ਕੀਤਾ ਨਾ ਦੋਸ਼ੀ ਆ, ਪਰ ਮੈਨੂੰ ਪਤਾ ਤੂੰ ਨਹੀਂ ਦੋਸ਼ੀ, ਤੇ ਆਹ ਗੱਲ ਬਾਤ ਯਾਰ। ਕਹਿੰਦਾ ਹੁਣ ਆਪਣੇ ਹਿਸਾਬ ਨਾਲ ਕੱਢਣਾ, ਮੈਂ ਹੁਣ ਆਪਣੀ ਨੌਕਰੀ 'ਤੇ ਜੋ ਕੰਮ ਮੈਂ ਉਹ ਕਰਦਾ, ਠੀਕ ਹੈ ਨਾ। ਤੂੰ ਬੇਕਸੂਰਾ ਨਹੀਂ ਬੇਕਸੂਰਾ, ਇਹ ਕਹਿੰਦਾ ਪੁਲਿਸ ਵਾਲਿਆਂ ਦਾ ਕੰਮ ਹੈ ਜਾਂ ਫਿਰ ਉਹ ਗੌਰਮੈਂਟ ਦਾ ਕੰਮ, ਇਮੀਗ੍ਰੇਸ਼ਨ ਦਾ ਕੰਮ। ਕਹਿੰਦਾ ਸਾਡਾ ਨਹੀਂ, ਸਾਡਾ ਕੰਮ ਬਸ ਬਾਰਡਰ ਦਾ ਅਤੇ ਜ਼ਿਆਦਾ ਜੇਲ੍ਹ ਦਾ। ਅਤੇ ਆਹ ਗੱਲ ਪਈ ਉਹਨੇ ਕਹੀ ਮੈਨੂੰ, ਮੈਂ ਫਿਰ ਚੁੱਪ ਕਰ ਗਿਆ, ਕਿਉਂਕਿ ਵੱਡੇ ਅਫਸਰ ਨੂੰ ਗੱਲ ਕਰਨ ਦੀ ਜਾਣੀ ਕਿ ਹੁੰਦੀ ਆ ਤਰੀਕਾ ਹੁੰਦਾ, ਹੁਣ ਜਿਸ ਤਰੀਕੇ ਨਾਲ ਗੱਲ ਕੀਤੀ ਹੈ ਨਾ ਕਿ ਅੱਗੇ ਜਵਾਬ ਨਹੀਂ ਦੇ ਹੋਇਆ, ਫਿਰ ਮੈਂ ਚੁੱਪ ਕਰ ਗਿਆ। ਅਤੇ ਫਿਰ ਨਾ ਮੈਂ ਉਹਨੂੰ ਫਿਰ ਐਂਡ ਸਵਾਲ ਪੁੱਛਿਆ, ਮੈਂ ਕਿਹਾ ਬਈ ਠੀਕ ਹੈ ਜੀ, ਤੁਸੀਂ ਕਿਸ ਤਰੀਕੇ ਨਾਲ ਨਾ ਮੈਨੂੰ ਕੱਢੂਗੇ ਫਿਰ ਮੈਨੂੰ ਮੈਂ ਹੁੰਦਾ ਹੀ ਦਿਮਾਗ ਦੇ ਵਿੱਚ, ਕਿਉਂਕਿ ਹੁਣ ਸਾਰੇ ਭਾਂਤ ਦੇ ਕੈਦੀ ਗਏ ਉੱਤੇ, ਜਾਣੀ ਕਿਸੇ ਨੂੰ ਕਈ ਸਵਾਲ ਕਰਨਾ, ਜਾਣੀ ਕਿ ਸਾਰਾ ਕੁਛ ਗੱਲ ਕਰਨ ਦਾ ਤਰੀਕਾ ਬਦਲ ਗਿਆ। ਫਿਰ ਮੈਂ ਸਿੱਧਾ ਪੁੱਛਿਆ, ਮੈਂ ਕਿਹਾ ਬਈ ਮੈਨੂੰ ਤੁਸੀਂ ਕਿੱਦਾਂ ਕੱਢੂਗੇ ਹੈ ਨਾ, ਅਤੇ ਤੁਸੀਂ ਕਹਿਣਾ ਨਾ ਹੈ ਕੱਢਣਾ। ਮੈਂ ਕਿਹਾ ਉਦੋਂ ਤੂੰ ਕੱਢ ਨਹੀਂ ਸਕੇ ਅਤੇ ਹੁਣ ਕਿੱਦਾਂ ਕੱਢ ਦੂੰਗੇ ਤੁਸੀਂ ਮੈਨੂੰ। ਅਤੇ ਉਹ ਬਾਅਦ ਵਿੱਚ ਉਹ ਹੋ ਗਈ ਗੱਲਬਾਤ। ਉਹ ਕਹਿੰਦੇ ਕਿ ਆਹ ਡੈਥ ਸਰਟੀਫਿਕੇਟ ਦਿਖਾਇਆ ਮੈਨੂੰ ਇੱਕ ਆਪਣਾ, ਠੀਕ ਹੈ ਨਾ। ਉਹ ਕਹਿੰਦਾ ਡੈਥ ਸਰਟੀਫਿਕੇਟ ਲਾ ਕੇ ਤੈਨੂੰ ਕੱਢਣਾ, ਤੈਨੂੰ ਇੱਕ ਬਾਰਡਰ 'ਤੇ ਛੱਡ ਦੇਣਾ, ਠੀਕ ਹੈ ਨਾ। ਤੇ ਇਹ ਸਾਬਤ ਕਰ ਦਾਂਗੇ ਕਿ ਤੇਰੀ ਮੌਤ ਹੋ ਗਈ। ਹਾਂਜੀ ਡੈਥ ਸਰਟੀਫਿਕੇਟ ਮੇਰਾ ਪਤਾ ਕੀ ਗੱਲ, ਮੇਰੀ ਜੇਲ੍ਹ ਦੇ ਵਿੱਚ ਮੇਰਾ ਸਹੀ ਨਾਮ ਨਹੀਂ ਭਰਿਆ। ਜਿੱਦਾਂ ਮੇਰਾ ਨਾਮ ਮਨਪ੍ਰੀਤ ਸਿੰਘ ਆ, ਮੇਰਾ ਉੱਥੇ ਰਿਕਾਰਡ ਚੜਿਆ ਜਿੰਮੀ ਸ਼ੋ ਨਾਂ ਦੇ ਵਿੱਚ ਉੱਤੇ। ਘਰਦਿਆਂ ਨੇ ਕੋਸ਼ਿਸ਼ ਵੀ ਕੀਤੀ, ਹੋਰ ਵੀ ਬੰਦੇ ਸੀਗੇ ਜਾਣੀ ਕਿ ਉਹਨਾਂ ਨੇ ਬੜਾ ਜ਼ੋਰ ਲਾਇਆ। ਉਹ ਉਹਨਾਂ ਨੇ ਕਿਹਾ ਕਿ ਉਹਦਾ ਉਸ ਨਾਂ ਦਾ ਮੁੰਡਾ ਨਹੀਂ ਲੱਭ ਰਿਹਾ ਇੰਡੀਅਨ, ਠੀਕ ਹੈ। ਪਰ ਮੇਰਾ ਨਾਮ ਉਹਨਾਂ ਨੇ ਜਿੰਮੀ ਸ਼ੋ ਨਾਂ, ਪਰ ਇੰਨਾ ਨਹੀਂ ਪਤਾ ਕਿਹੜੀ ਕੰਟਰੀ ਦਾ ਸ਼ੋਅ ਕੀਤਾ, ਇਹ ਨਹੀਂ ਮੈਂ ਕਹਿ ਸਕਦਾ। ਮੈਨੂੰ ਇੰਨਾ ਪਤਾ ਸੀ ਉਹਨਾਂ ਨੇ ਦੱਸਿਆ ਕਿ ਜਿੰਮੀ ਸ਼ੋ ਨਾਂ ਦੇ ਉੱਤੇ ਤੈਨੂੰ ਭਰਤੀ ਕੀਤਾ ਇੱਥੇ। ਫਿਰ ਸਹੀ ਨਾਮ ਮਨਪ੍ਰੀਤ ਸਿੰਘ ਜਿਹੜਾ ਸੀ ਨਾ, ਅਤੇ ਉਹ ਉਹਨਾਂ ਨੇ ਭਰਿਆ ਉੱਥੇ ਛੋਟੀ ਜੇਲ੍ਹ ਦੇ ਵਿੱਚ ਭਰ ਕੇ ਮੇਰਾ ਫਿਰ ਨਾ ਜਿਹੜਾ ਰਿਪੋਰਟ ਕਰਨ ਦੀ ਐਪਲੀਕੇਸ਼ਨ ਜਾਰੀ ਕਰ ਦਿੱਤੀ ਸੀ ਉਹਨਾਂ ਨੇ। ਉਹ ਰਿਕਾਰਡ ਮੇਰਾ ਚਾੜ ਦਿੱਤਾ ਸੀਗਾ ਉਹਨਾਂ ਨੇ। ਫਿਰ ਛੋਟੀ ਜੇਲ੍ਹ ਦੇ ਵਿੱਚ ਜਦੋਂ ਲੈ ਕੇ ਗਏ ਸੀਗੇ ਮੈਨੂੰ, ਅਤੇ ਉਹਨਾਂ ਨੇ ਫਿਰ ਵਿਕਟਰ ਉਹ ਆਇਆ ਅਤੇ ਉਹ ਕਹਿੰਦਾ ਤੈਨੂੰ ਕੱਢਣਾ। ਉੱਥੇ ਮੈਨੂੰ ਉਹਨਾਂ ਨੇ ਇਹਨੇ ਸਭ ਕੁਝ ਕਰਕੇ ਨਾ ਮੈਨੂੰ ਜੇਲ੍ਹ ਦੇ ਵਿੱਚੋਂ ਕੱਢਿਆ ਉਹਨੇ। ਉਹ ਮੈਨੂੰ ਪਤਾ ਕਹਿੰਦੇ ਕਾਨੇ ਆ ਉੱਥੇ, ਕਾਨੇ ਟੱਪ ਕੇ ਨਾ ਜਦੋਂ ਜਾਊਂਗਾ ਨਾ ਉਦੋਂ ਤੈਨੂੰ ਬੋਰਡਰ ਪੁਲਿਸ ਨੇ ਫੜੂਗੀ। ਬੋਰਡਰ ਪੁਲਿਸ ਫੜ ਕੇ ਤੈਨੂੰ ਕਹਿੰਦਾ ਆਪਣੀ ਛੋਟੀ ਜੇਲ੍ਹ ਦੇ ਵਿੱਚ ਚੰਨੀ ਵਿਸਕੀ ਨਾਮ ਦੀ ਜੇਲ੍ਹ, ਮੈਨੂੰ ਹਜੇ ਵੀ ਚੇਤਾ ਆ। ਉਹਨੇ ਕਿਹਾ ਚੰਨੀ ਵਿਸਕੀ ਜੇਲ੍ਹ 'ਚ ਲੈ ਜਾਣਾ ਤੈਨੂੰ, ਠੀਕ ਹੈ ਨਾ। ਉੱਥੇ ਜਾਣੀ ਕਿ ਤੈਨੂੰ ਛੋਟੀ ਜੇਲ੍ਹ ਦੇ ਵਿੱਚ ਲੈ ਜਾਣਾ, ਉੱਥੇ ਤੇਰੇ ਫਿੰਗਰ ਕਰਕੇ ਤੇਰਾ ਇੰਡੀਆ ਦਾ ਤੂੰ ਹੈਗਾ ਆ, ਸਹੀ ਨਾਮ ਤੇਰਾ ਚਾੜ ਕੇ ਤੈਨੂੰ ਇੰਡੀਆ ਦਾ ਓਟ ਪਾਸ ਲੈ ਕੇ ਉੱਥੋਂ ਤੈਨੂੰ ਭੇਜ ਦੇਣਾ ਐਮਬੈਸੀ ਤੋਂ। ਮੈਂ ਕਿਹਾ ਠੀਕ ਆ। ਇਹ ਮੈਂ ਤੁਰ ਪਿਆ ਅਤੇ ਇਹਨਾਂ ਨੇ ਜਾਣੀ ਕਿ ਦਿਨੇ ਜੇ ਜਦੋਂ ਕੱਢਿਆ, ਜਦੋਂ ਪਹਿਲਾਂ ਚਲੋ ਇੰਨਾ ਹੀ ਯਕੀਨ ਹੈ ਨਹੀਂ ਸੀਗਾ, ਜਾਣੀ ਕਿ ਇੱਦਾਂ ਹੁੰਦੀ ਨਹੀਂ ਹੁਣ, ਕਿਉਂਕਿ ਜਿਹੜੇ ਕੈਦੀ ਜਿਹੜੇ ਜਿੱਦਾਂ ਵੀ ਕਹਿੰਦੇ, ਉਹ ਕਈ ਤਾਂ ਇਹ ਕਹਿੰਦੇ ਹੁਣ ਜ਼ਿਆਦਾ ਕੈਦੀ ਹੁੰਦੇ, ਅਗਲੇ ਕਈ ਬੰਦੇ ਇਹੋ ਜਿਹੇ ਬਾਹਰ ਲੈ ਗਏ ਹਜੇ ਤੱਕ ਮੁੜ ਕੇ ਨਹੀਂ, ਇਹ ਮਾਰ ਦਿੰਦੇ, ਗੋਲੀ ਮਾਰ ਦਿੰਦੇ। ਕੁਝ ਨਹੀਂ ਪਤਾ ਸੀਗਾ ਕਿ ਕੀ ਹੋਣ ਵਾਲਾ, ਹੁਣ ਬਸ ਤੁਸੀਂ ਚਲੇ ਗਏ। ਪਰ ਕਹਿੰਦਾ ਜੇ ਕੋਈ ਬਚ ਕੇ ਗਿਆ ਵੀ ਹੁੰਦਾ ਨਾ, ਸਾਡੇ ਜਿੰਨੇ ਵੀ ਕੈਦੀ ਖੜੇ ਵਧੀਆ ਜੇ ਬਚ ਕੇ ਛੱਡੇ ਹੁੰਦੇ ਨਾ, ਕਹਿੰਦਾ ਹੁਣ ਤੱਕ ਉਹਨਾਂ ਨੇ ਕੋਈ ਨਾ ਕੁਛ ਕਰਨਾ ਸੀਗਾ।
ਕਿ ਅਸੀਂ ਵੀ ਸਾਡੇ ਸਾਥੀ ਸੀ ਕਿ ਸਾਨੂੰ ਵੀ ਕੁਛ ਨਾ ਸਾਡੇ ਲਈ ਕਰਨਾ ਸੀਗਾ। ਕਹਿੰਦਾ ਮਤਲਬ ਕਹਿੰਦਾ ਬਚ ਕੇ ਨਹੀਂ ਗਏ ਉਹ, ਉਹਨਾਂ ਮਾਰ ਦਿੰਦੇ, ਗੋਲੀ ਮਾਰਦੇ। 100% ਯਕੀਨ ਸੀ ਸਾਰਿਆਂ ਨੂੰ ਕਿ ਇਹਨਾਂ ਨੂੰ ਗੋਲੀ ਮਾਰ ਦਿੰਦੇ। ਚਲੋ ਸਾਨੂੰ ਵੀ ਯਕੀਨ, ਪਰ ਇੰਨੀ ਗੱਲ ਜਦੋਂ ਜਿੰਨਾ ਚਿਰ ਅੰਦਰ ਦੀ ਨਾ, ਅੰਦਰ ਦੇ ਘੇਰੇ ਦੇ ਵਿੱਚ ਜਿੱਦਾਂ ਆਪਣੇ ਜਿੱਦਾਂ ਮੇਰੀ ਉਦੋਂ ਸੋਚ ਨਹੀਂ ਸੀਗੀ, ਜਿੱਦਾਂ ਮੈਂ ਸੋਚਦਾ ਹੀ ਹਾਂ ਅੰਦਰ ਦੇ ਘੇਰੇ ਵਿੱਚ ਸੀ ਨਾ, ਅੰਦਰ ਦਾ ਘੇਰਾ ਗੰਦਾ ਹੈਗਾ। ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਆ। ਜਦੋਂ ਜੇਲ੍ਹ ਦੇ ਘੇਰੇ 'ਚ ਬਾਹਰ ਨਿਕਲੇ, ਜਦੋਂ ਦਿਨੇ ਮੈਨੂੰ ਗੱਡੀ ਵਿੱਚ ਪਾਇਆ ਬਾਂਦਰ ਵਿੱਚ, ਦਿਨ ਦੇਖਿਆ ਆਲਾਤ ਵਾਲਾ ਦਿਨ ਦੇਖਿਆ, ਅਤੇ ਆਲਾ ਦੇਖ ਕੇ ਹਵਾ ਪਾਣੀ ਜਦੋਂ ਬਾਹਰਲੀ ਹੁੰਦੀ ਆ, ਫਿਰ ਦੇਖ ਕੇ ਫਿਰ ਧੁੱਪ ਦੇਖੀ, ਅਤੇ ਮੈਂ ਮਰਨ ਨੂੰ ਦਿਲ ਨਾ ਕਰੇ, ਫਿਰ ਮਰਨ ਨੂੰ ਦਿਲ ਨਾ ਕਰੇ ਅਤੇ ਕਹਿ ਹੀ ਦੇਣਾ ਵੀ ਕਿ ਹਾਂਜੀ ਮਰ ਜਾਵਾਂਗੇ, ਪਰ ਉਹ ਤਾਂ ਫਿਰ ਅੰਦਰ ਸੀਗੇ, ਮਜਬੂਰ ਸੀਗੇ। ਜਦੋਂ ਬਾਹਰ ਆਏ ਤਾਂ ਫਿਰ ਹੱਥ ਪੈਰ ਕੰਬਣ ਇੱਕੋ ਵਾਰੀ। ਚਲੋ ਕੋਈ ਗੱਲ ਨਹੀਂ, ਮੈਂ ਕਿਹਾ ਚਲੋ ਪਰਮਾਤਮਾ ਜੋ ਕਰੂ ਸਹੀ ਕਹੂ। ਬਾਹਰ ਰਾਤ ਦਾ ਟਾਈਮ ਹੋ ਗਿਆ, ਜਾਣੀ ਗੱਡੀ ਤਾਂ ਪੂਰੀ ਸਪੀਡ 'ਤੇ ਆਈ ਉੱਥੋਂ, ਅਤੇ ਉਹੀ ਗੱਲ ਹੋਈ, ਕਾਨੇ ਸੀਗੇ, ਕਾਨਿਆਂ ਦੇ ਵਿੱਚ ਮੈਨੂੰ ਉਹਨਾਂ ਨੇ ਕਿਹਾ ਕਿ ਕਾਨੇ ਟੱਪ, ਅੱਗੇ ਜਿੱਦਾਂ ਤੈਨੂੰ ਦੱਸਿਆ ਨਾ, ਅੱਗੇ ਤੈਨੂੰ ਬਾਰਡਰ ਪੁਲਿਸ ਨੇ ਫੜਨਾ, ਕੁਛ ਨਾ ਕਰੀ, ਤੂੰ ਚੁੱਪ ਕਰਕੇ ਹੱਥ ਖੜੇ ਕਰ ਲਈ ਅਤੇ ਗੋਡੇ ਮੁੱਦੇ ਮਾਰ ਲਈ, ਠੀਕ ਹੈ ਨਾ। ਮੈਂ ਕਿਹਾ ਠੀਕ ਆ। ਅਤੇ ਮੈਂ ਨਾ ਜਾਣੀ ਕਿ ਜਦੋਂ ਕਾਨਿਆਂ ਦੇ ਵਿੱਚ ਗਿਆ, ਉੱਥੇ ਮੈਂ ਲੰਮੇ ਪੈ ਗਿਆ। ਮੈਨੂੰ ਨਾ ਕੁਛ ਬੰਦੇ ਜਿੱਦਾਂ ਕਹਿੰਦੇ ਸੀਗੇ, ਕਹਿੰਦੇ ਕਿ ਬਈ ਜੇ ਗੋਲੀ ਮਾਰਨਗੇ ਕਈ ਵਾਰੀ ਬਚ ਵੀ ਜਾਂਦਾ ਹੁੰਦਾ ਬੰਦਾ, ਲੰਮੇ ਪੈ ਜੀ ਅਤੇ ਭੱਜੀ ਨਾ ਜਾਈ, ਕੋਈ ਹੁੰਦਾ। ਪਰ ਆਹ ਸ਼ਹਿਰ ਪਰਮਾਤਮਾ ਰਾਖੀ ਦੇ ਵਿੱਚ ਸਾਰੇ ਜਾਣੀ ਕਿੱਦਾਂ ਕਰਦੇ ਆ। ਉਹੀ ਗੱਲਬਾਤ ਹੋਈ, ਕਾਨਿਆਂ ਵਿੱਚ ਮੈਂ ਘੰਟਾ ਕੁ ਲੰਮਾ ਪਿਆ ਰਿਹਾ। ਘੰਟਾ ਕੁ ਲੰਮਾ ਪੈ ਕੇ ਫਿਰ ਮੈਂ ਉੱਠ ਪਿਆ। ਜਾਣੀ ਕਿ ਆਵਾਜ਼ ਤਾਂ ਆਈ ਗੋਲੀ ਦੀ, ਪਰ ਉਹ ਉੱਧਰੋਂ ਜਾਣੀ ਕਿ ਪਿੱਛੋਂ ਨਹੀਂ ਆਈ ਸੀਗੀ। ਜਾਣੀ ਕਿ ਉਹ ਤਾਂ ਫਿਰ ਮੈਨੂੰ ਜਿੱਦਾਂ ਮੈਨੂੰ ਆਪਣੇ ਮੇਰੇ ਦਿਨ ਨੂੰ ਤਾਂ ਇਹ ਲੱਗਾ ਜਦੋਂ ਆਵਾਜ਼ ਆਉਂਦੀ ਵੀ ਲੈ ਵੀ ਗੋਲੀਆਂ ਚੱਲਦੀਆਂ ਪਈਆਂ, ਠੀਕ ਹੈ ਨਾ। ਅਤੇ ਉਹ ਜਦੋਂ ਫਿਰ ਮੈਂ ਜੇਲ੍ਹ ਦੇ ਵਿੱਚ ਸੀਗਾ, ਉਦੋਂ ਵੀ ਗੋਲੀਆਂ ਦੀ ਆਵਾਜ਼, ਫਿਰ ਮੈਨੂੰ ਪਤਾ ਲੱਗਾ ਸੀਗਾ ਕਿ ਉੱਥੇ ਨਾ ਉਹ ਟ੍ਰੇਨਿੰਗ ਦਿੰਦੇ ਆ ਲਾਗੇ ਆਰਮੀ ਵਾਲਿਆਂ ਨੂੰ, ਉਹਦੀ ਆਵਾਜ਼ ਸੀਗੀ। ਉਹ ਜਦੋਂ ਜਿੱਦਾਂ ਹੀ ਮੈਡਮ ਮੈਂ ਨਾ ਉਹ ਕਾਨੇ ਟੱਪੇ ਨਾ, ਉੱਦਾਂ ਹੀ ਬਾਰਡਰ ਪੁਲਿਸ ਨੇ ਆਇਆ, ਅਤੇ ਮੈਂ ਕੋਈ ਗੋਡੇ ਮੁੱਦੇ, ਮੈਂ ਆਪਣੇ ਵੱਲੋਂ ਜਾਣੀ ਕਿ ਡਰ ਗਿਆ, ਜਾਣੀ ਕਿ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਹਾਂ। ਉਹਨੇ ਕੁੱਟੋ ਆ ਕੇ ਫੜ ਲਿਆ ਮੈਨੂੰ, ਕੁੱਟੋ ਫੜ ਲਿਆ, ਅਤੇ ਨਾ ਮੇਰਾ ਸਹੀ ਨਾਮ ਲਿਆ ਉਹਨੇ, ਮਨਪ੍ਰੀਤ ਸਿੰਘ ਦੱਸ। ਅਤੇ ਮੈਂ ਕਿਹਾ ਮੈਨੂੰ ਵਿਸ਼ਵਾਸ ਜਿਹਾ ਹੋ ਗਿਆ, ਨਹੀਂ ਵੀ ਜਿੱਦਾਂ ਉਹ ਕਹਿੰਦੇ ਉੱਦਾਂ ਹੀ। ਫਿਰ ਜਾਣੀ ਕਿ ਇੱਦਾਂ ਕਹਿੰਦੇ ਨਹੀਂ ਯਕਦਮ ਰਾਹ ਖੁੱਲ੍ਹਿਆ, ਅਤੇ ਫਿਰ ਉਦੋਂ ਵੀ ਯਕੀਨ ਨਹੀਂ ਹੁੰਦਾ ਪਿਆ ਕੀ ਹੋ ਰਿਹਾ, ਜਾਣੀ ਕਿ ਇੱਦਾਂ ਮਤਲਬ ਦਿਮਾਗ ਬਿਲਕੁਲ ਖਤਮ ਹੋਏਗਾ। ਉਹ ਛੋਟੀ ਜੇਲ੍ਹ 'ਤੇ ਗਿਆ, ਉਹੀ ਵੱਡਾ ਅਫਸਰ ਜਿਹੜਾ ਸੀ ਨਾ ਜਾਂਦੇ ਨੂੰ ਸਾਹਮਣੇ ਬੈਠਾ ਸੀਗਾ, ਉਹ ਦੇਖਿਆ ਉਹਨੇ ਮਾੜਾ ਜਿਹਾ ਹੱਥ ਖੜਾ ਕੀਤਾ ਆ, ਜਿਹੜਾ ਨਾਲ ਸੀਗਾ ਨਾ ਮੁੰਡਾ ਕੰਪਿਊਟਰ 'ਤੇ ਸੀਗਾ, ਉਹ ਜਿਹੜਾ ਗੱਲ ਕਰਾਉਂਦਾ ਸੀ 2-3 ਮਹੀਨਿਆਂ ਬਾਅਦ ਘਰ, ਅਤੇ ਉਹਨੇ ਅੰਗੂਠਾ ਜਿਹਾ ਖੜਾ ਕੀਤਾ, ਆ ਜਾ ਕਹਿੰਦੇ ਉਹਦੇ। ਉਹ ਫਿਰ ਉਹਨਾਂ ਨੇ ਮੇਰਾ ਫਿੰਗਰ ਲਏ, ਉਹਨਾਂ ਨੇ ਮੇਰੀ ਅੱਖਾਂ ਦੇ ਆਈਸ ਪ੍ਰਿੰਟ ਲਏ, ਅਤੇ ਫੋਟੋ ਲਈ ਮੇਰਾ ਨਾਮ ਜਿਹੜਾ ਸਹੀ ਉਹਨਾਂ ਨੇ ਇੰਗਲਿਸ਼ 'ਚ ਲਿਖਾਇਆ ਮੇਰੇ ਤੋਂ, ਅਤੇ ਬਾਅਦ ਵਿੱਚ ਮੈਨੂੰ ਮੇਰੇ ਪਾਸਪੋਰਟ ਦੀ ਫੋਟੋ ਕਾਪੀ ਦਿਖਾਈ ਕੱਢ ਕੇ, ਇਹ ਉਹ ਵਾਲੀ, ਆਹ ਕਹਿੰਦਾ ਤੇਰਾ ਪਾਸਪੋਰਟ ਹੋਣਾ ਓਰੀਜਨਲ ਜਿਹੜਾ ਤੁਹਾਡਾ ਪਹਿਲੇ ਸੀ। ਹਾਂਜੀ, ਉਹਦੀ ਫੋਟੋ ਕਾਪੀ ਕੱਢੀ, ਜਿਹੜਾ ਪਾੜਤਾ ਸੀ ਇੰਡੀਆ ਦਾ। ਫਿਰ ਉਹ ਜਿਹੜੀ ਕਾਪੀ ਆ, ਉਹ ਜਿਹੜਾ ਆਰਮੀ ਵਾਲਾ, ਉਹ ਏਅਰਪੋਰਟ ਤੋਂ ਵਿੱਚੋਂ ਕਢਾ ਕੇ ਲਿਆਂਦੀ ਸੀ ਉਹਨੇ ਮੇਰੀ, ਠੀਕ ਹੈ ਨਾ। ਜਿੰਨੀ ਤਰੀਕ 'ਚ ਆਇਆ ਸੀ ਨਾ, ਉਹ ਸਭ ਕੁਛ ਉਹਨੇ ਮੇਰਾ ਉੱਥੋਂ ਰਿਕਾਰਡ ਮਨਪ੍ਰੀਤ ਸਿੰਘ ਨਾਮ ਦਾ ਸਾਰਾ ਕਢਾ ਕੇ ਲੈ ਆਇਆ ਸੀਗਾ, ਕਿ ਗਾਂ ਨੂੰ ਐਮਬੈਸੀ ਵਿੱਚ ਪੇਸ਼ ਕਰਨਾ, ਜਾਣੀ ਕਿ ਕਿਸੇ ਬੰਨੋਂ ਕੁਛ ਰਹਿ ਨਾ ਜਾਵੇ। ਪਰ ਉਹਨੇ ਸਾਫ਼ ਕਿਹਾ ਸੀ, ਕਹਿੰਦਾ ਇਹ ਨਾ ਕਹੀ ਕਿ ਤੈਨੂੰ ਮੈਂ ਛੱਡਣ ਲੱਗਾ, ਕਹਿੰਦਾ ਕੋਈ ਪਤਾ ਨਹੀਂ, ਇਹ ਤਾਂ ਰੱਬ ਦੀ ਰਜ਼ਾ, ਜੇ ਤੁਸੀਂ ਉਮਰ ਹੋਈ ਨਾ, ਕਹਿੰਦਾ ਫਿਰ ਤਾਂ ਤੂੰ ਨਿਕਲ ਜਾਣਾ, ਪਰ ਜਿੱਥੇ ਗੇਮ ਅੜ ਗਈ ਅਤੇ ਉੱਥੇ ਤੈਨੂੰ ਮੈਂ ਗੋਲੀ ਮਾਰ ਦੇਣੀ ਹੈ। ਉਹਨੇ ਉਹ ਹੈ ਹੀ ਨਹੀਂ, ਮੈਂ ਉਹਨੂੰ ਕਹਿੰਦਾ ਵੀ ਉਹਨੇ ਪਹਿਲਾਂ ਹੀ ਦੱਸ ਦਿੱਤਾ ਹੀ, ਕਹਿੰਦਾ ਕਿ ਬੇਕਸੂਰ ਆਇਆ, ਕਹਿੰਦਾ ਤੂੰ, ਕਹਿੰਦਾ ਇਹ ਜੇਲ੍ਹ ਤਾਂ ਬਾਈ ਜਿਹੜੇ ਕਸੂਰਵਾਰ ਉਹਨਾਂ ਵਾਸਤੇ ਆ ਜੇਲ੍ਹ ਇਹ, ਅਤੇ ਉਹਨਾਂ ਨੂੰ ਮੈਂ ਸਜ਼ਾ ਵੀ ਬਹੁਤ ਦਿੰਦਾ, ਉਹ ਹੱਕਦਾਰ ਆ। ਕਹਿੰਦਾ ਜਿੱਦਾਂ ਹੁਣ ਤੂੰ ਆ, ਮੈਂ ਕਿਹਾ ਤੂੰ ਹੱਕਦਾਰ ਹੈ ਨਹੀਂ, ਕਹਿੰਦਾ ਮੈਂ ਨਾ ਹੀ, ਤੈਨੂੰ ਪਤਾ ਕਹਿੰਦਾ ਮੌਤ ਨਾਲ ਭੈੜੀ ਆ ਇਹ ਚੀਜ਼, ਕਹਿੰਦਾ ਚੋਰ ਕੇ ਬੰਦਾ ਮਰਦਾ, ਕਹਿੰਦਾ ਇੱਥੇ ਦਿਨ ਗਿਣ ਕੇ ਬਿਲਕੁਲ ਦਿਨ। ਇੱਕ ਤਾਂ ਹੁੰਦੇ ਬੰਦੇ ਨੇ ਸਜ਼ਾ ਪੂਰੀ ਕਰਨੀ, ਦਿਨ ਗਿਣਦਾ ਰਹਿੰਦਾ, ਕਾਂਟੇ ਮਾਰਦਾ ਰਹਿੰਦਾ। ਇੱਥੇ ਕਾਂਟਾ ਵੀ ਕੋਈ ਨੀਗਾ, ਆਪੇ ਕਾਂਟਾ ਮਾਰੀਏ ਤਾਂ ਆਪੇ ਜਾਣੀ ਕੋਈ ਲਾਈਨ ਟੁੱਟਣੀ ਨਹੀਂ, ਕਿਉਂਕਿ ਕੀ ਪਤਾ ਕਦੋਂ ਕੀ ਹੋਣਾ, ਉੱਥੇ ਮਰੇ ਬੰਦੇ ਦੀ ਵੀ ਕੀਮਤ ਹੈ ਨਹੀਂ ਗੀ। ਅਤੇ ਉਹੀ ਗੱਲਬਾਤ ਹੋਈ ਆ ਜੀ, ਇਹਨਾਂ ਨੇ ਵਾਪਸ ਉੱਥੇ ਜਾ ਕੇ ਰਿਕਾਰਡ ਲਿਆ ਮੇਰਾ, ਅਤੇ ਇੰਡੀਆ ਫੋਨ ਆਹ ਦਿੱਤਾ ਮੈਨੂੰ ਉਹਨਾਂ ਨੇ, ਉੱਦਾਂ ਹੀ ਜਾਣੀ ਕਿ ਉਹ ਬਾਰਡਰ ਤੋਂ ਫੜਦੇ ਰਹਿੰਦੇ ਬੰਦੇ, ਉਹ ਟੱਪ ਜਿਹੜੇ ਬਾਰਡਰ ਹੈ ਨਾ, ਬਾਰਡਰ ਪੁਲਿਸ ਹੁੰਦੀ ਨਾ, ਜਾਂ ਹੁਣ ਡੋਂਕੀਆਂ ਲਾਉਣੀ ਜਾਂਦੇ ਆ, ਬਹੁਤ ਬੰਦੇ ਫੜਦੇ ਆ, ਉਹਨਾਂ ਦੇ ਮੋਬਾਈਲ ਖੋਹ ਲਾਉਂਦੇ ਆ, ਉਹਨਾਂ ਦੇ ਕੋਲ ਹੀ ਹੁੰਦੇ ਆ, ਉਹਨਾਂ ਵਿੱਚੋਂ ਪਤਾ ਨਹੀਂ ਰੱਬ ਹੀ ਜਾਣਦਾ। ਉਹੀ ਗੱਲ, ਜਾਣੀ ਕਿ ਉਹ ਆਹ ਫੋਨ ਮੈਨੂੰ ਦਿੱਤਾ ਉਹਨਾਂ ਨੇ, ਅਤੇ ਇਹਦੇ ਵਿੱਚ ਉਹਨਾਂ ਨੇ ਇੱਕ ਨੰਬਰ ਨੋਟ ਕੀਤਾ, ਕਹਿੰਦਾ ਐਮਬੈਸੀ ਵਾਲਾ ਬੰਦਾ ਇਹ, ਠੀਕ ਹੈ ਨਾ, ਇਹਲਾ ਗੱਲ ਕਰਨ 'ਤੇ, ਜਾਣੀ ਕਿ ਐਮਰਜੈਂਸੀ ਨੰਬਰ ਆ। ਅਤੇ ਮੈਂ ਹੈ ਨਾ ਉਹ ਐਮਬੈਸੀ ਵਾਲੇ, ਪਤਾ ਨਹੀਂ ਉਹਨੇ ਪ੍ਰਾਈਵੇਟ ਨੰਬਰ ਤੋਂ ਮੇਰੀ ਗੱਲ ਕਰਾਈ, ਮੈਂ ਐਮਬੈਸੀ ਵਾਲੇ ਦਾ ਗੱਲ ਕੀਤੀ ਆ, ਹਾਂ। ਅਤੇ ਉਹ ਕਹਿੰਦਾ ਕਿ ਠੀਕ ਆ। ਮੈਂ ਕਿਹਾ ਦਾਦਾ ਭਾਈ ਮੈਂ ਬਾਰਡਰ ਤੋਂ ਫੜਿਆ ਗਿਆ, ਮੈਨੂੰ ਜਾਣੀ ਕਿ ਅਨਲੀਗਲ ਆ, ਮੈਨੂੰ ਪਤਾ ਨਹੀਂ, ਮੈਨੂੰ ਉਹਨੇ ਫੜਿਆ ਅਤੇ ਮੈਨੂੰ ਆਊਟ ਪਾਸ ਚਾਹੀਦਾ ਆ, ਠੀਕ ਹੈ ਨਾ, ਕਿਉਂਕਿ ਸਹੀ ਗੱਲ ਨਹੀਂ ਨਾ ਦੱਸਣੀ, ਜਿੱਦਾਂ ਉਹਨਾਂ ਨੇ ਕਿਹਾ ਸੀਗਾ, ਜਿੱਦਾਂ ਉਹਨਾਂ ਨੇ ਕਿਹਾ ਸੀਗਾ, ਕਿਉਂਕਿ ਫਿਰ ਤਾਂ ਵਿਸ਼ਵਾਸ ਹੋਣੀ ਲੱਗ ਪਿਆ ਸੀਗਾ ਕਿ ਮੈਂ ਜਿੱਦਾਂ ਉਹਨਾਂ ਨੇ ਕਿਹਾ ਮੈਂ ਉੱਦਾਂ ਕਰੀ ਗਿਆ ਸੀਗਾ। ਉਹ ਕਹਿੰਦਾ ਨਹੀਂ 15-20 ਦਿਨ ਲੱਗਣੇ, ਆਪਾਂ ਇੱਕ ਆਪਣਾ ਲੈਟਰ ਭੇਜੋ, ਹੁਣ ਸਾਨੂੰ ਲਿਖ ਕੇ ਹਿੰਦੀ 'ਚ ਬੋਲੀ ਜਾਵੇ, ਲੈਟਰ ਲਿਖ ਕਰ ਭੇਜੋ, ਅਤੇ ਬਾਅਦ ਵਿੱਚ 15-20 ਦਿਨ ਲੱਗ ਜਾਏਗੇ। ਉਹ ਬਾਅਦ ਵਿੱਚ ਮੈਂ ਕਹਿ ਤਾ, ਮੈਂ ਕਿਹਾ 15-20 ਦਿਨ ਲੱਗ ਜਾਣੇ। ਉਦੋਂ ਫਿਰ ਉਹਨਾਂ ਨੇ ਅਗਲਾ ਕੱਢਿਆ ਸੀਗਾ, ਉਹਨਾਂ ਚਿਰ ਨਹੀਂ ਰੱਖ ਸਕਦੇ,
ਕੋਈ ਵੀ ਬੰਦੇ ਨੂੰ ਉਹਨਾਂ ਨੇ ਕਿਸੇ ਵੀ ਜੇਲ੍ਹ ਦੇ ਵਿੱਚ ਕੋਈ ਵੀ ਪੂਰਾ ਹਿਸਾਬ ਦੇਣਾ ਪੈਂਦਾ। ਜਿਹੜਾ ਬੰਦਾ ਜਾਂਦਾ, ਜਿਹੜਾ ਬੰਦਾ ਆਉਂਦਾ, ਉਹਦਾ ਨਾਮ ਤੇ ਦਸਤਖਤ ਹੁੰਦੇ ਆ। ਉਹ ਤਾਂ ਐਂਟਰੀ ਹੋਈ ਸੀਗੀ ਉੱਥੇ, ਫਿਰ ਮੈਨੂੰ ਰੱਖ ਨਹੀਂ ਸਕਦੇ ਹੈਗੇ। ਮੈਨੂੰ ਮੇਰੇ ਉੱਤੇ ਕਦੋਂ ਪਤਾ ਨੌਕਰੀ ਥੋੜ੍ਹੀ ਕਮਾਉਣੀ ਉਹਨਾਂ ਨੇ, ਅਗਲੇ ਕਰਦੇ ਰਹੇ ਇੱਦਾਂ ਦੇ ਕੰਮ। ਅਤੇ ਉਹਨਾਂ ਨੇ ਕਹਿੰਦਾ ਕਿ ਜੋ ਬਾਕੀਆਂ ਨਾਲ ਹੋਈ ਉੱਦਾਂ ਹੀ ਲਾ ਕਰ ਦੋ, ਹੁਣ ਕੀ ਆ। ਉਹਨਾਂ ਨੇ ਕੰਧ ਦੇ ਨਾਲ ਲਾ ਲਿਆ ਅਤੇ ਬਾਹਾਂ ਖੜੀਆਂ ਕਰਾ ਲਈਆਂ ਮੇਰੀਆਂ, ਬਾਹਾਂ ਖੜੀਆਂ ਕਰਾ ਲਈਆਂ। ਅਤੇ ਉਹੀ ਮੁੰਡਾ ਯਾਨੀ ਕਿ ਪਿਸਟਲ ਲੈ ਕੇ ਆਇਆ, ਉਹਨੇ ਕਿਹਾ ਜਿਹੜਾ ਕੰਪਿਊਟਰ 'ਤੇ ਬੈਠਾ ਸੀ ਵੱਡੇ ਅਫਸਰ ਦੀ, ਯਾਨੀ ਕਿ ਜਿੱਦਾਂ ਮੈਂ ਸਮਝਿਆ ਜੇਲ੍ਹ ਦੇ ਵਿੱਚ ਵੀ ਰਿਹਾ ਨਾ ਅਮਰੀਕਾ ਦੇ ਯਾਨੀ ਕਿ ਆਰਮੀ ਵਾਲੇ ਸੀਗੇ, ਉਹ ਜਿੱਦਾਂ ਮਤਲਬ ਹੁਣ ਜੇਲ੍ਹ ਦੇ ਵਿੱਚ ਤਾਂ ਕੋਈ ਵੀ ਵੱਡਾ ਅਫਸਰ ਨਹੀਂ ਗਾ, ਪਰ ਹਾਂ ਅਮਰੀਕਾ ਹੋ ਗਿਆ, ਇਜ਼ਰਾਈਲ ਹੋ ਗਿਆ, ਮੰਨ ਲਓ ਜੇ ਕੋਈ ਕਮਾਂਡਰ ਆ ਕੋਈ, ਜਾਂ ਜਿੱਦਾਂ ਕਹਿੰਦੇ ਨਾ ਹੁਣ ਜਿੱਦਾਂ ਉਹ ਆਰਮੀ ਵਾਲਾ ਉਹ ਤੋਂ ਵੱਡਾ ਅਫਸਰ ਆ, ਉਹਦੇ ਨਾਲ ਹੀ ਸਜ਼ਾ ਕੱਟ ਲਿਆ। ਉਹ ਕੋਲੇ ਕਮਾਂਡਰ ਨੂੰ ਅਫਸਰ ਨੂੰ ਅਫਸਰ ਹੀ ਕਹਿੰਦੇ ਆ, ਰਿਸਪੈਕਟ ਕਰਦੇ ਆ। ਉਹ ਜੇਲ੍ਹ ਦੇ ਵਿੱਚ ਹੀ ਆ, ਉਹਨਾਂ ਦੀ ਆਹ ਚੀਜ਼ਾਂ ਕਿ ਬਹੁਤ ਪਸੰਦ ਆ। ਜੇ ਮੰਨ ਲਓ ਕਿ ਵੱਡਾ ਅਫਸਰ ਬੁੱਢਾ ਵੀ ਹੋ ਗਿਆ ਨਾ, ਯਾਨੀ ਕਿ ਜਿੱਦਾਂ ਮੈਂ ਉਹਨਾਂ ਦੀ ਨਜ਼ਰੀਏ ਦੀ ਗੱਲ ਕਰਾਂ, ਵੱਡਾ ਅਫਸਰ ਬੁੱਢਾ ਵੀ ਹੋ ਗਿਆ, ਉਹਨੂੰ ਤਾਂ ਵੀ ਨਹੀਂ ਕਹਿਣਗੇ ਕਿ ਇਹ ਮਾੜਾ ਆ, ਸਭ ਤਾਂ ਵੀ ਡਰਦੇ ਆ, ਨਹੀਂ ਵੀ ਇਹ ਕਮਾਂਡਰ ਆ। ਯਾਨੀ ਕਿ ਉਹ ਰਿਸਪੈਕਟ ਉਹਨਾਂ ਦਿਲ ਦੇ ਵਿੱਚ ਯਾਨੀ ਦੇਖੀ ਜਾਣੀ ਕਿ ਇੱਦਾਂ ਕਰਦੇ ਆ ਉਹ। ਉਹਨੇ ਕਿਹਾ ਉਹਨੂੰ 15-20 ਦਿਨ ਦਾ ਟਾਈਮ ਦਿੱਤਾ ਤੁਹਾਨੂੰ ਕਿ 15-20 ਦਿਨ ਤੁਹਾਨੂੰ ਰਹਿਣਾ ਪਵੇਗਾ। ਪਰ ਉਹਨਾਂ ਨੇ ਯਾਨੀ ਕਿ 15-20 ਦਿਨ ਵਿੱਚ ਉਹਨਾਂ ਕਹਿੰਦੇ ਤੁਹਾਡਾ ਨਾ ਐਕਸੈਪਟ ਹੋਊਗੀ ਅਤੇ ਫਿਰ ਨਾ ਤੁਹਾਨੂੰ ਵੋਟ ਪਾਸ ਮਿਲੂਗਾ, ਪਰ ਇੰਨਾ ਚਿਰ ਰੱਖਣਾ ਨਹੀਂ ਸੀਗਾ ਉਹਨਾਂ ਨੇ। ਉਹ ਤਾਂ ਰੱਖ ਸਕਦੇ ਸੀਗੇ ਕਿਉਂਕਿ ਇੱਕ ਉਹਨਾਂ ਨੂੰ ਚਾਹੀਦਾ ਹੁੰਦਾ, ਮੰਨ ਲਓ ਰੱਖਣ ਦਾ ਕੋਈ ਨਜ਼ਰੀਆ ਹੋਵੇ, ਯਾਨੀ ਕਿ ਉਹਨਾਂ ਨੂੰ ਖਤਰਨਾਕ ਕੰਮ ਹੋ ਗਿਆ ਸੀਗਾ, ਉਹ ਇੱਕ ਤਾਂ ਲਿਆਂਦਾ। ਉਹਨਾਂ ਨੂੰ ਇਮੀਗ੍ਰੇਸ਼ਨ ਦਾ ਵੀ ਡਰ ਸੀਗਾ, ਉਹਨਾਂ ਨੇ ਕਹਿਣਾ ਕਿ ਆਹ ਮੁੰਡਾ ਜਿਹੜਾ ਹੈ ਨਾ ਕੌਣ ਆ, ਠੀਕ ਹੈ ਨਾ, ਆਹ ਗੱਲਬਾਤ ਆ ਅਤੇ ਮੁੰਡਾ ਕੌਣ ਹੈ, ਯਾਨੀ ਕਿ ਸਾਰਾ ਕੁਛ ਕਰਦੇ। ਯਾਨੀ ਹੁਣ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਂਦਾ ਪ੍ਰਾਈਵੇਟ ਦੇ ਵਿੱਚੋਂ, ਅਤੇ ਉਹਨਾਂ ਨੇ ਬਾਅਦ ਵਿੱਚ ਫਿਰ 15-20 ਦਿਨ ਕਿੱਥੇ ਰੁਕਦੇ ਹੋ ਤੁਸੀਂ? ਉਹ 15-20 ਦਿਨ ਨਹੀਂ ਰੁਕਿਆ ਮੈਡਮ, ਮੈਨੂੰ ਮੈਂ ਤਕਰੀਬਨ ਉੱਥੇ ਥੋੜ੍ਹੇ ਕੁ ਦਿਨ ਹੀ ਰੁਕਿਆ, ਯਾਨੀ ਕਿ ਜਿੱਦਾਂ ਕਹਿੰਦੇ ਕਿ 12 ਕੁ ਦਿਨ। ਅਤੇ ਉਹ ਪਤਾ ਤਾਂ ਰੁਕਿਆ ਕਿਉਂਕਿ ਫਿਰ ਇੰਡੀਆ ਐਮਬੈਸੀ ਨੇ ਮੇਰੀ ਗੱਲ ਸੁਣ ਲਈ। ਪਹਿਲਾਂ ਤਾਂ ਗੱਲ ਨਹੀਂ ਸੁਣੀ, ਉਹ ਗੋਲੀ ਮਾਰਨ ਲੱਗੇ ਸੀਗੇ। ਉਹ ਫਿਰ ਉਹਨਾਂ ਨੇ ਫੋਨ ਦਿੱਤਾ, ਫਿਰ ਘਰ ਗੱਲ ਕੀਤੀ, ਘਰ ਫਿਰ ਪ੍ਰੈਸ ਵਾਲਾ ਕਾਫੀ ਜ਼ੋਰ ਪਿਆ ਅਤੇ ਨਾ ਚਲੋ ਜੀ ਬਚਾਅ ਹੋ ਗਿਆ। ਯਾਨੀ ਕਿ ਹੁਣ ਯਾਨੀ ਕਿ ਪੂਰੀ ਪਰਮਾਤਮਾ ਦੀ ਕਿਰਪਾ ਰੱਖ ਲਿਆ ਉਹਨੇ। ਜੇ ਉਹ ਨਹੀਂ ਰੱਖਦਾ ਹੁੰਦਾ ਫਿਰ ਔਖਾ ਹੈਗਾ। ਅਤੇ ਆਹ ਗੱਲਬਾਤ ਆ। ਅਤੇ ਉਹ ਗੋਲੀ ਮਾਰਨ ਲੱਗੇਗੇ, ਉਹ ਰਿਕਾਰਡ ਚੜ੍ਹ ਗਿਆ ਨੈੱਟ ਦੇ ਉੱਤੇ, ਠੀਕ ਹੈ ਜੀ। ਜੇ ਤਾਂ ਰਿਕਾਰਡ ਨਾ ਚੜ੍ਹਦਾ ਫਿਰ ਤਾਂ ਉਹਨਾਂ ਨੇ ਗੋਲੀ ਮਾਰ ਦੇਣੀ ਸੀ। ਚੜ੍ਹ ਗਿਆ ਅਤੇ ਚਲੋ ਜੀ ਉਹਨਾਂ ਨੇ ਬਾਅਦ ਵਿੱਚ ਘਰ ਗੱਲ ਕੀਤੀ ਆ। ਅਤੇ ਘਰ ਪਹਿਲਾਂ ਗੱਲ ਨਾ ਹੋਈ ਸੀਗੀ, ਫਿਰ ਫੇਸਬੁੱਕ 'ਤੇ ਖੋਲ੍ਹ ਕੇ ਮੈਸੇਂਜਰ ਡਾਊਨਲੋਡ ਕਰਕੇ, ਪਰ ਮੇਰਾ ਵੱਡਾ ਬ੍ਰਦਰ ਹੈ ਨਾ, ਮੈਨੂੰ ਇਹਨਾਂ ਦੀ ID 'ਤੇ ਮੈਂ ਫੋਨ ਕਰ, ਇਹਨਾਂ ਫੋਨ ਚੱਕ ਲਿਆ, ਇਹਨਾਂ ਨਾਲ ਗੱਲ ਹੋਈ ਕਿ ਆ ਫਿਰ ਸਾਰੀ ਮੈਂ ਸਹੀ ਗੱਲ ਦੱਸੀ ਇਹਨਾਂ ਨੂੰ, ਘਰਦਿਆਂ ਨੂੰ, ਕਿ ਆਹ ਗੱਲਬਾਤ ਮੈਂ ਜੇਲ੍ਹ ਦੇ ਵਿੱਚ ਆ। ਉਹਨਾਂ ਨੇ ਕਿਹਾ ਕਿ ਤੂੰ ਹੈ ਕਿੱਥੇ ਆ, ਪਹਿਲਾਂ ਸਿੱਧੀ ਸਾਨੂੰ ਹਾਂ ਗੱਲ ਦੱਸ, ਤੈਨੂੰ ਲੱਭਦੇ ਫਿਰਦੇ ਆ ਸਾਡੇ, ਯਾਨੀ ਕਿ ਇੱਥੇ ਘਬਰਾਏ ਹੋਣਗੇ ਕਿ ਕੋਈ ਅਤਾ ਪਤਾ ਨਹੀਂ। ਹਾਂਜੀ। ਅਤੇ ਉਹ ਉਹਨਾਂ ਨੇ ਫਿਰ ਦੱਸਿਆ, ਕਹਿੰਦੇ ਸਾਨੂੰ ਦੱਸ ਤੂੰ ਹੈ ਕਿੱਥੇ ਆ, ਕੀ ਗੱਲਬਾਤ ਆ। ਇੱਥੇ ਤਾਂ ਪ੍ਰੈਸ ਵਾਲੇ ਵੀ ਆਉਂਦੇ ਆ, ਯਾਨੀ ਕਿ ਪੂਰਾ ਯਾਨੀ ਕਿ ਹੈਗਾ। ਮੈਂ ਸਿੱਧਾ ਹੀ ਕਿਹਾ, ਮੈਂ ਕਿਹਾ ਮੇਰੀ ਇੰਡੀਆ ਐਮਬੈਸੀ ਗੱਲ ਨਹੀਂ ਸੁਣਦੀ ਹੈਗੀ। ਕਹਿੰਦੇ ਨਹੀਂ ਸਾਰੇ ਜ਼ੋਰ ਪਾਉਣਗੇ, ਸਾਰੇ ਆਏ ਸੀਗੇ, ਯਾਨੀ ਕਿ ਜਿੰਨੇ ਵੀ ਸਾਡੇ ਆਲੇ ਦੁਆਲੇ ਦੇ ਲੀਡਰ, ਕਾਂਗਰਸ ਦਾ, ਅਕਾਲੀ ਦਲ ਦਾ ਜਾਂ ਭਾਜਪਾ ਦਾ, ਜਿੰਨੇ ਵੀ ਯਾਨੀ ਕਿ ਆਮ ਆਦਮੀ ਪਾਰਟੀ, ਜਿੰਨੇ ਸਾਰੇ ਸਾਰੇ ਆਏ ਜਾਣਗੇ, ਜਿੰਨੇ ਸਾਰੇ ਬੰਦਿਆਂ ਨੇ ਜ਼ੋਰ ਲਾਇਆ, ਪਿੰਡ ਨੇ ਪੂਰੇ ਨੇ ਜ਼ੋਰ ਲਾਇਆ, ਠੀਕ ਹੈ ਜੀ। ਸਾਡੇ ਪਿੰਡ ਦੇ ਜਿੰਨੀਆਂ ਵੀ, ਜਦੋਂ ਕਹਿੰਦੇ ਨਾ ਪਿੰਡ ਦੇ ਵਿੱਚ ਇਹ 2-3 ਪਾਰਟੀਆਂ ਹੁੰਦੀਆਂ, ਆਮ ਆਦਮੀ ਪਾਰਟੀ ਦੀ ਵੱਖਰੀ, ਕਾਂਗਰਸ ਦੀ ਵੱਖਰੀ, ਅਕਾਲੀਆਂ ਦੀ ਵੱਖਰੀ, ਹਾਂਜੀ ਇੱਦਾਂ ਹੀ ਸਾਡੇ ਪਿੰਡ ਵੀ ਹੈ ਆ। ਪਰ ਉਹ ਸਾਰਿਆਂ ਨੇ ਜ਼ੋਰ ਲਾਇਆ, ਬਹੁਤ ਵਧੀਆ ਯਾਨੀ ਕਿ ਉਹਨਾਂ ਨੇ ਜ਼ੋਰ ਪਾਇਆ। ਅਤੇ ਇੰਡੀਆ ਐਮਬੈਸੀ ਜਾਣੀ ਕਿ ਦੂਸਰੇ-ਤੀਸਰੇ ਦਿਨ ਨਾ, ਜਿੱਦਣ ਉਹਨਾਂ ਨੇ ਕਿਹਾ ਸੀਗਾ ਕਿ 2 ਦਿਨ ਆ ਕੰਮ, ਇਹੀ ਹੋਣਾ ਤੇਲਾ ਗੋਲੀ ਵਾਲਾ ਹੀ ਹੋਣਾ, 2 ਦਿਨ ਆ। ਉਦੋਂ ਜਾਣੀ ਕਿ ਦੂਸਰੇ ਦਿਨ ਤਾਂ ਫਿਰ ਸਾਹ ਸੁੱਕੇ ਸੀਗੇ। ਮੈਂ ਕਿਹਾ ਲੈ ਵੀ ਇਹ ਨਹੀਂ ਹੁਣ ਸਗੋਂ ਉਹਨਾਂ ਨੇ ਉਹ ਹੈ ਵੀ ਚੱਲ ਜੇਲ੍ਹ ਤਾਂ ਛੁੱਟੀ ਸੀਗੀ, ਪਰ ਜਾਣੀ ਕਿ ਇੱਦਾਂ ਉਹਨਾਂ ਨੂੰ ਹੋ ਗਏ ਨੇ, ਉਹਨਾਂ ਨੇ ਬੂਹਾ ਖੋਲ੍ਹ ਦਿੱਤਾ ਸੀ ਮੇਰਾ। ਜਾਣੀ ਕਿ ਜਿੱਦਾਂ ਇੱਕ ਜੇਲ੍ਹ ਦੇ ਅੰਦਰ ਇੱਕ ਖਾਨਾ ਹੁੰਦਾ ਨਾ, ਖਾਨਾ ਖੋਲ੍ਹਿਆ ਸੀਗਾ, ਜੂਸ ਦੀ ਬੋਤਲ ਲਿਆ ਕੇ ਦਿੱਤੀ ਸੀ, ਜਾਣੀ ਕਿ ਫਲ ਫਰੂਟ ਦਿੱਤੇ ਉਹਨਾਂ ਨੇ। ਸਗੋਂ ਜਿੱਦਾਂ ਮੈਨੂੰ ਇੱਕ ਪਾਸੇ ਤੋਂ ਜਾਣੀ ਕਿ ਵਧੀਆ ਲੱਗਦਾ, ਚਲ ਵਧੀਆ, ਜਾਣੀ ਕਿ ਜਿੱਦਾਂ ਹੁਣ ਕਿੰਨੇ ਚਿਰ ਬਾਅਦ ਇਹ ਚੀਜ਼ਾਂ ਮਿਲਣੀਆਂ, ਇੱਕਦਮ ਜਿੱਦਾਂ ਬੰਦਾ ਕਹਿੰਦਾ ਹੀ ਨਾ ਕਿ ਲੈ ਵੀ ਵਧੀਆ ਸਿਸਟਮ ਆ, ਠੀਕ ਹੈ ਨਾ। ਅਤੇ ਦੂਜੇ ਬੰਨੇ ਨਾਲ ਹੀ ਕਹਿ ਦਿੰਦੇ ਸੀਗੇ ਕੀ ਪਤਾ ਸ਼ਾਇਦ ਤੇਰੇ ਲਈ ਆਖਰੀ ਨਹੀਂ ਗਏ ਇਹ। ਫਿਰ ਉਹ ਜਾਣੀ ਕਿ ਨਾਲ ਨਹੀਂ ਉਹ ਰੱਖਦੇ, ਉਹਨਾਂ ਰੱਖਣ ਦਾ ਤਰੀਕਾ ਹੀ ਇਹੋ ਜਿਹਾ ਉਹਨਾਂ ਦਾ। ਉਹ ਨਾ ਕੋਈ ਫਾਲਤੂ ਕਿਸੇ ਨਾਲ ਕੋਈ ਗੱਲ ਕਰਦੇ, ਉਹਨਾਂ ਨੇ ਜੇਲ੍ਹ ਦੇ ਵਿੱਚ ਸਿਸਟਮ ਦੇਖਿਆ ਸਾਰਾ, ਉਹ ਰੁੱਖਾ ਹੀ ਬੋਲਦੇ, ਅਸੀਂ ਵੀ ਘੱਟ ਨਹੀਂ ਕਰੀਦੀ। ਚਲੋ ਫਿਰ ਨਹੀਂ ਹੁਣ ਫਿਰ ਰਾਸਤਾ ਕੋਈ। ਉਸ ਤੋਂ ਬਾਅਦ ਫਿਰ ਇੱਥੋਂ ਜ਼ੋਰ ਲੱਗਿਆ ਤਾਂ ਫਿਰ ਉਹ ਮੰਨ ਗਏ, ਇੰਡੀਅਨ ਐਮਬੈਸੀ ਵਾਲਿਆਂ ਨੇ ਗੱਲ ਸੁਣ ਲਈ। ਦੂਸਰੇ ਦਿਨ ਫਿਰ ਉਹ ਫੋਨ ਲੈ ਕੇ ਤੁਰਿਆ ਆਵੇ ਅਤੇ ਮਾੜੀ ਸਮਾਈਲ ਦਿੰਦਾ ਹੀ ਆਵੇ। ਜਾਣੀ ਕਿ ਮੈਂ ਪਹਿਲਾਂ ਜਾਣੀ ਕਿ ਬੜਾ ਉਦਾਸ ਸੀਗਾ, ਕਿਉਂਕਿ ਉਹ ਜਿਹੜਾ ਮੁੰਡਾ ਲੈ ਕੇ ਆਇਆ ਸੀ ਨਾ ਮੋਬਾਇਲ, ਉਹ ਜਾਣੀ ਕਿ ਵਧੀਆ, ਜਾਣੀ ਕਿ ਉਹ ਇੰਨਾ ਜ਼ਿਆਦਾ ਮਜ਼ਾਕ ਨਹੀਂ ਕਰਦਾ ਸੀਗਾ, ਨਾ ਹੀ ਡਰਾਉਂਦਾ ਸੀਗਾ। ਉਹ ਆਵੇ ਸਮਾਈਲ ਜੀ ਮਾਰਦਾ, ਫਿਰ ਮੈਂ ਥੋੜ੍ਹਾ ਜਾਣੀ ਕਿ ਮੈਂ ਦਿਨ ਨੂੰ ਦੇਖ ਕੇ ਹੀ ਪਤਾ ਲੱਗ ਗਿਆ ਬੁੱਲਾ ਵੱਲ, ਮੈਂ ਕਿਹਾ ਨਹੀਂ ਵੀ ਇਹ ਹੈ ਨਾ ਕੁਛ ਵਧੀਆ ਹੋਇਆ, ਅਤੇ ਡਰ ਵੀ ਬੜਾ ਲੱਗਦਾ ਸੀਗਾ। ਉਹਨੇ ਕਿਹਾ ਕਿ ਇੰਡੀਆ ਐਮਬੈਸੀ ਦਾ ਫੋਨ ਆਇਆ, ਆ ਜਾ ਕੇ ਉਹਨਾਂ ਨੇ ਇੰਡੀਅਨ ਕੌਂਸਲਰ ਉਹਨੇ ਇੱਦਾਂ ਕਿਹਾ ਮੈਨੂੰ, ਅਤੇ ਮੈਂ ਫੋਨ ਫੜਿਆ ਅਤੇ ਮੈਂ ਗੱਲ ਕੀਤੀ। ਉਹ ਫਿਰ ਇੰਡੀਆ ਐਮਬੈਸੀ ਵਾਲੇ ਤੁਸੀਂ ਸਾਡੇ ਉੱਤੇ ਪ੍ਰੈਸ਼ਰ ਪਾਇਆ, ਜੇ ਕੀਤਾ ਵੋ ਕੀਤਾ। ਮੈਂ ਕਿਹਾ ਬਈ ਮੈਂ ਤੁਹਾਨੂੰ ਪਤਾ ਮੈਂ ਕਿਹੜੇ ਹਾਲਾਤਾਂ ਮੈਂ ਬੋਰਡਰ 'ਤੇ ਲੈ, ਉਹ ਕਹਿੰਦਾ ਹੋਰ ਵੀ ਫੜੇ ਜਾਂਦੇ, ਪਰ ਕੀ ਪਤਾ ਸੀਗਾ ਉਹਨੂੰ। ਫਿਰ ਉਹਨਾਂ ਨੇ ਸਭ ਕੁਛ ਇੰਨਾ ਪ੍ਰੈਸ਼ਰ ਜ਼ਿਆਦਾ ਪੈ ਗਿਆ ਸੀਗਾ, ਉਹਨਾਂ ਨੇ ਸਾਰੇ ਪ੍ਰੂਫ ਇਕੱਠੇ ਕਰਕੇ ਫਿਰ ਮੈਨੂੰ ਫੋਨ ਕੀਤਾ, ਫਾਈਲ ਤਿਆਰ ਕਰਕੇ ਤੇਰਾ ਆਊਟ ਪਾਸ ਜਾਰੀ ਕਰ ਦਿੰਦੇ ਹਾਂ। ਅਤੇ ਫਿਰ ਅਫਸਰ ਆ ਗਿਆ ਵੱਡਾ,
ਉਹਨੇ ਫੋਨ ਫੜਿਆ ਤੇ ਉਹਨੇ ਗੱਲ ਕੀਤੀ ਤੇ ਫਿਰ ਉਹਨੇ ਕਿਹਾ ਕਹਿੰਦਾ ਮੈਨੂੰ ਕਿਹਾ 9 ਤਰੀਕ ਦੀ ਟਿਕਟ ਕਰ ਲਾ ਓਕੇ। ਤੇ ਘਰਦਿਆਂ ਨੇ ਫਿਰ 9 ਤਰੀਕ ਦੀ ਯੂਕਰੇਨ ਤੋਂ ਬ੍ਰਿਸਪੋਲ 에ਅਰਪੋਰਟ ਤੋਂ ਦਿੱਲੀ ਦੀ ਟਿਕਟ ਕਰਾਈ ਤੇ ਉੱਦਾਂ ਘਰ ਆਇਆ। ਸਾਹ ਆਇਆ ਉਹਨੇ ਜਦੋਂ ਖਬਰ ਮਿਲੀ ਹੋਏਗੀ। ਸਾਹ ਤਾਂ ਪਤਾ ਗੱਲ ਉਹ ਜੋ ਕਹਿੰਦੇ ਨਾ ਯੂਕਰੇਨ ਦੇ ਵਿੱਚ ਮਮ ਨੂੰ ਆਊਟ ਪਾਸ ਮਿਲ ਗਿਆ ਸੀ ਸਭ ਕੁਛ, ਸਾਹ ਬੰਦ ਸੀਗੇ ਐਵੇਂ ਕਈ ਬਹੁਤ ਯਾਨੀ ਕਿ ਹਾਲਾਤ ਮਾੜੇ ਸੀਗੇ। ਜਾਣੀ ਕਿ ਜਹਾਜ਼ ਦੇ ਵਿੱਚ ਬੈਠਾ ਵੀ ਡਰ ਲੱਗਦਾ ਸੀਗਾ ਕਿਤੇ ਲਾ ਨਾ ਲੈਣੇ ਸੀ, ਕਿਉਂਕਿ ਇੱਕ ਬੰਨੇ ਆਪਾਂ ਚੋਰ ਸੀਗੇ। ਇੱਕ ਇਦਾਂ ਸੀਗਾ ਕਿ ਜਿਹੜੀ ਸਜ਼ਾ ਆਪਾਂ ਭੁਗਤ ਰਹੇ ਸੀਗੇ ਉਹ ਸਜ਼ਾ ਛੱਡ ਆਏ ਆਪਾਂ, ਠੀਕ ਹੈ ਨਾ। ਉਹ ਡਰ ਰਹਿੰਦਾ, ਉਹ ਡਰ ਆ। ਤੇ ਦੂਜਾ ਉਹਨਾਂ ਨੇ ਜਿਸ ਤਰੀਕੇ ਨਾਲ ਭੇਜਿਆ ਉਹ ਆਪਣੀ ਜਗ੍ਹਾ ਸਹੀ ਭਲ ਉਹਨਾਂ ਨੇ ਪੱਕੇ ਪੀਰੀ ਕੰਮ ਕੀਤਾ ਹੈਗਾ, ਠੀਕ ਹੈ ਨਾ। ਆਹ ਗੱਲ ਬਾਤ ਆ। ਤੇ ਇੱਦਾਂ ਕਰਕੇ ਸਿਸਟਮ ਬਣਿਆ ਤੇ ਮੈਂ ਘਰ ਆਇਆ। ਜਦੋਂ ਮੈਂ ਦਿੱਲੀ 에ਅਰਪੋਰਟ ਤੋਂ ਬਾਹਰ ਆ ਗਿਆ, ਠੀਕ ਹੈ ਨਾ, ਮਿਲਿਆ ਮੈਂ ਪਾਪਾ ਡੈਡੀ ਹੁਣੀ ਆਏ ਸੀ ਮੇਰੇ, ਠੀਕ ਹੈ ਨਾ। ਤੇ ਮੇਰੇ ਭਾਜੀ ਆਏ ਸੀ ਅਮਰਜੀਤ ਭਾਜੀ ਸਾਡੇ ਨਾ ਤਾਏ ਹੁਣ ਲੜਕੇ ਆ, ਉਹ ਆਏ ਸੀਗੇ। ਤੇ ਨਾ ਜਾਣੀ ਕਿ ਯਕੀਨ ਫੇਰ ਹੋਇਆ ਕਿ ਨਹੀਂ ਵੀ ਆ ਨਹੀਂ ਤਾਂ ਘਰਦਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ, ਸਾਰ ਵੀ ਨਹੀਂ ਲਈ ਹੋਣੀ ਇੰਨੇ ਦਿਨ। ਸ਼ਾਇਦ ਉੱਥੇ ਤੁਹਾਡਾ ਰਹਿਣਾ ਵੀ ਔਖਾ ਹੋ ਗਿਆ ਹੋਏਗਾ, ਇੱਥੇ ਘਰਦਿਆਂ ਦਾ ਰਹਿਣਾ ਵੀ ਔਖਾ ਹੋ ਗਿਆ ਹੋਏਗਾ ਕਿ ਪਤਾ ਨਹੀਂ ਕਿ ਮੁੰਡਾ ਕੀ ਕਰ ਰਿਹਾ ਹੈ, ਮੁੰਡੇ ਨੂੰ ਨਹੀਂ ਪਤਾ ਕਿ ਘਰਦੇ ਮੇਰੇ ਸਹੀ ਸਲਾਮਤ ਹੈ, ਕੀ ਕਰ ਰਿਹਾ ਹੈ। ਮਤਲਬ ਰੋਟੀ ਦਾ ਇੱਕ ਨਿਵਾਲਾ ਵੀ ਔਖਾ ਲੱਗਦਾ ਹੋਏਗਾ। ਬਿਲਕੁਲ ਬਿਲਕੁਲ ਜੀ। ਜਾਣੀ ਤਕਰੀਬਨ ਜਾਣੀ ਕਹਿੰਦੇ ਨਾ ਜਿਹੜੇ ਆ ਨਾ ਘਰ ਦੇ ਹਾਲਾਤ ਜਿਹੜੇ ਜਿੱਦਾਂ ਮੈਂ ਕਹਾਂ ਜਦੋਂ ਮੈਂ ਸੋਚਣੀ ਆਪਣੀ ਇੱਦਾਂ ਕਿਤੇ ਆਪਣਾ ਵਧੀਆ ਤਰੀਕੇ ਨਾਲ ਸੋਚੀਏ ਤਾਂ ਨਾ ਜਦੋਂ ਮੈਂ ਘਰ ਆਇਆ ਸੀ ਨਾ ਤੇ ਮੈਨੂੰ ਨਹੀਂ ਲੱਗਦਾ ਮੈਨੂੰ ਜਿਸ ਕਿ 6 ਮਹੀਨੇ ਹੋਰ ਲੇਟ ਹੁੰਦਾ ਹੋਏ ਨਾ ਮੈਂ ਨਾ ਬਾਪੂ ਲੱਭਣਾ ਸੀ ਨਾ ਬੇਬੇ ਲੱਭਣੀ ਸੀ। ਇਹਨਾਂ ਦੇ ਇੰਨੇ ਹਾਲਾਤ ਮਾੜੇ ਸੀਗੇ। ਜਵਾਨ ਪੁੱਤ ਘਰ ਨਾ ਦਿਖੇ, ਗੱਲ ਨਾ ਹੋਏ, ਅੱਖਾਂ ਸਾਹਮਣੇ ਨਾ ਦਿਖੇ ਤਾਂ ਮਾਪਿਓ ਦਾ ਤਾਂ ਬੁਰਾ ਹੀ ਹਾਲ ਹੋਣਾ। ਹਾਂਜੀ ਹਾਂਜੀ ਹਾਂਜੀ। ਉਹ ਜਾਣੀ ਕਿ ਦੇਖ ਕੇ ਜਾਣੀ ਕਿ ਪਤਾ ਲੱਗਾ ਸਾਰਾ ਪਰਿਵਾਰ ਹੀ ਖਿਲਰਿਆ ਫਿਰਦਿਆ ਸੀਗਾ। ਜਾਣੀ ਕਿ ਇੱਦਾਂ ਕਹਿੰਦੇ ਨਹੀਂ ਹੁਣ ਇੱਦਾਂ ਕਹਿੰਦੇ ਘਰ ਦੀਆਂ ਇੱਟਾਂ ਵੀ ਦੱਸਦੀਆਂ ਪਈਆਂ ਸੀਗੀਆਂ, ਉੱਦਾਂ ਹਿੱਲੀਆਂ ਟੁੱਟੀਆਂ ਫਿਰਦੀਆਂ ਸੀਗੀਆਂ, ਕਿਉਂਕਿ ਹੁਣ ਡੈਡੀ ਉਹਨਾਂ ਦੀ ਉਮਰ ਜ਼ਿਆਦਾ ਨਹੀਂ ਕੰਮ ਹੁੰਦਾ। ਜਾਣੀ ਕਿ ਹਾਲਾਤ ਔਖੇ ਹੈਗੇ ਬਹੁਤ ਜ਼ਿਆਦਾ। 25 ਲੱਖ ਵੀ ਲਾਤਾ ਪਰ ਜਾਨ ਵੀ ਜੋਖਿਮ ਵਿੱਚ ਸੀਗੀ, ਪਰ ਫਿਰ ਵੀ ਮਾਪਿਓ ਸ਼ੁਕਰ ਕਰਦੇ ਹੋਣਗੇ ਰੱਬ ਦਾ ਕਿ ਮੁੰਡਾ ਵਾਪਸ ਆ ਗਿਆ ਘਰ। ਉਹ ਮੈਡਮ ਪਤਾ ਕੀ ਗੱਲ ਹੈ, ਚਲੋ ਪੈਸੇ ਚਲੋ ਹੁਣ ਜਿਹੜੇ ਜਾਣੇ ਤੇ ਜਾਣੇ ਆ, ਪਰ ਜਿੱਦਾਂ ਮਤਲਬ ਜਿਹੜੀ ਚੀਜ਼ ਮੈਂ ਦੇਖ ਕੇ ਆਇਆ ਮੈਂ ਕਹਿੰਦਾ ਸ਼ੁਕਰ ਕਰ ਪਰਿਵਾਰ ਬਚ ਗਿਆ ਮੇਰਾ, ਕਿ ਮੈਂ ਬਚ ਗਿਆ, ਮੇਰਾ ਪਰਿਵਾਰ ਬਚ ਗਿਆ। ਜੇ ਮੈਂ ਨਾ ਹੁੰਦਾ ਮੇਰੇ ਪਰਿਵਾਰ ਨੇ ਨਹੀਂ ਹੁੰਦਾ। ਜੇ ਮੰਨ ਲਓ ਘਰ ਦੇ ਮਰਿਆ ਤੇ ਮੈਂ ਕਿਤੇ ਆਇਆ ਨਾ, ਮੰਨ ਇੱਕ ਐਗਜ਼ਾਮਪਲ ਹੈ ਹੁਣ ਜਦੋਂ ਮੈਂ ਹੁਣ ਉੱਥੇ ਜਿੱਦਾਂ ਗੱਲ ਕਰਦਾ ਉਹਨਾਂ ਇਜ਼ਰਾਈਲ ਦੇ ਕਹਿੰਦੀ ਇੱਕੋ ਗੱਲ ਕਹਿੰਦੇ, ਮੈਂ ਉਹਨਾਂ ਦੇ ਤਰੀਕੇ ਨਾਲ ਸੋਚਣੀ ਸਮਝਣੀ ਦੱਸਾਂ। ਜਿੱਦਾਂ ਉਹ ਪਤਾ ਇੱਕੋ ਗੱਲ ਕਹਿੰਦੇ ਜੇ ਘਰਦਿਆਂ ਨਾਲ ਤੇਰੀ ਗੱਲ ਹੁੰਦੀ ਹੈ ਨਾ ਤੇ ਪੂਰੀ ਗੱਲ ਨਾ ਦੱਸ ਘਰਦਿਆਂ ਨੂੰ। ਜੇ ਤੇਰੇ ਜਿਉਂਦੇ ਕਹਿੰਦਾ ਤੁਹਾਡਾ ਧਰਮ ਹੋਗਾ ਕੋਈ ਹੋਰ, ਜੇ ਤੇਰੇ ਜਿਉਂਦਿਆਂ ਤੇਰੇ ਘਰ ਦੇ ਮਰ ਗਏ ਨਾ, ਕਹਿੰਦਾ ਇਹ ਤੋਂ ਵੱਡਾ ਪਾਪ ਨਹੀਂ ਕੋਈ। ਇਹ ਨਾ ਇਹ ਆਪਣੀ ਵਜ੍ਹਾ ਤੋਂ ਘਰ ਦੇ ਨਹੀਂ ਮਰਨ ਦੇਣੇ। ਉਹਨਾਂ ਨੂੰ ਸੱਚ ਵੀ ਨਹੀਂ ਦੱਸਿਆ ਹੋਣਾ, ਉਦੋਂ ਘਰ ਆ ਕੇ ਦੱਸਿਆ। ਘਰ ਆ ਕੇ ਉਦੋਂ ਚੰਨੀ ਬਿਸਕੀ ਜੇਲ੍ਹ ਦੇ ਵਿੱਚ ਦੱਸਿਆ ਹੈਗਾ, ਠੀਕ ਹੈ ਨਾ ਸਭ ਕੁਛ। ਇਹਨਾਂ ਨੂੰ ਘਰੇ ਫੋਨ ਆਇਆ ਸੀ ਯਾਨੀ ਕਿ ਕਿਸੇ ਬੰਦੇ ਨੇ, ਯਾਨੀ ਕਿ ਇੱਦਾਂ ਮੈਨੂੰ ਨਾ ਕਈ ਬੰਦੇ ਆਉਂਦੇ ਸੀਗੇ ਉੱਥੇ ਮੈਨੂੰ ਪੁੱਛਦੇ ਹੁੰਦੇ ਸੀ ਵਾਰ-ਵਾਰ ਤੇਰਾ ਪਿੰਡ ਕਿਹੜਾ, ਜਿੱਦਾਂ ਹੁਣ ਪਿੰਡ ਕਿਹੜਾ, ਤੇਰਾ ਸ਼ਹਿਰ ਕਿਹੜਾ। ਫਿਰ ਕਈ ਇਹ ਵੀ ਪੁੱਛਦੇ ਹੁੰਦੇ ਤੇਰਾ ਏਰੀਆ ਕਿਹੜਾ, ਕਿਹੜੀ ਭਾਸ਼ਾ ਬੋਲੀ ਜਾਂਦੀ ਆ। ਫਿਰ ਮੈਂ ਕਹਿੰਦਾ ਉਹਨਾਂ ਪੰਜਾਬੀ। ਫਿਰ ਉਹਨਾਂ ਨੂੰ ਪਤਾ ਕਿ ਹੁਣ ਵੱਡੀ ਕੰਟਰੀ ਦੇ ਹੁਣ ਅਲੱਗ-ਅਲੱਗ ਭਾਸ਼ਾ ਦੀਆਂ ਫਿਰ ਖਬਰਾਂ ਕਿਹੜੀਆਂ ਚੱਲਦੀਆਂ ਤੁਹਾਡੇ ਏਰੀਏ ਦੇ ਵਿੱਚ। ਫਿਰ ਮੈਂ ਕਹਿ ਦਿੰਦਾ ਉਹਨਾਂ ਜਿੱਦਾਂ ਮੋਟੀਆਂ ਖਬਰਾਂ ਜਿੱਦਾਂ ਚੇਤੇ ਹੁੰਦੀਆਂ ਸੀ ਉਹ ਮੈਂ ਕਹਿੰਦਾ ਮੈਂ ਕਿਹਾ ਆਹ ਨਿਊਜ਼ਾਂ ਚੱਲਦੀਆਂ ਸਾਡੇ ਉੱਥੇ ਕਿ ਤੁਹਾਡਾ ਇੱਕ ਮਨਪ੍ਰੀਤ ਸਿੰਘ ਨਾਮ ਦਾ ਲੜਕਾ ਇੱਦਾਂ ਦਾ ਜੇਲ੍ਹ ਦੇ ਵਿੱਚ ਆ। ਠੀਕ ਇਹ ਨਹੀਂ ਇਹ ਜੇਲ੍ਹ ਦਾ ਨਹੀਂ ਦੱਸਿਆ ਕਿਹੜੀ ਜੇਲ੍ਹ ਦੇ ਵਿੱਚ, ਜੇਲ੍ਹ ਦੇ ਵਿੱਚ ਹੈਗਾ ਆ। ਤੇ ਇੱਦਾਂ ਦਾ ਭਾਲ ਕਰਦੇ ਹੋਏ ਇੱਥੇ ਹਾਂ ਕਿ ਉਹ ਉਹਨਾਂ ਘਰ ਲੱਭੋ, ਉਹਦਾ ਘਰ ਕਿੱਥੇ ਆ ਤੇ ਆਹ ਐਡਰੈਸ ਆ ਸਭ ਕੁਛ। ਉਹ ਉਹਨਾਂ ਨੇ ਫਿਰ ਉਦੋਂ ਕੁਛ ਪਤਾ ਸੀਗਾ, ਉਹਨਾਂ ਨੇ ਫੋਨ ਲਾਗੇ ਜਾਗੇ ਲਾਏ, ਉਹਨਾਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਫਿਰ ਆ ਕੇ ਉੱਥੋਂ ਫਿਰ ਕੰਮ ਜਾਣੀ ਕਿ ਛਿੜਿਆ ਸੀਗਾ। ਤੇ ਫਿਰ ਭਲਾ ਇਹ ਗੱਲ ਆ ਜੋ ਛਿੜਿਆ ਫਿਰ ਬਹੁਤ ਜ਼ਿਆਦਾ ਛਿੜ ਗਿਆ। ਪ੍ਰੈਸ ਫਿਰ ਸਾਰੀ ਪ੍ਰੈਸ ਨੇ ਸਾਥ ਦਿੱਤਾ, ਜਾਣੀ ਕਿ ਗੱਲ ਪੂਰੀ ਜਾਣੀ ਕਿ ਸੋਸ਼ਲ ਮੀਡੀਆ ਵਿੱਚ ਫੈਲ ਗਈ ਸੀਗੀ। ਮਤਲਬ ਰੱਬ ਨੇ ਤੁਹਾਨੂੰ ਰੱਖਣਾ ਸੀਗਾ ਤਾਂ ਰੱਖ ਲਿਆ। ਬਿਲਕੁਲ ਬਿਲਕੁਲ। ਉਹ ਜੇਕਰ ਇਸ ਹਾਲਾਤਾਂ ਦੇ ਵਿੱਚ ਉਹ ਫਸ ਜਾਂਦੇ ਸ਼ਾਇਦ ਹੀ ਵਾਪਸ ਮੁੜੇ। ਮੰਨ ਲਓ ਜੀ ਜਿੱਦਾਂ ਕਹਿੰਦੇ ਭਾਵ ਕਿ ਇੰਡੀਆ ਬੇਸੀ ਨੇ ਮੇਰੀ ਗੱਲ ਨਹੀਂ ਨਾ ਸੁਣੀ, ਉਹ ਜਿਹੜੀ ਗੱਲ ਦੁਬਾਰਾ ਸੁਣੀ ਆ 2 ਦਿਨਾਂ ਦੇ ਵਿੱਚ ਮੈਨੇ ਸਾਰਾ ਕੁਝ ਕੰਮ ਕਰ ਇੱਥੇ 15 ਦਿਨ 2 ਦਿਨਾਂ ਦੇ ਵਿੱਚ ਸਾਰਾ ਕੰਮ ਕਰਤਾ। ਟਿਕਟ ਵੀ ਕਨਫਰਮ ਹੋ ਗਿਆ ਮੈਨੂੰ, ਜਾਣੀ ਕਿ ਇਹੀ ਵਜ੍ਹਾ ਦੇ ਕਰਕੇ ਪ੍ਰੈਸ ਵਾਲਿਆਂ ਦੀ ਜਾਣੀ ਕਿ ਫਿਰ ਕਿਉਂਕਿ ਇਕੱਲੇ ਵੱਡੇ ਅਫਸਰ ਜਿਨ੍ਹਾਂ ਤੱਕ ਵੀਡੀਓ ਜਾਂਦੀ ਸੀਗੀ ਸਾਰੇ ਕੰਨੀ ਗੱਲ ਪੈਂਦੀ ਸੀਗੀ। ਇਹ ਫਿਰ ਥੋੜਾ ਇਸ ਕਰਕੇ ਨਾ ਇਹ ਵੀ ਜਾਣੀ ਕਿ ਬਹੁਤ ਵੱਡਾ ਸਾਥ ਰਿਹਾ। ਹੁਣ ਇੱਥੇ ਵੀ ਜ਼ਿੰਦਗੀ ਦੁਬਾਰਾ ਸ਼ੁਰੂ ਤੋਂ ਸ਼ੁਰੂਆਤ ਕਰਨੀ ਪਏਗੀ। ਹਾਂਜੀ ਸਭ ਕੁਝ ਕਿਉਂਕਿ ਜਿੰਨਾ ਸਮਾਂ ਉੱਥੇ ਲੰਘਾਇਆ ਹੁਣ ਫਿਰ ਇੱਕ ਵਾਰ ਫਿਰ ਪਿਓ ਦਾ ਹੱਥ ਫੜਨਾ ਪਏਗਾ ਨਾਲ ਸਾਰੇ ਕੰਮ ਦੇ ਵਿੱਚ। ਮੈਂ ਕਿਹਾ ਜੀ ਮੈਂ ਚਲੋ ਕਿੱਦਾਂ ਕਹਿੰਦੇ ਆ ਨਾ ਕਿ ਜਦੋਂ ਹੁਣ ਰਾਹ ਪਿਆ ਜਾਣੇ ਮੈਂ ਚਲੋ ਹੁਣ ਇੱਕ ਹਿਸਾਬ ਤੋਂ ਗਲਤੀ ਹੋ ਗਈ। ਚਲ ਬਾਕੀ ਜੋ ਕਹਿੰਦੇ ਨਾ ਜਿਹੜਾ ਪ੍ਰਮਾਤਮਾ ਹੈਗਾ, ਜੇ ਪ੍ਰਮਾਤਮਾ ਹੁਣ ਕਿਸਮਤ 'ਚ ਜੋ ਸੀ ਨਾ, ਜਿੱਦਾਂ ਹੁਣ ਕਹੀਏ ਹੁਣ ਦਿਲ ਨੂੰ ਦਿਲਾਸਾ ਹੀ ਦੇਣਾ। ਤੇ ਬਾਕੀ ਇੰਨੀ ਗੱਲ ਮੈਂ ਗਲਤੀ ਕੀਤੀ। ਪਰ ਜਿਹੜਾ ਨੌਜਵਾਨ ਹੈ ਜਿਹੜਾ ਬਾਹਰ ਜਾਣ ਦਾ ਚਾਹਵਾਨ ਹੈ ਉਹਨੂੰ ਕੀ ਦੇਣਾ ਚਾਹੋਗੇ ਸੋਧ? ਮੈਂ ਤਾਂ ਇਹ ਗੱਲ ਕਹਿੰਦਾ ਵੀ ਜਾਂਦਾ ਤਾਂ ਹਰ ਕੋਈ ਆ ਮੈਡਮ। ਕਈ ਦੇਖੋ ਜੀ ਹੁਣ ਇੱਥੇ ਰਹਿ ਕੇ ਵੀ ਨਹੀਂ ਕੁਛ ਬਣਦਾ ਹੈਗਾ। ਮੈਂ ਤਾਂ ਇਹ ਗੱਲ ਕਹਿੰਦਾ ਜਿੰਨੇ ਜਾਣਾ ਜਿਸ ਤਰੀਕੇ ਨਾਲ ਜਿੱਥੋਂ ਤੱਕ ਜਾਣਾ। ਜ਼ਿਆਦਾਤਰ ਲੋਕੀ ਹੁਣ ਇਸ ਟਾਈਮ ਯੂਰਪ ਪੁਰਤਗਾਲ ਹੋ ਗਿਆ ਵਗੈਰਾ ਇੱਦਾਂ ਜਾਂਦੇ ਆ, ਜਰਮਨ ਵਗੈਰਾ ਜਾਂਦੇ ਆ। ਉਹਨਾਂ ਨੂੰ ਕੋਈ ਸਿੱਧਾ ਹੀ ਵੀਜ਼ਾ ਲੈ ਕੇ ਜਾਣ। ਜਿੱਦਾਂ ਹੁਣ ਕਹਿੰਦੇ ਕਿ ਕਈ ਵਾਰੀ ਹੁਣ ਏਜੰਟ ਆ ਕਹਿੰਦੇ ਆ ਕਿ ਤੁਹਾਨੂੰ ਯੂਕਰੇਨ ਭੇਜ ਦਾਂਗੇ, ਜਾਂ ਫਿਰ ਸਟੱਡੀ ਬੇਸ 'ਤੇ ਯੂਕਰੇਨ ਭੇਜ ਦਾਂਗੇ, ਜਾਂ ਫਿਰ
ਅਰਮੀਨੀਆ ਅਰਮੂਨੀਆ ਇੱਦਾਂ ਦੀ ਕੰਟਰੀਆਂ ਹੈਗੀਆਂ ਜਿਨ੍ਹਾਂ ਦਾ ਕਹਿ ਕੇ ਨਾ ਇਹ ਲੈ ਜਾਂਦੇ ਆ, ਬਾਅਦ ਵਿੱਚ ਵੀਜ਼ੇ ਵੂਜੇ ਨਹੀਂ ਉੱਥੇ ਲੱਗਦੇ। ਕੋਈ ਕਿਤੇ ਲੱਗ ਜਾਵੇ, ਜੇ ਨਾ ਲੱਗ ਜਾਵੇ ਤਾਂ ਫਿਰ ਡੋਂਕੀਆਂ ਲਾਉਣੀਆਂ ਪੈਂਦੀਆਂ, ਡੋਂਕੀਆਂ ਗੰਦੀਆਂ ਹੀ ਆ ਉੱਥੋਂ ਦੀਆਂ। ਤੇ ਬਾਕੀ ਇੰਨੀ ਗੱਲ ਆ, ਸ਼ਾਇਦ ਵੱਡੀ ਮੁਸੀਬਤ ਵੀ ਪੈ ਸਕਦੀ ਆ। ਅਨਲੀਗਲ ਬੰਦੇ ਉੱਤੇ ਕੋਈ ਵੀ ਕੇਸ ਪਾ ਦਿਓ, ਇੱਕ ਗੱਲ ਆ, ਕੋਈ ਵੀ ਕੇਸ ਪਾ ਦਿਓ ਐਕਸੈਪਟ ਹੋ ਜਾਣਾ, ਕਿਉਂਕਿ ਅਨਲੀਗਲ ਯਾਰ ਕੋਈ ਹੈ ਨਹੀਂ ਕੋਈ, ਜੇ ਲੀਗਲ ਯਾਰ ਫਿਰ ਸਭ ਕੁਛ ਹੈ ਜੀ। ਜੀ ਮਤਲਬ ਦੂਰ ਕੇ ਢੋਲ ਸੁਹਾਵਨੇ ਜਿੱਦਾਂ ਆਪਾਂ ਕਹਿ ਦਿੰਦੇ ਆ ਨਾ, ਦੇਖਣ ਨੂੰ ਹੀ ਵਧੀਆ ਲੱਗਦਾ। ਹਾਂਜੀ ਹਾਂਜੀ, ਇਹ ਢੋਲ ਤਾਂ ਚਲੋ ਦੂਰੋਂ ਵੱਜਦੇ ਵਧੀਆ ਲੱਗਦੇ ਆ, ਬਸ ਇੰਨੀ ਗੱਲ ਆ ਕਿ ਜਾਣਾ ਸਿੱਧਾ ਜਾਓ। ਜਿੱਦਾਂ ਕਹਿੰਦੇ ਇਹਨਾਂ ਨੂੰ ਏਜੰਟ ਕਹਿੰਦੇ ਕਿ ਤੁਹਾਨੂੰ ਰਾਹ ਅੱਧਾ ਲੈ ਜਾ ਕੇ ਰਾਸਤੇ 'ਚ ਉੱਦਾਂ ਕਰ ਦਾਂਗੇ ਉੱਦਾਂ ਕਰ ਦਾਂਗੇ। ਜਿੱਦੀ ਗੱਲ ਆ ਜੀ, ਜੇ ਤਾਂ ਬੰਦਾ ਹੈ ਨਾ ਕਹਿੰਦਾ ਕਿ ਮੈਂ ਜਾਣਾ ਸਟੱਡੀ ਵੇਸ ਦਾ, ਮੈਂ ਵੀਜ਼ਾ ਲਵਾ ਕੇ ਜਾਣਾ, ਚਲੋ ਵੀ ਇਹ ਵੀ ਗੱਲ ਨਹੀਂ, ਸਟੱਡੀ ਵਧੀਆ ਉੱਥੋਂ ਦੀ ਜਾਂ ਫਿਰ ਪੂਰੀ ਤੁਹਾਨੂੰ ਜਾਣਕਾਰੀ ਹੋਵੇ। ਜਿੱਦਾਂ ਮਤਲਬ ਹੁਣ ਜੇ ਕਹਿਣਾ ਜੇ ਆਪਾਂ ਸਟੱਡੀ ਕਰਨ ਜਾਣਾ, ਜੇ ਮੈਂ ਇੱਕ ਟਾਰਗੇਟ ਹੁੰਦਾ ਮੈਂ ਸਟੱਡੀ ਕਰਨ ਜਾਣਾ, ਉਹ ਤਾਂ ਚੱਲ ਵਧੀਆ, ਉਹਨੇ ਸਟੱਡੀ ਕਰਨੀ ਆ। ਜੇ ਬੰਦਾ ਕਹੇ ਮੈਂ ਸਟੱਡੀ ਵੇਸ 'ਤੇ ਆਣਾ, ਉੱਥੋਂ ਬਾਅਦ ਵਿੱਚ ਗਾਂਹ ਜਾਣਾ, ਫਿਰ ਉਹ ਪੜ੍ਹਾਈ ਵੱਲ ਧਿਆਨ ਨਹੀਂ, ਉਹ ਫਿਰ ਅਨਲੀਗਲ ਹੋ ਜਾਂਦਾ ਬੰਦਾ। ਆਹ ਗੱਲ ਬਾਤ ਫਿਰ ਫਸ ਜਾਂਦਾ। ਪਰ ਫਿਰ ਰੱਬ ਨੇ ਤੁਹਾਨੂੰ ਰੱਖ ਲਿਆ ਤਾਂ ਘਰ ਦੇ ਵੀ ਇਸ ਵਕਤ ਖੁਸ਼ ਹੋਣਗੇ। ਤਾਂ ਬਹੁਤ ਬਹੁਤ ਸ਼ੁਕਰੀਆ ਆਪਣੀ ਹੱਡ ਬੀਤੀ ਸੁਣਾਉਣ ਲਈ ਡੇਲੀ ਪੋਸਟ ਪੰਜਾਬੀ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਜੇ ਬਾਹਰ ਜਾਣਾ ਹੈ ਤਾਂ ਕਿਸ ਤਰ੍ਹਾਂ ਜਾਣਾ ਹੈ। ਏਜੰਟਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਜਾਣਕਾਰੀ ਆਪਣੇ ਕੋਲ ਆਪ ਵੀ ਰੱਖਣੀ ਚਾਹੀਦੀ ਹੈ। ਹਾਂਜੀ ਹਾਂਜੀ ਬਿਲਕੁਲ ਜੀ, ਇਹ ਗੱਲ ਬਾਤ ਹੈ, ਕਿਉਂਕਿ ਇਸ ਟਾਈਮ ਆ ਜੇ ਆਪਾਂ ਫੇਰ ਵੀ ਹਾਂ ਪਾਸਪੋਰਟ ਬਣਾਇਆ ਸੀ, ਕੰਮ ਕਰਨ ਦੇ ਹੈਗੇ, ਚਲ ਜਿੱਦਾਂ ਮਰਜ਼ੀ ਹੈਗੀ ਆ, ਸਮਝੀ ਆਪਣੀ ਸੋਚ ਥੋੜੀ ਜਿਹੀ ਨਾ ਵਰਤੋਂ, ਠੀਕ ਹੈ, ਦਿਮਾਗ ਵਰਤੋਂ ਤੇ ਜਾਣ ਕੇ ਜਾਣਾ ਜਿੱਥੇ ਜਾਣਾ ਸਿੱਧਾ ਜਾਓ। ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ। ਸੋ ਇਹ ਸੀ ਅੱਜ ਸਾਡੇ ਨਾਲ ਭੋਗਪੁਰ ਦੇ ਨੇੜੇ ਪਿੰਡ ਹੈ ਚਾੜ ਕੇ, ਜਿੱਥੋਂ ਦਾ ਨੌਜਵਾਨ ਹੈ ਮਨਪ੍ਰੀਤ, ਜੋ ਬਾਹਰ ਜਾਂਦਾ ਹੈ। ਉਸ ਤੋਂ ਬਾਅਦ ਕੀ ਇਹਦੇ ਨਾਲ ਵਾਪਰਦਾ ਹੈ, ਕਿਉਂਕਿ ਨੌਲੇਜ ਨਹੀਂ ਹੁੰਦੀ, ਸਹੀ ਜਾਣਕਾਰੀ ਨਹੀਂ ਹੁੰਦੀ। ਜਦੋਂ ਬਾਹਰ ਤਾਂ ਜ਼ਰੂਰ ਪੰਜਾਬ ਦਾ ਨੌਜਵਾਨ ਚਲਾ ਜਾਂਦਾ, ਪਰ ਜਾਣਕਾਰੀ ਨਹੀਂ ਸਹੀ ਹੁੰਦੀ, ਫਿਰ ਕਿਸ ਤਰ੍ਹਾਂ ਫਸ ਜਾਂਦਾ ਹੈ। ਡਾਕੂਮੈਂਟਸ, ਏਜੰਟ ਇਸ ਵਕਤ ਕਿਸ ਤਰ੍ਹਾਂ ਦੇ ਧੋਖੇ ਖਾ ਰਹੇ ਨੇ, ਉਹਨਾਂ ਤੋਂ ਬਚਣਾ ਇਸ ਵਕਤ ਬਹੁਤ ਜ਼ਰੂਰੀ ਹੈ। ਤੇ ਹੱਡ ਬੀਤੀ ਤੁਹਾਨੂੰ ਬਹੁਤ ਕੁਝ ਸਮਝਾ ਰਹੀ ਹੈ। ਸੋ ਇਹ ਸੀ ਅੱਜ ਦੀ ਰਿਪੋਰਟ। ਕੈਮਰਾਮੈਨ ਟੋਨੀ ਦੇ ਨਾਲ ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ।